ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਵਿਜ਼ਨ ਪੰਜਾਬ ਟੀਵੀ। ਮੈਂ ਹਾਂ ਮੋਹਿਤ ਰੁਬਲ ਤੇ ਪ੍ਰੋਗਰਾਮ ਇਲੈਕਸ਼ਨ ਆਰ ਦੇ ਵਿੱਚ ਇੱਕ ਵਾਰ ਫੇਰ ਤੁਹਾਡਾ ਸਭ ਦਾ ਸਵਾਗਤ ਹੈ। ਪੰਜਾਬ ਦੀ ਗੱਲ ਕਰੀਏ, ਪੰਜਾਬ ਦੇ ਵਿੱਚ ਚੋਣਾਂ ਨੇ ਤੇ ਭਾਰਤ ਦੇ ਵਿੱਚ ਕਰੋਨਾ ਕਰਕੇ ਕਾਫੀ ਥਾਵਾਂ ਦੇ ਉੱਪਰ ਜਿਹੜੀਆਂ ਪਾਬੰਦੀਆਂ ਨੇ ਉਹ ਲੱਗੀਆਂ ਹੋਈਆਂ ਨੇ। ਸੋ ਪੰਜਾਬ ਦੇ ਵਿੱਚ ਵੀ ਥੋੜ੍ਹੀਆਂ ਪਾਬੰਦੀਆਂ ਲੱਗੀਆਂ ਹੋਈਆਂ ਨੇ, ਰੈਲੀਆਂ ਉੱਪਰ ਭਾਵੇਂ ਰੋਕ ਹੈ, ਪਰ ਫੇਰ ਵੀ ਜਿਹੜੀ ਸਿਆਸੀ ਹਲਚਲ ਹੈ ਖੂਬ ਹੋ ਰਹੀ ਹੈ। ਸੋ ਪਿਛਲੇ ਇੱਕ ਹਫ਼ਤੇ ਦੌਰਾਨ ਕੀ ਕੁਝ ਹੋਇਆ ਉਹਨਾਂ ਦੇ ਬਾਰੇ ਗੱਲਬਾਤ ਕਰਨ ਲਈ ਅੱਜ ਫਿਰ ਅਸੀਂ ਤੁਹਾਡੇ ਸਾਹਮਣੇ ਹਾਜ਼ਰ ਹੋ ਚੁੱਕੇ ਹਾਂ। ਸੋ ਅੱਜ ਦੇ ਪ੍ਰੋਗਰਾਮ ਵਿੱਚ ਸਾਡੇ ਨਾਲ ਅਲੱਗ-ਅਲੱਗ ਪਾਰਟੀਆਂ ਦੇ ਨੁਮਾਇੰਦੇ ਜਿਹੜੇ ਨੇ ਉਹ ਜੁੜ ਚੁੱਕੇ ਨੇ। ਜਿਵੇਂ ਕਾਂਗਰਸ ਪਾਰਟੀ ਤੋਂ ਮੈਂ ਸੱਦਾ ਦਿੰਦਾ ਤੇ ਸਵਾਗਤ ਕਰਦਾ ਵਾਂ ਅਭਿਨਵ ਕੋਹਲੀ ਹੁਣਾਂ ਦਾ। ਅਕਾਲੀ ਦਲ ਤੋਂ ਸਾਡੇ ਨਾਲ ਜੁੜੇ ਨੇ ਪ੍ਰਭਜੋਤ ਧਾਲੀਵਾਲ ਜੀ ਤੇ ਆਮ ਆਦਮੀ ਪਾਰਟੀ ਤੋਂ ਸਾਡੇ ਨਾਲ ਜੁੜੇ ਨੇ ਰਮਨ ਚਾਂਦੀ ਜੀ। ਸੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ। ਸੋ ਜਿਵੇਂ ਕਿ ਹੁਣ ਚੋਣਾਂ ਲਾਗੇ ਆਉਂਦੀਆਂ ਜਾ ਰਹੀਆਂ ਨੇ ਤੇ ਹੁਣ ਹਰ ਇੱਕ ਪਾਰਟੀ ਜਿਹੜੀ ਆਪਣੇ ਉਮੀਦਵਾਰ ਅਲੱਗ-ਅਲੱਗ ਥਾਵਾਂ ਤੋਂ ਅਨਾਉਂਸ ਕਰ ਰਹੀ ਹੈ। ਸੋ ਇਸ ਜਦੋਂ ਅਨਾਉਂਸਮੈਂਟ ਹੋ ਰਹੀ ਹੈ ਅਲੱਗ-ਅਲੱਗ ਪਾਰਟੀਆਂ ਤੋਂ ਅਲੱਗ-ਅਲੱਗ ਉਮੀਦਵਾਰਾਂ ਦੀ, ਤਾਂ ਕਾਫੀ ਚੀਜ਼ਾਂ ਸਾਹਮਣੇ ਆ ਰਹੀਆਂ ਨੇ। ਪਹਿਲੀ ਗੱਲ ਤਾਂ ਪਰਿਵਾਰਵਾਦ ਜਿਹੜਾ ਹਮੇਸ਼ਾ ਤੋਂ ਦੇਖਿਆ ਜਾ ਰਿਹਾ, ਚਾਹੇ ਕੋਈ ਵੀ ਪਾਰਟੀ ਹੋਵੇ, ਪਰਿਵਾਰਵਾਦ ਦਾ ਹਿੱਸਾ ਬਣ ਹੀ ਜਾਂਦੀ ਹੈ। ਸੋ ਕਾਫੀ ਸਾਰੇ ਇਸ ਵਾਰ ਇੱਕ ਐਲੀਗੇਸ਼ਨਸ ਵੀ ਲੱਗੇ ਨੇ ਅਲੱਗ-ਅਲੱਗ ਲੋਕਾਂ ਵੱਲੋਂ ਅਲੱਗ-ਅਲੱਗ ਪਾਰਟੀਆਂ ਦੇ ਵਿੱਚ ਕਿ ਲਓ ਜੀ ਸਿਰਫ ਫਲਾਣੇ ਦੇ ਪਰਿਵਾਰ ਨੂੰ ਇੰਨੀਆਂ ਸੀਟਾਂ ਮਿਲ ਗਈਆਂ, ਸਾਨੂੰ ਨਹੀਂ ਮਿਲ ਰਹੀਆਂ। ਕਾਫੀ ਜਿਹੜੇ ਆਲਰੇਡੀ ਵਿਧਾਇਕ ਸੀਗੇ ਉਹਨਾਂ ਦੀ ਸੀਟਾਂ ਕੱਟੀਆਂ ਗਈਆਂ, ਕਾਫੀ ਸਾਰੇ ਲੋਕ ਨਾਰਾਜ਼ ਹੋਏ ਨੇ। ਸੋ ਹਰ ਇੱਕ ਦੇ ਦਿਲਾਂ ਦੇ ਵਿੱਚ ਜਿਹੜੀ ਚੀਜ਼ ਸੀਗੀ ਕਿ ਨਹੀਂ ਸਾਡੇ ਇਲਾਕੇ ਦਾ ਆਦਮੀ ਇਹ ਖੜਾ ਹੋਏਗਾ, ਇਸ ਨੂੰ ਵੋਟ ਪਾਵਾਂਗੇ, ਪਰ ਇਸ ਦੀ ਬਜਾਏ ਕਿਸੇ ਹੋਰ ਪਰਸਨ ਨੂੰ ਉਸਦੇ ਹਲਕੇ ਵਿੱਚ ਖੜਾ ਕਰ ਦਿੱਤਾ ਜਾ ਰਿਹਾ ਤੇ ਲੋਕਾਂ ਦੀਆਂ ਜਿਹੜੀਆਂ ਉਮੀਦਾਂ ਸੀਗੀਆਂ, ਜਿਹੜਾ ਉਹਨਾਂ ਦਾ ਵਿਸ਼ਵਾਸ ਸੀਗਾ, ਉਹ ਸ਼ਾਇਦ ਕਿਤੇ ਡੋਲ ਰਿਹਾ ਹੈ। ਸੋ ਲੋਕਾਂ ਨੂੰ ਇੱਕ ਤਰ੍ਹਾਂ ਦੀ ਕਹਿ ਰਹੀ ਹੈ ਕਿ ਸਹੂਲਤ ਨਹੀਂ ਮਿਲ ਪਾ ਰਹੀ। ਸਭ ਤੋਂ ਪਹਿਲਾਂ ਤਾਂ ਇਹੀ ਗੱਲਬਾਤ ਸ਼ੁਰੂ ਕਰਦੇ ਹਾਂ ਕਿਉਂਕਿ ਕਾਂਗਰਸ ਵਿੱਚ ਪਿੱਛੇ ਜੀ ਜਦੋਂ ਸੀਟਾਂ ਅਨਾਉਂਸ ਕੀਤੀਆਂ ਗਈਆਂ ਤੇ ਕਾਫੀ ਸਾਰੇ ਲੋਕ ਨਾਰਾਜ਼ ਹੋਏ, ਕਾਫੀ ਔਰਤਾਂ ਨਾਰਾਜ਼ ਹੋਈਆਂ ਤੇ ਉਹਨਾਂ ਨੇ ਸਿੱਧਾ ਪ੍ਰਿੰਕਾ ਗਾਂਧੀ ਹੁਣਾਂ ਨੂੰ ਵੀ ਟਾਰਗੇਟ ਕੀਤਾ ਕਿ ਉਹ ਆਪ ਕਹਿੰਦੇ ਨੇ ਕਿ ਕੁੜੀਆਂ ਜਿਹੜੀਆਂ ਨੇ ਘਰੋਂ ਬਾਹਰ ਨਿਕਲਣ, ਪੋਲਿਟਿਕਸ ਵਿੱਚ ਸ਼ਾਮਲ ਹੋਣ, ਪਰ ਉਹ ਆਪ ਜਿਹੜੀਆਂ ਕਾਫੀ ਸਾਰੀਆਂ ਔਰਤਾਂ ਦੀ ਜਿਹੜੀ ਸੀਟਾਂ ਹੈ ਉਹਨਾਂ ਨੇ ਕੱਟ ਦਿੱਤੀਆਂ। ਸੋ ਅਭਿਨਵ ਕੋਹਲੀ ਜੀ, ਜੋ ਫਿਲਹਾਲ ਚੱਲ ਰਿਹਾ ਹੈ ਸਿਰਫ ਤੁਹਾਡੀ ਪਾਰਟੀ ਵਿੱਚ ਨਹੀਂ, ਹੋਰਾਂ ਪਾਰਟੀਆਂ ਵਿੱਚ ਵੀ ਸੇਮ ਚੀਜ਼ ਹੀ ਚੱਲ ਰਹੀ ਹੈ, ਪਰ ਲੋਕਾਂ ਦੀ ਸੀਟਾਂ ਕੱਟ ਦੇਣੀਆਂ ਤੇ ਪਰਿਵਾਰਵਾਦ ਬਹੁਤ ਵੱਡਾ ਮੁੱਦਾ ਹੈ, ਉਹਦੇ ਬਾਰੇ ਤੁਸੀਂ ਕੀ ਆਖਦੇ ਹੋ ਅਭਿਨਵ ਜੀ? ਸਰ ਪਰਿਵਾਰਵਾਦ ਤੇ ਪਲੀਜ਼ ਤੁਸੀਂ ਸਪੈਸੀਫਿਕਲੀ ਪੁੱਛੋਗੇ ਕਿਹੜੀ ਸੀਟ ਦੀ ਗੱਲ ਕਰਦੇ ਹੋ? ਕਾਫੀ ਸਾਰੇ ਆਪਾਂ ਜੇ ਕਪੂਰਥਲੇ ਵੱਲ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਉੱਧਰ ਵੀ ਸਾਰਿਆਂ ਨੂੰ ਪਤਾ ਕਿ ਰਾਣਾ ਜੀ ਪਰਿਵਾਰ ਦੇ ਹੋਣ ਵਿੱਚ ਕਿਵੇਂ ਉਹ ਆਪਸ ਵਿੱਚ ਲੱਗੇ ਹੋਏ ਨੇ। ਇੱਕੋ ਪਾਰਟੀ ਦੇ ਹੋਣ ਦੇ ਬਾਵਜੂਦ ਕੋਈ ਕਾਂਗਰਸ ਲੜ ਰਿਹਾ, ਕੋਈ ਆਜ਼ਾਦ ਲੜ ਰਿਹਾ, ਇਸ ਤੋਂ ਇਲਾਵਾ ਹੋਰ ਬਾਜਵਾ ਹੋਣਾ ਦੇ ਪਰਿਵਾਰ 'ਚ ਵੀ ਕਾਫੀ ਕਾਂਗਰਸ ਦੇ ਦੋ ਤਿੰਨ ਵੱਡੇ ਨਾਮ ਨੇ। ਮੇਰੀ ਇੱਕ ਬੇਨਤੀ ਸੁਣੋ ਕਿ ਰਾਣਾ ਗੁਰਜੀਤ ਜੀ ਦੀ ਗੱਲ ਹੋ ਰਹੀ ਆ, ਉਹਨਾਂ ਦੀ ਟਿਕਟ ਪਾਰਟੀ ਨੇ ਨੋਮੀਨੇਟ ਨਹੀਂ ਕੀਤੀ, ਉਹਨਾਂ ਦੀ ਬੇਟੇ ਨੇ। ਉਹਨਾਂ ਦੀ ਰਾਣਾ ਗੁਰਜੀਤ ਜੀ ਦੀ ਜਿਹੜੀ ਟਿਕਟ ਹੈ ਉਹ ਪਾਰਟੀ ਨੇ ਨੋਮੀਨੇਟ ਕੀਤੀ ਹੈ ਤੇ ਉਹਨਾਂ ਦੀ ਬੇਟੇ ਦੀ ਟਿਕਟ ਨਹੀਂ ਨੋਮੀਨੇਟ ਕੀਤੀ। ਉੱਥੇ ਨਵਤੇਜ ਚੀਮਾ ਜੀ ਹੈ ਸੁਲਤਾਨਪੁਰ ਲੋਧੀ ਤੋਂ। ਉਹਨਾਂ ਦਾ ਪਰਸਨਲ ਕਿਆ ਬਿਲੀਫ ਹੈ ਕਿ ਉਹ ਲੜਨਾ ਚਾਹੁੰਦੇ ਆ ਨਹੀਂ ਚਾਹੁੰਦੇ, ਇਹ ਦੇਖੋ, ਇਹ ਪਾਰਟੀ ਦਾ ਕੋਈ ਸਟੈਂਡ ਨਹੀਂ ਹੈਗਾ। ਤੇ ਇਹਦੇ ਵਿੱਚ ਪਰਿਵਾਰਵਾਦ ਦੇਖੋ, ਵਨ ਫੈਮਿਲੀ ਵਨ ਟਿਕਟ, ਕਿਸੇ ਵੀ ਸੀਟ ਤੇ ਤੁਸੀਂ ਅਸੈਂਬਲੀ ਕਨਸਟੀਟੂਐਂਸੀ ਤੇ ਦਿਖਾ ਦਿਓ ਮੈਨੂੰ। ਸੋ ਪਰਿਵਾਰਵਾਦ ਦੀ ਗੱਲ ਤੇ ਨਹੀਂ ਹੈ। ਤੇ ਦੂਜਾ ਤੁਸੀਂ ਕਹਿ ਰਹੇ ਹੋ ਵੀ ਟਿਕਟਾਂ ਕੱਟਤੀਆਂ, ਬੰਦੇ ਆਲਰੇਡੀ ਸੀਟਿੰਗ ਐਮਐਲਏ ਸੀਗੇ ਜਾਂ ਹਲਕਾ ਇੰਚਾਰਜ ਸੀਗੇ। ਮੋਹਿਤ ਜੀ, ਪਾਰਟੀ ਦੇ ਕੁਝ ਇੰਟਰਨਲ ਸਰਵੇਸ ਹੁੰਦੇ ਆ। ਜਦੋਂ ਪਾਰਟੀ ਸੱਤਾ ਦੇ ਵਿੱਚ ਹੁੰਦੀ ਹੈ ਤੇ ਉਹਦੇ ਨਾਲ ਕਈ ਫੈਕਟਰ ਜੁੜਦੇ ਆ ਕਿ ਤੁਸੀਂ ਕਿਵੇਂ ਗਵਰਨ ਕੀਤਾ। ਐਂਟੀ ਇਨਕਮਬੈਂਸੀ ਫੈਕਟਰ ਵੀ ਇੱਕ ਹੁੰਦਾ ਹੈ, ਉਹਦੇ ਨਾਲ ਵਿਨੈਬਿਲਿਟੀ ਵੀ ਦੇਖਣੀ ਪੈਂਦੀ ਹੈ। ਤੇ ਪਾਰਟੀਆਂ ਦੇ ਜਿਹੜੇ ਇੰਟਰਨਲ ਸਰਵੇਸ ਦੇ ਵਿੱਚ ਜਿਹੜੇ ਕੈਂਡੀਡੇਟ ਉੱਪਰ ਆਏ ਆ ਉਹਨਾਂ ਨੂੰ ਹੀ ਟਿਕਟਾਂ ਦਿੱਤੀਆਂ ਗਈਆਂ। ਸੋ ਇਹ ਕੱਲਾ ਕਾਂਗਰਸ ਦਾ ਨਹੀਂ ਹੈਗਾ। ਤੁਸੀਂ ਈਵਨ ਦੇਖੋ ਕਿ 2009 ਦੇ ਵਿੱਚ ਆਪਣਾ ਫਾਰਮਰ ਸੀਐਮ ਉੱਤਰ ਪ੍ਰਦੇਸ਼ ਕਲਿਆਣ ਸਿੰਘ ਬੀਜੇਪੀ ਤੋਂ, ਉਹਨਾਂ ਨੂੰ ਲੋਕ ਸਭਾ ਦੀ ਟਿਕਟ ਨਹੀਂ ਦਿੱਤੀ ਗਈ ਸੀ। ਜਸਵੰਤ ਸਿੰਘ ਵਾਸ ਵਨ ਆਫ ਦਾ ਟਾਲੈਸਟ ਲੀਡਰ ਆਫ ਬੀਜੇਪੀ ਤੇ 2014 ਦੇ ਵਿੱਚ ਉਹਨਾਂ ਨੂੰ ਰਾਜਸਥਾਨ ਤੋਂ ਟਿਕਟ ਨਹੀਂ ਦਿੱਤੀ ਗਈ ਸੀ, ਫਿਰ ਉਹ ਆਜ਼ਾਦ ਲੜੇ ਸੀਗੇ। ਸੋ ਇਹ ਤਾਂ ਪਾਰਟੀਆਂ ਦੇ ਇੰਟਰਨਲ ਸਰਵੇਸ ਹੁੰਦੇ ਆ, ਜਿਹਦੀ ਵਿਨੈਬਿਲਿਟੀ ਫੈਕਟਰ ਜ਼ਿਆਦਾ ਹੁੰਦਾ ਉਹਨੂੰ ਟਿਕਟ ਦੇ ਦਿੱਤੀ ਜਾਂਦੀ ਹੈ। ਜਿਵੇਂ ਹੁਣ ਪੱਟਲ ਹੁਣਾਂ ਦੀ, ਉਹਨਾਂ ਦੇ ਜਵਾਈ ਸਾਹਿਬ ਨੂੰ ਟਿਕਟ ਦੇ ਦਿੱਤੀ ਜਾਂਦੀ ਹੈ, ਜਾਂ ਹੋਰਾਂ ਥਾਵਾਂ ਦੇ ਉੱਪਰ ਵੀ ਜਿਹੜੀਆਂ ਇਹੋ ਜਿਹੀ ਚੀਜ਼ਾਂ ਹੋ ਰਹੀਆਂ ਨੇ, ਉਹਦੇ ਕਰਕੇ ਉੱਥੋਂ ਦੇ ਜਿਹੜੇ ਲੋਕ ਨੇ ਜਾਂ ਫਿਰ ਕਿਸੇ ਹੋਰ ਨੂੰ ਉਹਨਾਂ ਦੇ ਆਪਣੇ ਹਲਕੇ ਤੋਂ ਇਲਾਵਾ ਕਿਤੇ ਹੋਰ ਸੀਟ ਦੇ ਦੇਣੀ, ਉੱਥੇ ਫਿਰ ਲੋਕਾਂ ਦੀ ਕੀ ਅਕਾਊਂਟੇਬਿਲਿਟੀ ਹੈ, ਲੋਕ ਕਿਵੇਂ ਅਪਰੋਚ ਕਰਨਗੇ? ਨਹੀਂ ਮੋਹਿਤ ਜੀ, ਜਿਹੜੀ ਤੁਸੀਂ ਵਿਕਰਮ ਬਾਜਵਾ ਦੀ ਗੱਲ ਕਰਦੇ ਹੋ ਉਹ ਐਕਸਟੈਂਡਡ ਫੈਮਿਲੀ ਹੈ, ਉਹ ਕੋਈ ਬਲੱਡ ਰਿਲੇਸ਼ਨ ਨਹੀਂ ਹੈਗਾ, ਐਕਸਟੈਂਡਡ ਫੈਮਿਲੀ ਹੈ। ਅਗਰ ਵਿਕਰਮ ਬਾਜਵਾ ਦਾ ਕੁਝ ਆਪਣਾ ਇੱਕ ਹਿਸਟਰੀ ਹੈਗੀ ਹੈ ਕਾਂਗਰਸ ਫੈਮਿਲੀ ਦੇ ਵਿੱਚ, ਤਾਂ ਉਹਨੂੰ ਕੋਈ ਸੀਟ ਮਿਲੀ ਹੋਣੀ। ਉਹ 2012 ਤੋਂ ਅਪਲਾਈ ਕਰਦੇ ਆ ਰਹੇ ਆ, 2012 ਚ ਅਪਲਾਈ ਕੀਤੀ, 17 ਚ ਅਪਲਾਈ ਕੀਤੀ, 22 ਦੇ ਵਿੱਚ ਆ ਕੇ ਮਿਲੀ ਹੈ। ਦੂਜੀ ਗੱਲ ਇਹ ਹੈ ਕਿ ਉਹ ਐਕਸਟੈਂਡਡ ਫੈਮਿਲੀ ਦਾ ਮੈਟਰ ਹੈ। ਉਹ ਕੋਈ ਰਾਹੁਲ ਭੱਠਲ ਨੂੰ ਟਿਕਟ ਨਹੀਂ ਮਿਲੀ ਕਿ ਉਹਨਾਂ ਦੇ ਬੇਟੇ ਨੂੰ ਟਿਕਟ ਦਿੱਤੀ। ਅਗਰ ਉਹਨਾਂ ਦਾ ਜਵਾਈ, ਉਹਨਾਂ ਦਾ ਆਪਣਾ ਇੱਕ ਵਰਕਿੰਗ ਕ੍ਰਾਈਟੇਰੀਆ ਹੈਗਾ ਪਾਰਟੀ ਦੇ ਵਿੱਚ, ਤਾਂ ਐਕਸਟੈਂਡਡ ਫੈਮਿਲੀ ਦਾ ਮੈਟਰ ਹੈ, ਉਹਦੇ ਵਿੱਚ ਕੋਈ ਬਲੱਡ ਰਿਲੇਸ਼ਨ ਨਹੀਂ ਹੈਗਾ। ਤੇ ਉਹ ਤੁਸੀਂ ਦੇਖੋਗੇ 2012 ਦੇ ਵਿੱਚ ਵੀ ਟਿਕਟ ਅਪਲਾਈ ਕੀਤੀ ਸੀ, ਡਿਨਾਈ ਹੋ ਗਈ, 17 ਦੇ ਵਿੱਚ ਅਪਲਾਈ ਕੀਤੀ, ਡਿਨਾਈ ਹੋ ਗਈ, ਤਾਂ ਹੁਣ 22 ਦੇ ਵਿੱਚ ਮਿਲੀ ਤਾਂ ਕੰਟੈਸਟ ਕਰ ਰਹੇ ਹੋ। ਜੀ ਜੀ
ਜੀ। ਅਕਾਲੀ ਦਲ ਤੋਂ ਜਿਹੜੇ ਸਾਡੇ ਨਾਲ ਨੁਮਾਇੰਦੇ ਜੁੜੇ ਨੇ ਉਹਨਾਂ ਦਾ ਵੀ ਵਿਊ ਪੁਆਇੰਟ ਲੈ ਲਈਏ ਕਿ ਅਕਾਲੀ ਦਲ ਵਿੱਚ ਵੀ ਕਹਿ ਸਕਦੇ ਹਾਂ ਕਿ ਤੁਹਾਡਾ ਪਰਿਵਾਰਵਾਦ ਹੈ ਕਿ ਜਿਵੇਂ ਬਾਦਲ ਸਾਹਿਬ ਪਹਿਲਾਂ ਮੁੱਖ ਮੰਤਰੀ ਸੀਗੇ, ਹੁਣ ਕਾਫੀ ਸਾਲ ਉਹ ਰਹੇ ਨੇ, ਈਵਨ ਮਤਲਬ ਦਾ ਰਿਕਾਰਡ ਵੀ ਉਹਨਾਂ ਦੇ ਨਾਮ ਤੇ ਸਭ ਤੋਂ ਹਾਈਐਸਟ ਟਾਈਮ ਮੁੱਖ ਮੰਤਰੀ ਦੀ ਸੇਵਾਵਾਂ ਨਿਭਾਉਣ ਦਾ। ਪਰ ਹੁਣ ਉਸ ਤੋਂ ਬਾਅਦ ਉਹਨਾਂ ਦੇ ਬੇਟੇ ਹੀ ਆਪਣੇ ਆਪ ਨੂੰ ਖੁਦ ਅਨਾਉਂਸ ਕਰ ਚੁੱਕੇ ਨੇ ਕਿ ਮੈਂ ਹੀ ਜੇ ਜਿੱਤਿਆ ਤੇ ਮੈਂ ਹੀ ਮੁੱਖ ਮੰਤਰੀ ਹੋਵਾਂਗਾ। ਸੋ ਉੱਥੋਂ ਵੀ ਕਾਫੀ ਆਪਾਂ ਕਹਿ ਸਕਦੇ ਕਿ ਪਰਿਵਾਰਵਾਦੀ ਜਿਹੜੀ ਮੁਸ਼ਕਿਲ ਆਉਂਦੀ ਹੈ। ਤੇ ਧਾਲੀਵਾਲ ਸਾਹਿਬ ਤੁਸੀਂ ਕੀ ਕਹਿੰਦੇ ਹੋ? ਬਾਲ ਸਾਹਿਬ ਸਾਡੇ 5 ਵਾਰ ਦੇ ਮੁੱਖ ਮੰਤਰੀ ਰਹੇ ਆ ਜੀ ਪੰਜਾਬ ਦੇ, ਬੜੇ ਵਧੀਆ ਤਰੀਕੇ ਨਾਲ ਲੀਡ ਕਰ ਰਹੇ ਆ। ਤੇ ਉਹਨਾਂ ਦੇ ਬੇਟੇ ਸਰਦਾਰ ਸੁਖਬੀਰ ਸਿੰਘ ਬਾਦਲ, ਜੇ ਉਹਨਾਂ ਦਾ ਟੈਲੈਂਟ ਹੈਗਾ ਜਾਂ ਉਹ ਪੰਜਾਬ ਨੂੰ ਲੀਡ ਕਰ ਸਕਦੇ ਤਾਂ ਹੀ ਪਾਰਟੀ ਦੇ ਪ੍ਰਧਾਨ ਬਣੇ ਆ ਤੇ ਪਾਰਟੀ ਨੂੰ ਚਲਾ ਰਹੇ ਆ। ਦੇਖੋ ਮੈਂ ਇਹ ਨਹੀਂ ਕਹਿੰਦਾ ਮੈਂ ਪਰਿਵਾਰਵਾਦ ਦੇ ਹੱਕ 'ਚ ਆ, ਨਾ ਸਾਡੀ ਪਾਰਟੀ ਇਹ ਕਹਿੰਦੀ ਆ, ਪਰ ਕਾਂਗਰਸ ਪਾਰਟੀ ਵਾਂਗੂ ਬਾਰ-ਬਾਰ ਇਹ ਕਹਿਣਾ ਵਨ ਫੈਮਿਲੀ ਵਨ ਟਿਕਟ, ਅਸੀਂ ਭਾਈ ਭਤੀਜਾਵਾਦ ਨਹੀਂ ਚੱਲੂਗਾ, ਢਕੋਸਲੇ ਕਰਨੇ, ਝੂਠ ਬੋਲਣਾ ਤੇ ਉਸ ਤੋਂ ਬਾਅਦ ਟਿਕਟਾਂ ਦੇਣੀਆਂ। ਭਾਈ ਭਤੀਜਾਵਾਦ ਤਾਂ ਛੱਡ ਕੇ ਇੱਥੇ ਤਾਂ ਸੱਸ ਤੇ ਜਵਾਈਵਾਦ ਵੀ ਚੱਲ ਪਿਆ ਜੀ। ਚਲੋ ਇਹ ਕਹਿੰਦੇ ਵੀ ਜਵਾਈ ਅਲੱਗ ਆ ਜੀ, ਉਹ ਅਲੱਗ ਫੈਮਿਲੀ ਆ। ਮੈਂ ਤੁਹਾਨੂੰ ਕਹੂੰਗਾ ਵੀ ਜਿਹੜਾ ਭਾਣਜਾ ਹੈ ਸਮਿਤ ਸਿੰਘ ਅਮਰਗੜ੍ਹ ਤੋਂ ਟਿਕਟ ਮਿਲੀ ਆ, ਸਿੱਧੂ ਸਾਹਿਬ ਦਾ ਭਤੀਜਾ ਆ ਭਾਣਜਾ, ਉਹਦਾ ਕੀ ਉਹਦਾ ਡੈਡੀਕੇਸ਼ਨ ਅਮਰਗੜ੍ਹ ਵਾਸਤੇ। ਫਿਰ ਐਮਪੀ ਨੇ ਅਮਰ ਸਿੰਘ ਰਾਏ ਆਪਣੇ ਫਤਿਹਗੜ੍ਹ ਸਾਹਿਬ ਹਲਕੇ ਦੇ, ਉਹਨਾਂ ਦੇ ਬੇਟੇ ਨੂੰ ਰਾਏਕੋਟ ਤੋਂ ਐਮਐਲਏ ਟਿਕਟ ਦਿੱਤੀ। ਇਹ ਕਿੱਥੋਂ ਦਾ ਕ੍ਰਾਈਟੇਰੀਆ ਵਾ? ਵਿਕਰਮ ਚੌਧਰੀ ਉਹਨਾਂ ਦੇ ਫਾਦਰ ਐਮਪੀ ਨੇ, ਉਹਨਾਂ ਨੂੰ ਫਲੋਰ ਤੋਂ ਟਿਕਟ ਦੇ ਦਿੱਤੀ। ਇਹ ਕਿੱਥੋਂ ਦਾ ਕ੍ਰਾਈਟੇਰੀਆ ਬਣਿਆ ਗਿਆ? ਸੋ ਆਪਦੇ ਹਿਸਾਬ ਨਾਲ ਜਿੱਥੇ ਉਹਨਾਂ ਨੂੰ ਸੈਟਿੰਗ ਆਉਂਦੀ ਹੈ ਉੱਥੇ ਟਿਕਟ ਦੇ ਦਿੱਤੀ ਜਾਂਦੀ ਹੈ, ਉੱਥੇ ਕਹਿ ਦਿੱਤਾ ਜਾਂਦਾ ਵਾ ਵੀ ਇਹ ਵਿਨੇਬਿਲਿਟੀ ਦੇਖੀ ਗਈ ਆ। ਤੇ ਜਿੱਥੇ ਉਹਨਾਂ ਨੂੰ ਪਤਾ ਵੀ ਪਰਿਵਾਰ ਵੱਲੋਂ ਕੋਈ ਨਾ ਕੋਈ ਰੌਲਾ ਪਊਗਾ ਜਾਂ ਬਗਾਵਤ ਹੋਊਗੀ, ਉੱਥੇ ਉਹਨਾਂ ਨੂੰ ਐਡਜਸਟ ਕਰਨ ਵਾਸਤੇ ਆਪਦੇ ਖੇਮੇ 'ਚ ਲਿਆਉਣ ਵਾਸਤੇ ਟਿਕਟ ਦਿੱਤੀ ਜਾਂਦੀ ਹੈ। ਜਿਵੇਂ ਕਿ ਧਮਾਨ ਸਾਹਿਬ ਦੇ ਬੇਟੇ ਨੂੰ ਅਮਰਗੜ੍ਹ ਤੋਂ ਕੱਟ ਕੇ ਇੱਧਰ ਲੈ ਆਂਦਾ, ਉਹਨਾਂ ਨੂੰ ਦਾਮਨ ਬਾਜਵਾ ਦੇ ਜਗ੍ਹਾ ਤੇ ਟਿਕਟ ਦਿੱਤੀ ਗਈ ਹੈ। ਮੈਂ ਕਹਿੰਦਾ ਜਿਵੇਂ ਉਹਨਾਂ ਦੀ ਪਾਰਟੀ ਦਾ ਇੰਟਰਨਲ ਮੈਟਰ, ਸਾਨੂੰ ਅਸੀਂ ਕੋਈ ਲੈਣਾ ਦੇਣਾ ਨਹੀਂ, ਪਰ ਜਦੋਂ ਪ੍ਰੈਸ ਕਾਨਫਰੰਸਾਂ ਕਰਕੇ ਇੱਕ ਝੂਠ ਬੋਲਦੇ ਆ, ਢਕੋਸਲਾ ਕਰਦੇ ਆ ਵੀ ਕੋਈ ਭਾਈ ਭਤੀਜਾਵਾਦ ਨਹੀਂ, ਕੋਈ ਇੱਥੇ ਟੈਚੀ ਨਹੀਂ ਚੱਲਣਗੇ। ਨਵਜੋਤ ਸਿੰਘ ਸਿੱਧੂ ਜਦੋਂ ਇਹ ਗੱਲਾਂ ਕਹਿੰਦੇ ਆ ਤੇ ਕੋਈ ਇੱਥੇ ਕਰਪਟ ਬੰਦੇ ਨੂੰ ਟਿਕਟ ਨਹੀਂ ਮਿਲੂਗੀ। ਫਿਰ ਜਲਾਲਪੁਰ ਵਾਲੇ ਐਮਐਲਏ ਜਿਨ੍ਹਾਂ ਤੇ ਐਡੇ ਵੱਡੇ ਵੱਡੇ ਬਲੇਮ ਲੱਗੇ ਆ, ਉਦਾਂ ਦੇ ਬੰਦੇ ਨੂੰ ਜਾ ਕੇ ਕਹਿਣਾ ਇਹ ਤੇਰੀ ਇਲੈਕਸ਼ਨ ਨਹੀਂ, ਮੇਰੀ ਇਲੈਕਸ਼ਨ ਹੈ, ਨਵਜੋਤ ਸਿੰਘ ਸਿੱਧੂ ਦੀ ਇਲੈਕਸ਼ਨ ਆ। ਤੇ ਉਹ ਸੋ ਇਹ ਲੋਕ ਦੇਖਦੇ ਆ, ਦੁਨੀਆ ਦੇਖਦੀ ਆ, ਪ੍ਰੈਸ ਦੇਖਦੀ ਆ, ਦੁਨੀਆ ਬੜੀ ਸਿਆਣੀ ਆ। ਨਵਜੋਤ ਸਿੰਘ ਸਿੱਧੂ ਨੂੰ ਮੈਂ ਬਾਰ-ਬਾਰ ਇਹ ਕਹਿਣਾ ਚਾਹੂੰਗਾ, ਕਿੰਨੇ ਸਾਲਾਂ ਤੋਂ 10 ਸਾਲ ਅਕਾਲੀ ਦਲ ਦੀ ਸਰਕਾਰ ਦੇ, 5 ਸਾਲ ਹੁਣ 15 ਸਾਲ ਤੋਂ ਲਗਾਤਾਰ ਉਹ ਪਾਵਰ 'ਚ ਨੇ। ਤੁਸੀਂ ਇਹ ਦੇਖੋ, ਮੈਂ ਤੁਹਾਡੇ ਚੈਨਲਾਂ 'ਚ ਕਈ ਦੇਖੇ ਵੀ ਕਈ ਪਿੰਡਾਂ ਦੇ ਸਰਪੰਚ ਹੁੰਦੇ, ਸਿਰਫ ਉਹ ਪਿੰਡਾਂ ਦੀ ਨੁਹਾਰ ਬਦਲ ਦਿੰਦੇ ਆ ਤੇ ਵੱਡੇ ਵੱਡੇ ਚੈਨਲ ਵਾਲੇ ਸੱਦ ਕੇ ਉਹਨਾਂ ਨੂੰ ਸਨਮਾਨ ਕਰਦੇ ਆ। ਤੁਸੀਂ ਐਮਪੀ ਵੀ ਰਹਿ ਲਏ, ਐਮਐਲਏ ਵੀ ਰਹਿ ਲਏ, ਮੰਤਰੀ ਵੀ ਲੈ ਲਏ। ਤੁਸੀਂ ਕਿਹੜਾ ਅੰਮ੍ਰਿਤਸਰ 'ਚ ਇਹੋ ਜਿਹਾ ਮਾਡਲ ਪੇਸ਼ ਕੀਤਾ ਜੋ ਅੱਜ ਤੁਸੀਂ ਪੰਜਾਬ ਮਾਡਲ ਦੀ ਦੁਹਾਈ ਦੇ ਰਹੇ ਹੋ ਵੀ ਮੈਨੂੰ ਪਾਵਰ 'ਚ ਦਿਓ? ਤੁਸੀਂ ਪਾਵਰ 'ਚ ਹੈਗੇ ਆਲਰੇਡੀ, ਪਿਛਲੇ 5 ਸਾਲ ਵੀ ਰਹੇ, ਉਸ ਤੋਂ ਪਹਿਲਾਂ ਵੀ ਰਹੇ ਹੋ। ਸੋ ਸਟੇਟਮੈਂਟਾਂ ਦੇਣੀਆਂ ਇੱਕ ਗੱਲ ਡਿਫਰੈਂਟ ਹੁੰਦੀ ਹੈ, ਪਰ ਕੰਮ ਕਰਕੇ ਦਿਖਾਉਣਾ, ਗਰਾਊਂਡ ਦੇ ਵਿੱਚ ਕਰਕੇ ਦਿਖਾਉਣਾ, ਉਹਦਾ ਬਹੁਤ ਫਰਕ ਹੁੰਦਾ, ਜੋ ਕਾਂਗਰਸ ਨੇ ਕਦੇ ਅੱਜ ਤੱਕ ਕੀਤਾ ਨਹੀਂ। ਜੀ ਤੁਹਾਡਾ ਜਵਾਬ ਅਭਿਨਵ ਕੋਹਲੀ ਦੇਣਾ ਚਾਹੁੰਦੇ ਨੇ, ਪਰ ਉਸ ਤੋਂ ਪਹਿਲਾਂ ਮੈਂ ਇਹੀ ਸਵਾਲ ਪਹਿਲਾਂ ਜਿਹੜਾ ਆਮ ਆਦਮੀ ਪਾਰਟੀ ਦੇ ਰਮਨ ਚੰਦੀ ਜੀ ਉਹਨਾਂ ਤੋਂ ਵੀ ਪੁੱਛ ਲਵਾਂ ਕਿ ਪਰਿਵਾਰਵਾਦ ਬਾਰੇ, ਕਿਉਂਕਿ ਹਜੇ ਤਾਂ ਚਲੋ ਆਮ ਆਦਮੀ ਪਾਰਟੀ 'ਚ ਬਹੁਤਾ ਇੰਨਾ ਐਕਸਪੀਰੀਅੰਸ ਨਹੀਂ ਹੋਇਆ, ਬਹੁਤਾ ਟਾਈਮ ਉਹਨਾਂ ਨੇ ਨਹੀਂ ਹੰਢਾਇਆ ਪੰਜਾਬ ਦੇ ਵਿੱਚ, ਪਰ ਤੁਹਾਡਾ ਪਰਿਵਾਰਵਾਦ ਦੇ ਉੱਪਰ ਤੁਹਾਡਾ ਵਿਊ ਪੁਆਇੰਟ ਕੀ ਹੈ ਰਮਨ ਜੀ? ਦੇਖੋ ਮੋਹਿਤ ਜੀ, ਮੈਂ ਗੱਲ 2 ਸ਼ਬਦਾਂ ਤੋਂ ਸ਼ੁਰੂ ਕਰੂੰਗਾ ਕਿ ਹਮੇਸ਼ਾ ਹੀ ਸਿਆਸਤ ਵਿੱਚ ਜਾਂ ਆਪਣੇ ਸਮਾਜ ਦੇ ਅੰਦਰ ਸਮਾਂ ਔਰ ਸਥਿਤੀ ਜਿੱਤ ਉਹਦੀ ਹੁੰਦੀ ਹੈ, ਇਨਸਾਨ ਉਹਨੂੰ ਆਪਣੀ ਸਮਝ ਲੈਂਦਾ ਕਿ ਮੇਰੀ ਜਿੱਤ ਹੈ। ਸੋ ਉਹੀ ਗੱਲ ਪਰਿਵਾਰਵਾਦ ਦੀ ਇੱਥੇ ਆ ਗਈ ਕਿ ਗੱਲਾਂ ਸਿਆਸਤ 'ਚ ਮਾਈਕ ਤੇ ਸਟੇਜਾਂ ਤੇ ਕਹਿਣ ਨੂੰ, ਚਾਹੇ ਨਵਜੋਤ ਸਿੱਧੂ ਜੀ ਦੇ ਬਿਆਨ ਚੱਕ ਲਓ, ਚਾਹੇ ਚੰਨੀ ਜੀ ਦੇ ਚੱਕ ਲਓ, ਚਾਹੇ ਆਪਣੇ ਇਹਨਾਂ ਦੇ ਪ੍ਰਿਯੰਕਾ ਗਾਂਧੀ ਜੀ ਦੇ ਚੱਕ ਲਓ, ਔਰਤਾਂ ਨੂੰ ਲੈ ਕੇ। ਕੱਲ ਮੈਂ ਬਿੱਟੀ ਜੀ ਦਾ ਬਿਆਨ ਦੇਖ ਰਿਹਾ ਸੀ ਕਿ ਇਹ ਤਾਂ ਔਰਤਾਂ ਨੂੰ ਲੈ ਕੇ ਕਿੰਨਾ ਵੱਖ-ਵੱਖ ਡੀਂਗਾ ਪੜਦੇ ਆ ਕਾਂਗਰਸ, ਲੇਕਿਨ ਪੰਜਾਬ ਦੇ ਵਿੱਚ 40% ਨੂੰ ਲੈ ਕੇ ਡੀਂਗਾ ਪੜਦੇ ਜੀ। ਕੀ ਦਿੱਤਾ ਕੇਜਰੀਵਾਲ ਜੀ ਨੇ, ਕੀ ਦਿੱਤਾ ਦੂਜੀਆਂ ਪਾਰਟੀ ਨੇ? ਔਰਤ ਦਾ ਰਾਖਵਾਂਕਰਨ ਕੀਤਾ ਤਾਂ ਕਾਂਗਰਸ ਨੇ ਕੀਤਾ ਸੀਟਾਂ ਨੂੰ ਲੈ ਕੇ। ਆਹ ਦੇਖ ਲਓ ਕਿੰਨੀਆਂ ਸੀਟਾਂ ਦਿੱਤੀਆਂ ਨੇ। ਅਸੀਂ ਤਾਂ ਕਿਹਾ ਨਹੀਂ ਆਪਣੀ ਪਾਰਟੀ ਵੱਲੋਂ ਵੀ ਅਸੀਂ ਔਰਤਾਂ ਨੂੰ ਇੰਨੀਆਂ ਦੇਵਾਂਗੇ, ਮਾਨ ਸਨਮਾਨ ਉਹਨਾਂ ਹੀ ਹੈ, ਲੇਕਿਨ ਆਪਾਂ ਪੰਜਾਬ ਦੇ ਲੋਕਾਂ ਨੂੰ, ਪੰਜਾਬ ਦੀਆਂ ਔਰਤਾਂ ਨੂੰ ਕਿਉਂ, ਤੁਹਾਨੂੰ ਪਤਾ ਹੈ ਕਿ ਵੀ ਇਹ ਜਜ਼ਬਾਤੀ ਲੋਕ ਨੇ ਪੰਜਾਬ ਦੇ, ਆਪਾਂ ਕਿਉਂ ਝੂਠ ਬੋਲ ਕੇ ਕ੍ਰੈਡਿਟ ਲੈਣ ਦੀ ਕੋਸ਼ਿਸ਼ ਕਰਦੇ ਆ? ਸੋ ਕਹਿਣ ਦਾ ਮੇਰਾ ਮਤਲਬ ਇਹ ਹੈ ਕਿ ਨਾਮ ਸਾਰਿਆਂ ਨੇ ਲੈ ਦਿੱਤੇ ਨੇ, ਮੈਂ ਬਾਰ-ਬਾਰ ਨਾਮ ਲੈ ਕੇ ਟਾਈਮ ਆਪਣਾ ਵੇਸਟ ਨਹੀਂ ਕਰਨਾ। ਪੰਜਾਬ ਦੇ ਲੋਕ ਇਹਨਾਂ ਦੇ ਚੁਟਕਲਿਆਂ ਨੂੰ ਸਮਝ ਚੁੱਕੇ ਨੇ। ਸਿੱਧੂ ਸਾਹਿਬ ਸਿਰਫ 15 ਸਾਲਾਂ 'ਚ ਇੱਕੋ ਹੀ ਗੱਲ ਨੂੰ ਲੈ ਕੇ ਮਸ਼ਹੂਰ ਹੋਏ ਨੇ, ਉਹ ਚੁਟਕਲੇਬਾਜ਼ ਨੇ, ਉਹ ਸ਼ੇਰੋ ਸ਼ਾਇਰੀ ਕਰਨ ਦੇ ਯੋਗ ਨੇ ਸਟੇਜਾਂ ਤੇ, ਹੋਰ ਕੁਝ ਨਹੀਂ ਕਰ ਸਕਦੇ, ਨਾ ਕੋਈ ਉਹ ਪੰਜਾਬ ਦਾ ਮੈਪ ਦੇ ਸਕਦੇ ਨੇ। ਮੈਂ ਤਾਂ ਇੱਕੋ ਹੀ ਗੱਲ ਪੁੱਛਦਾ ਬਾਰ-ਬਾਰ ਵੀ ਨਵਜੋਤ ਸਿੰਘ ਸਿੱਧੂ ਦੀ ਦੇਣ ਕੀ ਹੈ ਪੰਜਾਬ ਨੂੰ? ਸਿਆਸਤ ਦੇ ਵਿੱਚੋਂ ਨਵੇਂ ਨਹੀਂ ਹੈਗੇ,
ਸਿਆਸਤ ਦੇ ਵਿੱਚ ਉਹਨਾਂ ਨੂੰ ਦੇਖੋ 10 ਸਾਲ ਉਹਨਾਂ ਨੇ ਕਾਂਗਰਸ ਔਰ ਅਕਾਲੀ ਦਲ ਆਪਣੇ ਅਕਾਲੀ ਦਲ ਭਾਜਪਾ ਚਲਾਏ, ਭਾਜਪਾ ਦੇ ਲੋਕ ਸਭਾ ਮੈਂਬਰ ਵੀ ਰਹੇ, ਰਾਜ ਸਭਾ ਮੈਂਬਰ ਵੀ ਰਹੇ ਔਰ ਵਿਧਾਇਕ ਵੀ ਰਹੇ, ਕਾਂਗਰਸ ਚ ਮੰਤਰੀ ਵੀ ਰਹੇ। ਸੋ ਕਹਿਣ ਦਾ ਇਹ ਮਤਲਬ ਤਾਂ ਇੱਕੋ ਹੀ ਆ ਜਾਂਦਾ ਕਿ ਲੋਕਾਂ ਨੂੰ ਲੋਕ ਲੁਭਾਵਣ ਗੱਲਾਂ ਜਿੰਨੀਆਂ ਮਰਜ਼ੀ ਇਹਨਾਂ ਕੋਲ ਸੁਣ ਲਓ, ਲੇਕਿਨ ਗ੍ਰਾਸ ਰੂਟ ਤੇ ਕੰਮ ਜੇ ਤੁਸੀਂ ਇਹਨਾਂ ਦਾ ਦੇਖੋਗੇ ਤਾਂ ਉਹ ਜ਼ੀਰੋ ਹੈ। ਲੋਕ ਇਹਨਾਂ ਦੀਆਂ ਹੀ ਗੱਲਾਂ ਦੇ ਵਿੱਚੋਂ ਕੱਢ ਗੱਲਾਂ ਮਾਰਦੇ ਨੇ ਕਿ ਅਸੀਂ ਹੁਣ ਉਹਨਾਂ ਨੂੰ ਪਹਿਚਾਣ ਚੁੱਕੇ ਆ, ਆਉਣ ਦਿਓ 20 ਫਰਵਰੀ ਅਸੀਂ ਉਹਨਾਂ ਨੂੰ ਬਟਨ ਦਬਾ ਕੇ ਰਿਜ਼ਲਟ ਦਾ ਮਤਲਬ ਦੱਸ ਦੇਣਾ ਕਿ ਰਿਜ਼ਲਟ ਕੀ ਹੁੰਦਾ। ਜੀ ਅਭਿਨਵ ਜੀ, ਵਾਕਈ ਜਿਹੜੀਆਂ ਗੱਲਾਂ ਨੇ ਦੋਨੋਂ ਪਾਰਟੀਆਂ ਨੇ ਇੱਕ ਸਵਾਲ ਜਿਹੜਾ ਪੁੱਛਿਆ ਬਿਲਕੁਲ ਜਾਇਜ਼ ਦਾ ਪੁੱਛਿਆ, ਕਿਉਂਕਿ ਲੋਕ ਵੀ ਚਾਹੁੰਦੇ ਨੇ ਕਿ ਜੇ 15 ਸਾਲ ਤੋਂ ਵੱਧ ਸਮਾਂ ਜਾਂ 15 ਸਾਲ ਵੀ ਬਹੁਤ ਵੱਡਾ ਸਮਾਂ ਹੁੰਦਾ ਹੈ ਕਿ ਜੇ ਬੰਦਾ ਕੋਈ ਪਾਵਰ ਵਿੱਚ ਹੈ ਤੇ ਕੀ ਵੱਖਰਾ ਸੁਧਾਰ ਆ, ਕੀ ਵੱਖਰਾ ਜਿਹੜੀ ਦੇਣ ਹੈ ਪੰਜਾਬ ਨੂੰ ਹੈ। ਠੀਕ ਜਿਹੜੇ ਮੁੱਦੇ ਚੱਕੇ ਲੋਕ ਪਿੱਛੇ ਲੱਗ ਵੀ ਗਏ, ਲੋਕਾਂ ਨੇ ਥੋੜਾ ਸਾਥ ਹੀ ਦਿੱਤਾ ਸਿੱਧੂ ਸਾਹਿਬ ਹੁਣਾਂ ਦਾ, ਪਰ ਫਿਰ ਵੀ ਗਰਾਊਂਡ ਤੇ ਉਹ ਚੀਜ਼ ਦੀ ਤਬਦੀਲੀ ਨਹੀਂ ਦਿਖੀ। ਭਾਵੇਂ ਉਹ ਤੁਸੀਂ ਕਹਿ ਲਓ ਕਿ ਉਦੋਂ ਆਪੋਜ਼ਿਟ ਮਾਈਂਡ ਸੀਗੇ ਜਦੋਂ ਅਕਾਲੀ ਦਲ ਦੇ ਨਾਲ ਸੀਗੇ, ਬਟ ਫਿਰ ਵੀ ਕੁਝ ਤਾਂ ਪਾਵਰ ਐਮਐਲਏ ਦੀ ਵੀ ਹੁੰਦੀ ਹੈ, ਕੁਝ ਤਾਂ ਪਾਵਰ ਐਮਪੀ ਸਾਹਿਬ ਦੀ ਵੀ ਹੁੰਦੀ ਹੈ। ਕੀ ਦਿੱਤਾ ਅਜਿਹਾ ਪੰਜਾਬ ਨੂੰ ਜਿਹਦੇ ਪੰਜਾਬ ਮਾਡਲ ਦੀ ਗੱਲ ਕਰਦੇ ਨੇ? ਸਵਾਲ ਲੋਕਾਂ ਦਾ ਵੀ ਨੇ, ਓਪੋਜੀਸ਼ਨ ਵੀ ਪੁੱਛ ਰਹੀ ਹੈ, ਤੇ ਉਸ ਤੋਂ ਇਲਾਵਾ ਤੁਸੀਂ ਜਵਾਬ ਵੀ ਦੇਣਾ ਚਾਹੁੰਦੇ ਸੀਗੇ ਅਕਾਲੀ ਦਲ ਦਾ, ਕੀ ਦਿੰਦੇ ਹੋ ਜਵਾਬ? ਮੈਂ ਜੀ ਪ੍ਰਭਜੋਤ ਜੀ ਦੀ ਗੱਲ ਦਾ ਇੱਕ ਜਵਾਬ ਦੇਣਾ ਚਾਹੂੰਗਾ। ਇਹ ਨੈਪੋਟਿਜ਼ਮ ਦੀ ਗੱਲ ਕਰਦੇ, ਪਰਿਵਾਰਵਾਦ ਦੀ। ਵਿਕਰਮ ਮਜੀਠੀਆ ਦਾ ਕ੍ਰਾਈਟੇਰੀਆ ਰਿਹਾ ਜੀ ਸਰਕਾਰ ਦੇ ਵਿੱਚ, ਉਹ ਪਹਿਲੀ ਵਾਰ ਐਮਐਲਏ ਬਣੇ 2007 ਤੋਂ ਲੈ ਕੇ 12 ਤੱਕ। ਸਾਇੰਸ ਐਂਡ ਟੈਕਨੋਲੋਜੀ ਦਾ ਡਿਪਾਰਟਮੈਂਟ ਵੀ ਉਹਨਾਂ ਕੋਲ ਸੀਗਾ। ਮੈਨੂੰ ਇਹ ਦੱਸ ਦਿਓ ਉਹਨਾਂ ਦੀ ਐਜੂਕੇਸ਼ਨ ਕੀ ਹੈ, ਕੀ ਇਸ ਫੀਲਡ ਦੀ ਉਹਨਾਂ ਦੀ ਐਜੂਕੇਸ਼ਨ ਸੀਗੀ, ਉਹਨਾਂ ਦਾ ਕਿਆ ਕ੍ਰਾਈਟੇਰੀਆ ਸੀਗਾ। ਮੈਂ ਕਹਿੰਦਾ ਕਿ ਉਹਨਾਂ ਤੇ ਜਿੰਨੇ ਆਰੋਪ ਲੱਗਦੇ ਆ ਸਭ ਝੂਠੇ ਆ। ਆਪਾਂ ਮੰਨ ਲਈਏ ਫੋਰ ਇੰਸਟੈਂਸ, ਆਪਾਂ ਮੰਨ ਲਈਏ ਉਹਨਾਂ ਦਾ, ਤੁਸੀਂ ਇਹ ਦੱਸੋ ਅਚੀਵਮੈਂਟ ਕੀ ਹੈ ਕਿ ਉਹਨਾਂ ਦੀ ਫੋਟੋਆਂ ਲਾ ਕੇ ਉਹਨਾਂ ਨੂੰ ਮਾਝੇ ਦਾ ਜਰਨੈਲ ਕਿਹਾ ਜਾਂਦਾ ਸਿਰਫ ਇਸ ਵਾਸਤੇ ਵੀ ਇੱਕ ਸਰਟਨ ਫੈਮਿਲੀ ਦੇ ਰਿਸ਼ਤੇਦਾਰ ਹੈ। ਇਹਨਾਂ ਨੇ ਪਰਿਵਾਰਵਾਦ ਦੀ ਗੱਲ ਕੀਤੀ, ਮੈਂ ਉਹਦਾ ਜਵਾਬ ਦਿੱਤਾ। ਮੈਂ ਇਹਨਾਂ ਦੀ ਗੱਲ 'ਚ ਪਹਿਲਾਂ ਤੁਸੀਂ ਮੈਨੂੰ ਸਵਾਲ ਪੁੱਛੇ ਸੀ, ਮੈਂ ਕਾਂਗਰਸ ਪਾਰਟੀ ਦਾ ਪੱਖ ਰੱਖਿਆ ਸੀ, ਮੈਂ ਕਿਸੇ ਹੋਰ ਪਾਰਟੀ ਵੱਲ ਨਹੀਂ ਉਂਗਲ ਕੀਤੀ ਸੀਗੀ। ਮੈਂ ਇਹਨਾਂ ਦੀ ਗੱਲ ਦਾ ਜਵਾਬ ਦਿੱਤਾ ਕਿ ਵਿਕਰਮ ਮਜੀਠੀਆ ਦੀ ਕੋਈ ਅਚੀਵਮੈਂਟ ਨਹੀਂ ਹੈਗੀ, ਨਾ ਕੈਰੋਂ ਪਰਿਵਾਰ ਦੀ ਐਕਸਟੈਂਡਡ ਫੈਮਿਲੀ ਜਿਹੜੀ ਹੈ ਉਹਨਾਂ ਦੀ ਕੋਈ ਅਚੀਵਮੈਂਟ ਸੀਗੀ। ਸੋ ਆਪਾਂ ਇਹ ਗੱਲਾਂ 'ਚ ਨਾ ਪਈਏ। ਦੂਜੀ ਗੱਲ ਤੁਸੀਂ ਪੁੱਛਿਆ ਕਿ ਪੰਜਾਬ ਨੂੰ ਉਹਨਾਂ ਦੀ ਦੇਣ ਕੀ ਹੈ। ਸਰ ਪਹਿਲੀ ਗੱਲ ਕਿ ਜਦੋਂ ਤੁਸੀਂ ਜਿੰਨਾ ਟਾਈਮ ਤੱਕ ਕੋਈ ਡਿਸੀਜਨ ਲੈਣ ਦੀ ਪੋਜੀਸ਼ਨ 'ਚ ਨਹੀਂ ਆਉਂਦੇ, ਤੁਸੀਂ ਇਹ ਦੱਸੋ ਉਹਨੂੰ ਆਪਾਂ ਪਾਲਿਸੀ ਨੂੰ ਲੋਕਾਂ ਦੇ ਵਿੱਚ ਕਿਵੇਂ ਲੈ ਕੇ ਆਵਾਂਗੇ। ਪਾਲਿਸੀ ਬਣਾਉਣ ਵਾਸਤੇ ਤੁਹਾਨੂੰ ਉਸ ਪੋਜੀਸ਼ਨ ਤੇ ਰਹਿਣਾ ਪੈਂਦਾ ਹੈ। ਲਾਸਟ ਟਾਈਮ ਉਹ ਲੋਕਲ ਗਵਰਨਮੈਂਟ ਦੇ ਮੰਤਰੀ ਸੀਗੇ ਸਿੱਧੂ ਸਾਹਿਬ, ਜਦੋਂ ਲੋਕਲ ਗਵਰਨਮੈਂਟ ਦੇ ਮੰਤਰੀ ਰਹੇ ਉਹਨਾਂ ਨੇ ਸਾਰਾ ਜਿਹੜਾ ਰੈਵਨਿਊ ਸਿਸਟਮ ਹੈ ਉਹਨਾਂ ਨੂੰ ਇੰਟਰਨੈਟ ਤੇ ਲੈ ਕੇ ਆਏ, ਆਨਲਾਈਨ ਕੀਤਾ ਉਹਨੂੰ। ਉਸ ਤੋਂ ਬਾਅਦ ਚਲੋ ਸਾਡੀ ਪਾਰਟੀ ਦਾ ਇੰਟਰਨਲ ਮੈਟਰ ਸੀਗਾ, ਪੋਰਟਫੋਲੀਓ ਉਹਨਾਂ ਤੋਂ ਲੈ ਲਿੱਤਾ ਗਿਆ, ਉਸ ਤੋਂ ਬਾਅਦ ਜੋ ਹੋਇਆ ਸਭ ਨੂੰ ਪਤਾ ਹੈ। ਸੋ ਮੈਂ ਇਹ ਗੱਲ ਕਹਿਣਾ ਕਿ ਉਹ ਕਦੇ ਵੀ ਇਸ ਕੀ ਪੋਜੀਸ਼ਨ ਤੇ ਨਹੀਂ ਰਹੇ ਕਿ ਉਹਨਾਂ ਕੋਲ ਕੋਈ ਡਿਸੀਜਨ ਲੈਣ ਦੀ ਤਾਕਤ ਰਹੀ ਹੋਵੇ। ਮੈਂਬਰ ਪਾਰਲੀਮੈਂਟ ਦੀ ਗੱਲ ਕਰਦੇ, ਤੁਸੀਂ ਇਹ ਦੱਸੋ ਮੈਂਬਰ ਪਾਰਲੀਮੈਂਟ ਅਗਰ ਤੁਸੀਂ ਗੱਲ ਕਰਨੀ ਹੈ ਤਾਂ ਤੁਸੀਂ ਉਹਨਾਂ ਦੇ ਐਮਪੀ ਲੈਡ ਫੰਡਸ ਦੀ ਜੋ ਹਿਸਟਰੀ ਹੈ ਜਾਂ ਉਹਨਾਂ ਦੀ ਅਟੈਂਡੈਂਸ ਹੈ ਤੁਸੀਂ ਉਹ ਚੱਕ ਕੇ ਦੇਖ ਲਵੋ। ਅਗਰ ਆਪਾਂ ਕਹਿੰਦੇ ਆ ਕਿ ਉਹਨਾਂ ਨੇ ਡਿਸੀਜਨ ਕੀ ਲਏ ਲੋਕਾਂ ਵਾਸਤੇ, ਤੁਸੀਂ ਉਸ ਪੋਜੀਸ਼ਨ ਦੇ ਵਿੱਚ ਜਦੋਂ ਤੱਕ ਨਹੀਂ ਆਓਗੇ ਤੁਸੀਂ ਕੀ ਮਤਲਬ ਮੈਂ ਤੁਹਾਡੇ ਅੱਗੇ ਪੇਸ਼ ਕੀ ਕਰੂੰਗਾ। ਹਾਂ, ਉਹਨਾਂ ਕੋਲ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਪ੍ਰਧਾਨਗੀ ਸੀਗੀ, ਉਹ ਉਹਨਾਂ ਨੇ ਵਧੀਆ ਤਰੀਕੇ ਨਾਲ ਚਲਾਈ ਹੈ। 111 ਦਿਨ ਦੀ ਸਰਕਾਰ ਸੀਗੀ, ਉਹ ਬਹੁਤ ਵਧੀਆ ਤਰੀਕੇ ਨਾਲ ਚੱਲੀ ਹੈ। ਸੋ ਮੇਰੇ ਹਿਸਾਬ ਨਾਲ ਇਹ ਅਚੀਵਮੈਂਟ ਕਾਫੀ ਹੈ ਨਵਜੋਤ ਸਿੱਧੂ ਨੂੰ ਪ੍ਰੈਜ਼ੈਂਟ ਕਰਨ ਵਾਸਤੇ। ਜੀ, ਇਸ ਤੋਂ ਇਲਾਵਾ ਇੱਕ ਹੋਰ ਸਵਾਲ ਮੈਂ ਕੁਲ ਸਾਹਿਬ ਤੁਹਾਡੇ ਕੋਲ ਹੀ ਐਡ ਕਰ ਲਵਾਂਗਾ। ਜਿੱਥੇ ਆਪਾਂ ਚਲੋ ਤੁਸੀਂ ਕਹਿ ਰਹੇ ਹੋ ਕਿ ਇੰਟਰਨਲ ਸਰਵੇ ਹੁੰਦੇ ਨੇ ਉਹਦੇ ਹਿਸਾਬ ਨਾਲ ਟਿਕਟ ਵੰਡੀ ਜਾਂਦੀ ਹੈ, ਬਟ ਫਿਰ ਵੀ ਇੱਕ ਪਰਸਨ ਤੁਹਾਡੇ ਆਪਣੇ ਜਿਹੜੇ ਮੌਜੂਦਾ ਜਿਹੜੇ ਸੀਐਮ ਸਾਹਿਬ ਨੇ ਉਹ 2 ਥਾਵਾਂ ਤੋਂ ਲੜਨ ਦੀ ਗੱਲ ਕਰਦੇ ਨੇ, ਚਮਕੌਰ ਸਾਹਿਬ ਤੇ ਆਦਮਪੁਰ ਤੋਂ। ਉਸ ਤੇ ਆਲਰੇਡੀ ਉੱਥੋਂ ਦੇ ਵੀ ਜਿਹੜੇ ਕਹਿ ਲਈਏ ਕਾਰਜਕਰਤਾ ਨੇ ਜਿਹਨਾਂ ਨੇ ਕਾਫੀ ਸਾਲ ਹੰਡਾਇਆ ਹੁੰਦਾ ਹੈ ਪਾਰਟੀ ਦੇ ਵਿੱਚ, ਬਹੁਤ ਹੈਲਪ ਕਰਦੇ ਨੇ, ਹਰ ਜਗ੍ਹਾ ਦੇ ਵਿੱਚ ਮੌਜੂਦ ਰਹਿੰਦੇ ਨੇ, ਉੱਥੇ ਲੋਕਾਂ ਦੀ ਨਾਰਾਜ਼ਗੀ ਸਾਹਮਣੇ ਆ ਰਹੀ ਹੈ। ਜਿਵੇਂ ਹੁਣੇ ਚੰਦੀ ਸਾਹਿਬ ਬਣਾ ਨੇ ਪਿੱਟੀ ਜੀ ਦਾ ਨਾਮ ਲਿਆ, ਇੱਦਾਂ ਹੋਰ ਵੀ ਕਾਫੀ ਸਾਰੇ ਨਾਮ ਨੇ ਜਿਹਦੇ ਵੀਡੀਓ ਸੋਸ਼ਲ ਮੀਡੀਆ ਤੇ ਕੱਲ ਪਰਸੋਂ ਦੀ ਵਾਇਰਲ ਹੋ ਚੁੱਕੇ ਹਨ, ਜਿੱਥੇ ਦਿਖਾਇਆ ਜਾ ਰਿਹਾ ਕਿ ਟਿਕਟ ਕੱਟਣ ਤੋਂ ਬਾਅਦ ਉਹਨਾਂ 'ਚ ਕਿੰਨਾ ਰੋਸ ਹੈ, ਲੋਕ ਸੜਕਾਂ ਦੇ ਉੱਤਰ ਆਏ ਨੇ, ਕਿਉਂਕਿ ਲੋਕਾਂ ਦਾ ਵੀ ਆਪਸੀ ਇੱਕ ਪਿਆਰ ਹੁੰਦਾ, ਖਿੱਚ ਹੁੰਦਾ। ਸਰਵੇ ਦੀ ਗੱਲ ਚਲੋ ਤੁਸੀਂ ਉਹਦਾ ਆਨਸਰ ਦੇ ਦਿੱਤਾ, ਪਰ ਜਿਵੇਂ ਮੈਂ ਹੁਣ ਕਹਿ ਰਿਹਾ ਕਿ ਕਾਫੀ ਸਾਰੇ ਲੀਡਰ ਨੇ ਕਾਂਗਰਸ 'ਚ ਵੀ ਨੇ ਤੇ ਸ਼ਾਇਦ ਅਕਾਲੀ ਦਲ 'ਚ ਵੀ ਨੇ ਜਿਹੜੇ 2 ਥਾਵਾਂ ਤੋਂ ਲੜਨ ਦੀ ਗੱਲ ਕਰਦੇ ਨੇ ਤੇ ਸ਼ਾਇਦ ਲੜਨਗੇ ਵੀ, ਤੇ ਉੱਥੇ ਜਿਹੜੇ ਆਲਰੇਡੀ ਜਿਹੜੇ ਲੋਕ ਨੇ ਉਹਨਾਂ ਨੂੰ ਨਾਰਾਜ਼ ਕੀਤਾ ਜਾ ਰਿਹਾ ਤੇ ਆਪ ਕਹਿ ਲਓ ਜਾਂ ਫਿਰ ਆਪਣੇ ਆਪ ਤੇ ਬਹੁਤਾ ਘਮੰਡ ਹੈ ਉਹ ਸ਼ਾਇਦ ਗੱਲ ਸਾਹਮਣੇ ਆ ਰਹੀ ਹੈ, ਜਾਂ ਹੋਰ ਕੀ ਰੀਜ਼ਨ ਹੋ ਸਕਦਾ ਕਿ 2 ਥਾਵਾਂ ਤੋਂ ਜਿਹੜੇ ਇਲੈਕਸ਼ਨ ਲੜਨ ਦੀ ਗੱਲ ਹੋ ਰਹੀ ਹੈ। ਕੀ ਕਹਿੰਦੇ ਹੋ ਕੋਹਲੀ ਸਾਹਿਬ? ਸਰ ਆਦਮਪੁਰ ਸੀਟ ਦੁਆਬ ਰੀਜਨ ਦੇ ਵਿੱਚ ਆਉਂਦੀ ਹੈ, ਦੁਆਬ ਰੀਜਨ ਦੇ ਵਿੱਚ ਐਸਸੀ ਭਾਈਚਾਰਾ ਮੈਜੋਰਟੀ ਦੇ ਵਿੱਚ ਹੈ। ਸੋ ਅਗਰ ਇੱਕ ਸੀਐਮ ਫੇਸ ਆਪਣਾ ਕੀ ਕਹਿ ਦਈਏ ਇੱਕ ਕਾਸਟ ਫੈਕਟਰ ਨੂੰ ਲੈ ਕੇ ਉੱਥੇ ਲੜਨ ਜਾਂਦਾ ਹੈ, ਜਿੱਥੇ ਉਹ ਤੁਸੀਂ ਏਰੀਆ ਦੇਖੋਗੇ ਲਗਾਤਾਰ ਉਹ ਕਦੇ ਵੀ ਅਪਲਿਫਟ ਨਹੀਂ ਹੋਇਆ, ਚਾਹੇ ਤੁਸੀਂ ਉਹਨੂੰ ਡਿਵੈਲਪਮੈਂਟ ਦੇ ਮੁੱਦੇ ਤੇ ਦੇਖ ਲਓ, ਐਜੂਕੇਸ਼ਨ ਦੇ ਮੁੱਦੇ ਤੇ ਦੇਖ ਲਓ। ਅਗਰ ਉਸ ਏਰੀਆ ਨੂੰ ਇੱਕ ਸੀਐਮ ਕੈਂਡੀਡੇਟ ਮਿਲਦਾ ਹੈ
ਤਾਂ ਉਹ ਏਰੀਆ ਦੀ ਡਿਵੈਲਪਮੈਂਟ ਜਿਹੜੀ ਹੈ ਉਹ ਜਿਹੜੀ ਪਿਛਲੇ 20-25 ਸਾਲਾਂ ਤੋਂ ਸਪੀਡ ਤੇ ਨਹੀਂ ਹੋ ਰਹੀ, ਉਸ ਤਰੀਕੇ ਨਾਲ ਹੋ ਸਕੇਗੀ। ਸੋ ਇਹ ਵੀ ਬਹੁਤ ਮਤਲਬ ਫੈਕਟਰ ਹੋਣੇ ਆ ਕਿ ਕਿਹੜਾ ਏਰੀਆ ਸੀਐਮ ਵਾਸਤੇ ਸੂਟੇਬਲ ਹੈ, ਕਿਹੜਾ ਨਹੀਂ ਹੈਗਾ। ਸੋ ਇਹਦੇ ਵਿੱਚ ਹੁਣ ਕੀ ਲੋਕਲ ਲੀਡਰਸ਼ਿਪ ਦਾ ਕੀ ਰਿਐਕਸ਼ਨ ਹੈ, ਕੀ ਨਹੀਂ ਹੈਗਾ, ਹੁਣ ਇਸ ਤੇ ਮੈਂ ਬੈਠਾ ਕੀ ਕਮੈਂਟ ਕਰਾਂ। ਪਰ ਦੁਆਬ ਰੀਜਨ ਦੇ ਵਿੱਚ ਤੁਸੀਂ ਦੇਖੋਗੇ, ਦੁਆਬ ਰੀਜਨ ਦੇ ਕਈ ਐਸੇ ਕੰਸਟੀਟੈਂਸੀਜ਼ ਹਨ ਜਿਹੜੇ ਬਹੁਤ ਟਾਈਮ ਤੋਂ ਲਗਾਤਾਰ ਈਵਨ ਤੁਸੀਂ ਫਗਵਾੜਾ ਫਿਲੌਰ ਵੀ ਦੇਖੋਗੇ ਤੇ ਉਹ ਅਗਰ ਤੁਸੀਂ ਇਹਨੂੰ ਕੰਪੇਅਰ ਕਰੋਗੇ ਜਿਹੜੇ ਚੰਡੀਗੜ੍ਹ ਦੇ ਨੀਅਰ ਬਾਈ ਸਿਟੀਜ਼ ਹੈ, ਮੋਹਾਲੀ, ਪਟਿਆਲਾ, ਇਹ ਤੁਸੀਂ ਅਗਰ ਇਹਨਾਂ ਦਾ ਤੁਸੀਂ ਕੰਪੈਰੀਜ਼ਨ ਕਰੋਗੇ ਤਾਂ ਤੁਹਾਨੂੰ ਬਹੁਤ ਥਾਵਾਂ ਤੇ ਬਹੁਤ ਡਿਫਰੈਂਸ ਮਿਲੇਗਾ। ਉਹ ਐਜੂਕੇਸ਼ਨ ਦਾ ਸੈਕਟਰ ਹੈ, ਚਾਹੇ ਉਹ ਇਨਫਰਾਸਟ੍ਰਕਚਰ ਹੈ, ਤੁਹਾਨੂੰ ਬਹੁਤ ਥਾਵਾਂ ਤੇ ਬਹੁਤ ਵੱਡੇ ਡਿਫਰੈਂਸ ਮਿਲਣਗੇ। ਸੋ ਅਗਰ ਸੀਐਮ ਫੇਸਿੰਗ ਉੱਥੇ ਲੜਨ ਜਾਂਦਾ ਹੈ ਤਾਂ ਮੈਨੂੰ ਲੱਗਦਾ ਕਿ ਪੂਰਾ ਇਲਾਕਾ ਅਪਲਿਫਟ ਹੁੰਦਾ ਹੈ। ਜੀ, ਸੇਮ ਸਵਾਲ ਧਾਲੀਵਾਲ ਸਾਹਿਬ ਤੁਹਾਡੇ ਕੋਲ ਵੀ ਪੁੱਛਾਂਗਾ ਕਿ ਮਜੀਠੀਆ ਸਾਹਿਬ ਦਾ ਵੀ ਨਾਮ ਸਾਹਮਣੇ ਆ ਰਿਹਾ ਕਿ ਉਹ ਵੀ ਸ਼ਾਇਦ 2 ਥਾਵਾਂ ਤੋਂ ਲੜਨਗੇ। ਇੱਕ ਤਾਂ ਉਹ ਵੀ ਸਵਾਲ ਐਡ ਕਰਾਂਗੇ, ਇੱਕ ਉਹ ਵੀ ਸਵਾਲ ਹੈ ਵੀ ਇਹ ਕਿ ਵੱਡੇ ਬਾਦਲ ਸਾਹਿਬ ਫਿਰ ਇਸ ਵਾਰ ਲੰਬੀ ਤੋਂ ਲੜਨ ਜਾ ਰਹੇ ਨੇ, ਜਿਸ ਉਮਰ ਦੇ ਪੜਾਅ ਵਿੱਚ ਉਸ ਟਾਈਮ ਪਹੁੰਚ ਚੁੱਕੇ ਨੇ। ਇੱਕ ਐਮਐਲਏ ਦਾ ਗਰਾਊਂਡ ਵਿੱਚ ਜਾਣਾ, ਲੋਕਾਂ ਨੂੰ ਮਿਲਣਾ, ਉਹਨਾਂ ਦੀਆਂ ਸਮੱਸਿਆਵਾਂ ਨੂੰ ਸੁਣਨਾ, ਉਹਦਾ ਸੋਲੂਸ਼ਨ ਕਰਨਾ ਬੜਾ ਜ਼ਰੂਰੀ ਹੈ। ਇਸ ਉਮਰ ਦੇ ਵਿੱਚ ਕੀ ਉਹਨਾਂ ਦੇ ਨਾਮ ਦੀ ਵਰਤੋਂ ਕਰ ਰਹੀ ਹੈ ਅਕਾਲੀ ਦਲ, ਜਾਂ ਕੀ ਚੱਲ ਕੀ ਰਿਹਾ, ਥੋੜਾ ਉਹ ਵੀ ਲੋਕ ਜਾਣਨਾ ਚਾਹੁੰਦੇ ਨੇ। ਕਿਉਂਕਿ ਇਸ ਉਮਰ ਵਿੱਚ ਜਿੱਥੇ ਆਪਾਂ ਕਹਿ ਸਕਦੇ ਕਿ ਸ਼ਾਇਦ ਉਹਨਾਂ ਦੀ ਇੱਕ ਚੰਗੀ ਉਮਰ, ਇੱਕ ਵਧੀਆ ਤਰੀਕੇ ਨਾਲ ਰਿਟਾਇਰਮੈਂਟ ਉਹਨਾਂ ਨੂੰ ਮਿਲੇ, ਪਰ ਹਾਲੇ ਵੀ ਜੇ ਇਲੈਕਸ਼ਨਾਂ ਦੇ ਵਿੱਚ ਉਹਨਾਂ ਦਾ ਨਾਮ ਵਰਤ ਕੇ ਜਿਹੜੀ ਅਕਾਲੀ ਦਲ ਹੈ ਸੀਟ ਜਿੱਤਣਾ ਚਾਹੁੰਦੀ ਹੈ ਜਾਂ ਕੁਝ ਹੋਰ ਪਲੈਨਿੰਗ ਚੱਲ ਰਹੀ ਹੈ, ਕੀ ਜਵਾਬ ਦਿੰਦੇ ਹੋ ਪ੍ਰਭਜੋਤ ਜੀ? ਦੇਖੋ ਜੀ, ਬਾਦਲ ਸਾਹਿਬ ਨੇ ਇਲੈਕਸ਼ਨ ਲੜਨੀ ਆ, ਉਹਨਾਂ ਦੀ ਉਮਰ ਵੱਧ ਆ। ਕਿਸੇ ਹੋਰ ਪਾਰਟੀ ਨੂੰ ਜਾਂ ਕਿਸੇ ਨੂੰ ਉਹਨਾਂ ਤੋਂ ਕੀ ਪ੍ਰੋਬਲਮ ਆ ਜੀ? ਜੇ ਉਹਨਾਂ ਦੀ ਉਮਰ ਜਾਂ ਸਿਹਤ ਅਲਾਓ ਕਰਦੀ ਤਾਂ ਹੀ ਇਲੈਕਸ਼ਨ ਲੜ ਰਹੇ ਆ। ਜੇ ਵਿਰੋਧੀਆਂ ਨੂੰ ਇਸ ਗੱਲ ਦੀ ਚਿੰਤਾ ਵੀ ਬਾਦਲ ਸਾਹਿਬ ਦਾ ਨਾਮ ਵਰਤ ਕੇ ਸੀਟ ਜਿੱਤਣਾ ਚਾਹੁੰਦੇ ਆ, ਬਾਦਲ ਸਾਹਿਬ ਦੀ ਨਾਮ ਵਰਤ ਕੇ ਸੀਟ ਨਹੀਂ ਪੰਜਾਬ ਜਿੱਤਣਾ ਚਾਹੁੰਦੇ ਆ। ਕਿਉਂਕਿ ਸਾਰੇ ਇੰਡੀਆ ਦੇ ਵਿੱਚ, ਨਾਰਥ ਇੰਡੀਆ ਦੇ ਵਿੱਚ ਉਹਨਾਂ ਦੇ ਕੱਦ ਦਾ ਕੱਦਾਵਰ ਲੀਡਰ ਕਿਸੇ ਪਾਰਟੀ ਕੋਲੇ ਹੈ ਨਹੀਂ, ਨਾ ਇਹਨਾਂ ਐਕਸਪੀਰੀਅੰਸ ਲੀਡਰ ਆ। ਉਹ ਏਦਾਂ ਦੇ ਲੀਡਰ ਆ, 5 ਵਾਰੀ ਪੰਜਾਬ ਦੇ ਲੋਕਾਂ ਨੇ ਉਹਨਾਂ ਨੂੰ ਮਾਣ ਬਖਸ਼ਿਆ। ਸੋ ਉਹਨਾਂ ਦੇ ਐਕਸਪੀਰੀਅੰਸ ਦਾ, ਉਹਨਾਂ ਦਾ ਜਿਹੜਾ ਲੋਕਾਂ ਦੇ ਵਿੱਚ ਰਹਿਣ ਦਾ ਤਰੀਕਾ, ਉਸ ਤਰੀਕੇ ਨੂੰ ਵਰਤ ਕੇ ਉਸ ਤਰੀਕੇ ਦਾ ਅਸੀਂ ਜਿੰਨਾ ਲਾਭ ਲੈ ਸਕਦੇ ਲੈਣਾ ਚਾਹੁੰਦੇ ਆ। ਇੱਕ ਪੋਲੀਟੀਸ਼ੀਅਨ ਬਾਰੇ ਜੇ ਤੁਸੀਂ ਵੀ ਜਾਣਦੇ ਹੋ, ਪੋਲੀਟੀਸ਼ੀਅਨ ਬੰਦਾ ਕਦੇ ਰਿਟਾਇਰ ਨਹੀਂ ਹੁੰਦਾ। ਉਹਨਾਂ ਦੀ ਖੁਰਾਕ ਹੀ ਹੁੰਦੀ ਹੈ ਲੋਕਾਂ ਦੇ ਵਿੱਚ ਰਹਿਣਾ, ਲੋਕਾਂ ਨੂੰ ਮਿਲਣਾ ਜੁਲਣਾ, ਲੋਕਾਂ ਦੀਆਂ ਤਕਲੀਫਾਂ ਸੁਣਨੀਆਂ। ਜਿਸ ਦਿਨ ਪੋਲੀਟੀਸ਼ੀਅਨ ਬੰਦੇ ਨੂੰ ਆਪਾਂ ਇੱਕ ਕਮਰੇ 'ਚ ਕੈਦ ਕਰ ਦਾਂਗੇ ਨਾ, ਉਹਦੀ ਵੈਸੇ ਹੀ ਉਮਰ ਘਟ ਜਾਂਦੀ ਹੈ। ਇਸ ਕਰਕੇ ਅਸੀਂ ਸਾਰਾ ਸ਼੍ਰੋਮਣੀ ਅਕਾਲੀ ਦਲ, ਸਾਰਾ ਪੰਜਾਬ ਚਾਹੁੰਦਾ ਵੀ ਬਾਦਲ ਸਾਹਿਬ ਜ਼ਰੂਰ ਲੋਕਾਂ ਦੇ ਵਿੱਚ ਰਹਿਣ ਤੇ ਅਸੀਂ ਉਹਦੀ ਅਗਵਾਈ 'ਚ ਅਸੀਂ ਇਲੈਕਸ਼ਨ ਲੜੀਏ। ਕਿਉਂਕਿ ਜਦੋਂ ਵਿਧਾਨ ਸਭਾ ਦੇ ਵਿੱਚ ਬਾਦਲ ਸਾਹਿਬ ਹੋਣਗੇ ਤਾਂ ਉਸ ਦਾ ਨਜ਼ਾਰਾ ਹੀ ਵੱਖਰਾ ਹੁੰਦਾ। ਉਹਨਾਂ ਦੀ ਅਗਵਾਈ ਅਕਾਲੀ ਦਲ ਨੂੰ ਹਮੇਸ਼ਾ ਚਾਹੀਦੀ ਹੈ। ਤੇ ਦੂਜੀ ਗੱਲ ਤੁਸੀਂ ਕਹਿ ਰਹੇ ਸੀਗੇ ਮਜੀਠੀਆ ਸਾਹਿਬ, ਦੇਖੋ ਜੀ, ਸਰਦਾਰ ਨਵਜੋਤ ਸਿੰਘ ਸਿੱਧੂ ਜਿਸ ਦਿਨ ਦੇ ਪ੍ਰਧਾਨ ਬਣੇ ਆ, ਮੈਂ ਕਹਿੰਦਾ ਵੀ ਪਾਰਟੀ ਦੇ ਪ੍ਰਧਾਨ ਨੇ, ਕਾਂਗਰਸ ਪਾਰਟੀ ਦੇ, ਇਸ ਕਰਕੇ ਆਪਾਂ ਨੂੰ ਜਾਂ ਤੁਹਾਨੂੰ ਮੇਰੇ ਵਰਗੇ ਨੂੰ ਡਿਸਕਸ ਕਰਨਾ ਪੈਂਦਾ। ਪਰ ਜਿਸ ਤਰ੍ਹਾਂ ਦੇ ਉਹਨਾਂ ਦੇ ਸਿਆਸਤ ਦਾ ਮਿਆਰ ਆ, ਜਿਸ ਤਰ੍ਹਾਂ ਦੀ ਉਹਨਾਂ ਦੀ ਬੋਲਚਾਲ ਆ, ਸਾਡੇ ਵਰਗੇ ਨੂੰ, ਆਪੋਜੀਸ਼ਨ ਲੀਡਰ ਨੂੰ ਤਾਂ ਤੂੰ ਕਹਿ ਕੇ ਗੱਲ ਕਰਨੀ ਆ, ਬੜੇ ਸੀਨੀਅਰ ਪੱਤਰਕਾਰਾਂ ਨੂੰ। ਇਹਦੇ ਬਾਰੇ ਡਿਟੇਲ 'ਚ ਅਸੀਂ ਇਸੇ ਡਿਬੇਟ ਦੇ ਵਿੱਚ ਗੱਲ ਕਰਾਂਗੇ, ਕਿਉਂਕਿ ਬਾਕੀ ਗੱਲ ਸਾਰੇ ਨੋਟ ਕਰ ਰਹੇ ਕਿ ਜਿਹੜਾ ਮਿਆਰ ਜਿਹੜਾ ਬਿਲਕੁਲ ਹੀ ਥੱਲੇ ਡਿੱਗਦਾ ਜਾ ਰਿਹਾ, ਜਿਹੜੇ ਕਹਿ ਲਈਏ ਕਿ ਜਿਹੜੇ ਜੀ ਬਿਲਕੁਲ ਜੀ। ਉਹ ਤੁਸੀਂ ਇੱਕ ਦੇਖੋ, ਇੱਕ ਗਰਮਾ ਹੁੰਦੀ ਆ ਸਿਆਸਤ ਦੀ ਜਾਂ ਪੋਲਿਟਿਕਸ ਦੀ, ਜਾਂ ਆਪਾਂ ਡਿਬੇਟ ਕਰ ਰਹੇ ਆ, ਆਪਾਂ ਆਪਸ 'ਚ ਗੱਲਬਾਤ ਕਰ ਰਹੇ, ਉਹਦੀ ਇੱਕ ਗਰਮਾ ਹੁੰਦੀ ਆ। ਹਰੇਕ ਬੰਦਾ ਇੱਥੇ ਰਿਸਪੈਕਟ ਚਾਹੁੰਦਾ ਵਾ ਤੇ ਗਿਵ ਰਿਸਪੈਕਟ ਐਂਡ ਟੇਕ ਰਿਸਪੈਕਟ, ਏਦਾਂ ਦਾ ਸਿਸਟਮ ਆਪਣੇ ਪੰਜਾਬ 'ਚ ਬਣਿਆ ਹੋਇਆ। ਜੀ ਅਸੀਂ ਇਸ ਪੂਰੇ ਇਸ ਬਾਰੇ ਗੱਲ ਕਰਾਂਗੇ। ਫਿਲਹਾਲ ਵੇਲਾ ਚ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਦੁਬਾਰਾ ਮਿਲਦੇ ਹਾਂ ਪ੍ਰੋਗਰਾਮ ਇਲੈਕਸ਼ਨ ਆਰ ਦੇ ਵਿੱਚ। ਜੀ ਸਵਾਗਤ ਹੈ ਜੀ ਪ੍ਰੋਗਰਾਮ ਇਲੈਕਸ਼ਨ ਆਰ ਦੇ ਵਿੱਚ। ਸੋ ਜਿਵੇਂ ਬ੍ਰੇਕ ਤੇ ਜਾਣ ਤੋਂ ਪਹਿਲਾਂ ਜਿਵੇਂ ਪ੍ਰਭਜੋਤ ਜੀ ਗੱਲ ਕਰ ਰਹੇ ਸੀਗੇ ਕਿ ਮਿਆਰ ਜਿਹੜਾ ਹੈ ਉਹ ਕਾਫੀ ਡਿੱਗਦਾ ਜਾ ਰਿਹਾ, ਤੇ ਮੈਂ ਕਹਾਂਗਾ ਓਵਰਆਲ ਇਕੱਲੀ ਇੱਕ ਪਾਰਟੀ ਵੱਲੋਂ ਨਹੀਂ, ਸਾਰੀਆਂ ਹੀ ਪਾਰਟੀਆਂ ਵੱਲੋਂ, ਚਾਹੇ ਕਾਂਗਰਸ, ਚਾਹੇ ਉਹ ਆਮ ਆਦਮੀ ਪਾਰਟੀ, ਚਾਹੇ ਅਕਾਲੀ ਦਲ, ਇੱਦਾਂ ਲੱਗ ਰਿਹਾ ਕਿ ਜਿਵੇਂ ਨਾ ਬਸ ਆਪ ਜਿੱਤਣ ਦੀ ਕੋਸ਼ਿਸ਼ ਨਹੀਂ, ਦੂਸਰੇ ਬੰਦੇ ਨੂੰ ਸਿਰਫ ਹਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਤੇ ਸਟੇਜਾਂ ਦੇ ਮਾਈਕ ਜਿਹੜੇ ਨੇ ਉਹ ਮੈਂ ਕਹਿੰਦਾ ਬੰਦੂਕਾਂ ਵਾਂਗੂ ਵਰਤੇ ਜਾ ਰਹੇ ਨੇ। ਕੁਝ ਅਜਿਹੇ ਸ਼ਬਦ ਵਰਤੇ ਜਾ ਰਹੇ ਨੇ ਜਿਹਨਾਂ ਨਾਲ ਦੂਜੇ ਬੰਦੇ ਨੂੰ ਸਿਰਫ ਡੀਫੇਮ ਕੀਤਾ ਜਾ ਰਿਹਾ, ਸਿਰਫ ਬੇਇੱਜ਼ਤੀ, ਇਨਸਲਟ ਕੀਤੀ ਜਾ ਰਹੀ ਹੈ। ਮੁੱਦਿਆਂ ਦੀ ਰਾਜਨੀਤੀ ਨਹੀਂ ਰਹੀ। ਕਾਫੀ ਸਾਰੀ ਚੀਜ਼ਾਂ ਜੋ ਕਿ ਪੰਜਾਬ ਦੇ ਵਿੱਚ ਡਿਸਕਸ ਹੋਣੀਆਂ ਚਾਹੀਦੀਆਂ ਨੇ। ਨਸ਼ੇ ਦੀ ਗੱਲ ਹੋਣੀ ਚਾਹੀਦੀ ਹੈ, ਪੜ੍ਹਾਈ ਦੀ ਗੱਲ ਹੋਣੀ ਚਾਹੀਦੀ ਹੈ, ਆਪਣੇ ਹੈਲਥ ਦੀ ਗੱਲ ਹੋਣੀ ਚਾਹੀਦੀ ਹੈ। ਉਹ ਸਾਰੇ ਮੁੱਦੇ ਇੱਕ ਸਾਈਡ ਤੇ ਹੋ ਗਏ। ਜਿਵੇਂ ਆਪਾਂ ਕਿੰਨੀ ਵਾਰ ਦੇਖਿਆ ਕਿ ਪਹਿਲਾਂ ਜਿਹੜੇ ਮੁੱਦੇ ਸੀਗੇ ਕਿ ਹਾਂ ਜੀ ਲੋਕਾਂ ਨੂੰ ਆਟਾ ਦਾਲ ਦਿੱਤਾ ਜਾਏਗਾ, ਮੋਬਾਈਲ ਦਿੱਤੇ ਜਾਣਗੇ, ਲੈਪਟਾਪ ਦਿੱਤੇ ਜਾਣਗੇ, ਉਹ ਸਾਰੇ ਮੁੱਦਿਆਂ ਤੋਂ ਕਿਤੇ ਹਟ ਕੇ ਹੁਣ ਜੋ ਫਿਲਹਾਲ ਪੰਜਾਬ ਵਿੱਚ ਚੱਲ ਰਹੇ ਨੇ ਤਾਂ ਸਿਰਫ ਜਿਹੜੀ ਭੱਦੀ ਸ਼ਬਦਾਵਲੀ ਹੈ ਉਹ ਵਰਤੀ ਜਾ ਰਹੀ ਹੈ। ਸੋ ਉਹਦੇ ਬਾਰੇ ਅਸੀਂ ਜਾਣਨਾ ਚਾਹਾਂਗੇ। ਸਭ ਤੋਂ ਪਹਿਲਾਂ ਤਾਂ ਚੰਦ ਜੀ ਤੁਹਾਡੇ ਕੋਲ ਹੀ ਜਾਣਨਾ ਚਾਹਾਂਗੇ ਕਿ ਤੁਹਾਡੀ ਪਾਰਟੀ ਦੇ ਵੀ ਭਗਵੰਤ ਮਾਨ ਸਾਹਿਬ ਨੇ, ਉਹ ਵੀ ਬੋਲਣ ਵੇਲੇ ਕੁਝ ਉੱਪਰ ਥੱਲੇ ਨਹੀਂ ਵੇਖਦੇ, ਤਾਂ ਹਰ ਇੱਕ ਪਾਰਟੀ ਦੇ ਹੀ ਨੇ, ਪਰ ਤੁਹਾਡਾ ਆਪਣਾ ਕੀ ਵਿਅਕਤੀਗਤ ਰਾਏ ਆ ਕਿ ਜੋ ਚੀਜ਼ ਚੱਲ ਰਹੀ ਹੈ, ਕੀ ਇਹ ਸਹੀ ਚੱਲ ਰਹੀ ਹੈ? ਪੰਜਾਬ ਦਾ ਜਿਹੜਾ ਨਵਾਂ ਯੂਥ ਆ ਜਿਹੜਾ ਇਸ ਵਕਤ ਬਹੁਤ ਅਲਰਟ ਹੋ ਕੇ ਪੰਜਾਬ ਦੀ ਚੋਣਾਂ ਦੀ ਇੱਕ ਚੀਜ਼ ਨੂੰ ਬਰੀਕੀ ਨਾਲ ਵੇਖ ਰਿਹਾ, ਉਸ ਨੂੰ ਅਸੀਂ ਕੀ ਪਰੋਸ ਰਹੇ ਹਾਂ? ਜੀ ਦੇਖੋ, ਜਿੱਥੇ ਤੱਕ ਰਾਘਵ ਚੱਡਾ ਜੀ ਦਾ ਸਵਾਲ ਹੈ,
ਕੋਈ ਵੀ ਪੀਸੀ ਨੂੰ ਲੈ ਕੇ ਕਿ ਉਹ ਆਪਣੀ ਜਿਹੜੀ ਸ਼ਬਦਾਵਲੀ ਹੈ ਕਿਤੇ ਨਾ ਕਿਤੇ ਸਥਾਨ ਛੱਡ ਦਿੰਦੇ ਨੇ। ਲੇਕਿਨ ਦੇਖੋ, ਮੈਂ ਤਕਰੀਬਨ ਹਰ ਪੀਸੀ ਉਹਨਾਂ ਦੀ ਦੇਖਦਾ, ਕਿਤੇ ਨਾ ਕਿਤੇ ਜਦੋਂ ਕੋਈ ਬੰਦਾ ਤਕਲੀਫ ਜਦੋਂ ਹੁੰਦੀ ਹੈ ਨਾ ਕਿਸੇ ਆਪਣੇ ਰਾਜ ਨੂੰ ਲੈ ਕੇ ਜਾਂ ਲੋਕਾਂ ਨੂੰ ਲੈ ਕੇ, ਕਿਤੇ ਸਡਨਲੀ ਕੋਈ ਹਾਈਪਰਨੈਸ ਨਾਲ ਕੋਈ ਇਹੋ ਜਿਹਾ ਸ਼ਬਦ ਨਿਕਲ ਗਿਆ, ਉਹ ਇੱਕ ਵੱਖਰਾ ਮੁੱਦਾ ਹੈ। ਲੇਕਿਨ ਜੇ ਆਪਾਂ ਇੱਕੋ ਹੀ ਸ਼ਖਸ ਨੂੰ ਲੈ ਕੇ, ਉਹਨੇ ਸਰਦਾਰ ਨਵਜੋਤ ਸਿੰਘ ਸਿੱਧੂ, ਜੋ ਕਿ ਉਹਨਾਂ ਦੀ ਹਰ ਪੀਸੀ ਦੇ ਵਿੱਚ ਤੂੰ ਤੜਕ, ਤਕਰੀਬਨ ਮੈਂ ਕਈ ਪ੍ਰੈਸ ਵਾਲਿਆਂ ਨੂੰ ਵੀ ਦੇਖਿਆ ਉਹਨਾਂ ਤੋਂ ਤਕਲੀਫ ਮੰਨਦੇ ਹੋਏ। ਆ ਪਿੱਛੇ ਜੇ ਪੰਕਜ ਕਪਾਹੀ ਜੀ ਨੇ ਉਹਨਾਂ ਨੂੰ ਲਾਸਟ ਦੇ ਵਿੱਚ ਕੁਐਸਚਨ ਵੀ ਕੀਤਾ ਸੀ ਕਿ ਤੁਸੀਂ ਤੂੰ ਤੜਕ, ਉਹਨਾਂ ਨੇ ਉਸ ਗੱਲ ਦਾ ਜਵਾਬ ਕੀ ਦਿੱਤਾ? ਮੈਨੂੰ ਦੇਖੋ, ਇਹ ਮੇਰੇ ਹਿਸਾਬ ਨਾਲ ਤਾਂ ਸਾਰੇ ਪੰਜਾਬ ਨੂੰ ਸੋਚਣਾ ਚਾਹੀਦਾ ਸੀ। ਮੇਰੇ ਯਾਦ ਨੇ ਉਹਨਾਂ ਦੇ ਸ਼ਬਦ, ਉਹਨਾਂ ਨੇ ਜਵਾਬ ਦਿੱਤਾ ਕਿ ਦੇਖੋ, ਬਾਬਾ ਨਾਨਕ ਵੀ ਰੱਬ ਨੂੰ ਤੂੰ ਤੜਕ ਕਹਿ ਕੇ ਗੱਲ ਕਰਦਾ ਸੀ, ਤਾਂ ਕੀ ਨਵਜੋਤ ਸਿੰਘ ਸਿੱਧੂ ਜੀ ਆਪਣੀ ਤੁਲਨਾ ਬਾਬਾ ਨਾਨਕ ਜੀ ਨਾਲ ਕਰਦੇ ਨੇ? ਤੇ ਕਿਉਂ ਨਹੀਂ ਗੱਲ ਚੱਕੀ ਗਈ? ਕੀ ਉਹ ਆਪਣੇ ਆਪ ਨੂੰ ਬਾਬਾ ਨਾਨਕ ਜੀ ਸਮਝਦੇ ਨੇ? ਦੂਜੇ ਦੀਆਂ ਗੱਲਾਂ ਨੂੰ ਚੱਕਣ ਲਈ ਮਿੰਟ ਲਾਉਂਦੇ ਨੇ। ਸੋ ਕਹਿਣ ਦਾ ਮਤਲਬ ਹੈ, ਸਾਡੇ ਪੰਜਾਬੀਆਂ ਨੂੰ ਇਹ ਸੋਚਣਾ ਪਏਗਾ, ਹਰ ਇੱਕ ਬੰਦਾ, ਤਕਰੀਬਨ ਡੈਮੋਕ੍ਰੇਸੀ ਦੇ ਅਫਸਰ ਵੀ ਵੱਡੇ ਵੱਡੇ ਜੋ ਸਾਡੇ ਕੋਲ ਰਿਪੋਰਟਾਂ ਨੇ ਕਿ ਨਵਜੋਤ ਸਿੰਘ ਸਿੱਧੂ ਦੀ ਜੋ ਸ਼ਬਦਾਵਲੀ ਹੈ ਉਹ ਬੜੀ ਗਲਤ ਹੋ ਜਾਂਦੀ ਹੈ ਕਈ ਵਾਰ। ਕਿ ਠੀਕ ਹੈ, ਜੇ ਉਹਨਾਂ ਦੇ ਮਨ ਦੇ ਵਿੱਚ ਪੰਜਾਬ ਪ੍ਰਤੀ ਦਰਦ ਹੈ ਤਾਂ ਉਹ ਦਰਦ ਨੂੰ ਇੱਕ ਅਲੱਗ ਤੋਂ ਝਲਕਾ ਲੈਣਾ ਚਾਹੀਦਾ ਵੀ ਆਹ ਦਰਦ ਹੈ ਮੇਰੇ ਅੰਦਰ। ਹਰ ਵਾਰੀ ਆਪਾਂ ਸ਼ਬਦਾਵਲੀ ਨੂੰ ਆਪਾਂ ਉਸ ਨੂੰ ਇਸ ਤਰ੍ਹਾਂ ਵਰਤੀਏ ਕਿ ਸਾਹਮਣੇ ਵਾਲੇ ਨੂੰ, ਬੈਠੇ ਨੂੰ ਜਾਂ ਸੁਣਨ ਵਾਲੇ ਨੂੰ ਤਕਲੀਫ ਹੋਵੇ। ਇਹ ਕੋਈ ਚੰਗੀਆਂ ਔਰ ਸਿਆਸਤ ਦਾ ਪੈਮਾਨਾ ਨਹੀਂ ਹੈ, ਇਹ ਇਨਸਾਨੀਅਤ ਦਾ ਪੈਮਾਨਾ ਵੀ ਹੈ ਨਹੀਂ। ਇਨਸਾਨੀ ਇਖਲਾਕੀ ਜੋ ਫਰਜ਼ ਨੇ ਉਹਨਾਂ ਤੋਂ ਹਟ ਕੇ ਗੱਲਾਂ ਹੁੰਦੀਆਂ ਨੇ। ਕਿਸੇ ਵੀ ਪਾਰਟੀ ਦਾ ਕੋਈ ਵੀ ਨੁਮਾਇੰਦਾ ਹੋਵੇ, ਦੇਖੋ ਜਦੋਂ ਉਹ ਇੱਕ ਟੀਵੀ ਤੇ ਹੀ ਆਉਣ ਲੱਗ ਗਿਆ, ਪ੍ਰੈਸ ਦੇ ਅੱਗੇ ਜਦੋਂ ਆਪਣੇ ਬਿਆਨ ਦਿੰਦਾ, ਤਾਂ ਉਹਨੂੰ ਬੜਾ ਸ਼ਬਦ ਸੋਚ ਸਮਝ ਕੇ ਬੋਲਣੇ ਚਾਹੀਦੇ ਨੇ। ਇਸ ਗੱਲ ਨੂੰ ਲੈ ਕੇ ਮੈਂ ਜਿਹੜੀ ਦੇਖੋ, ਜੇ ਕੋਈ ਕਿਸੇ ਦੀ ਚੰਗੀ ਗੱਲ ਲੱਗਦੀ ਹੈ ਤਾਂ ਮੈਨੂੰ ਸਾਰਿਆਂ ਨਾਲੋਂ ਵੱਡੀ ਗੱਲ ਇਹ ਲੱਗਦੀ ਹੈ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਦੀ। ਉਹ ਬੜੇ ਘਾਗ ਸਿਆਸਤਦਾਨ ਨੇ। ਮੈਂ ਜਦੋਂ ਵੀ ਉਹਨਾਂ ਨੂੰ ਤਕਰੀਬਨ ਪਿਛਲੇ 20 ਸਾਲਾਂ 22 ਸਾਲਾਂ ਤੋਂ ਸੁਣਦਾ ਹੈ, ਬੜੇ ਠਰਮੇ ਨਾਲ ਆਪਣੀ ਗੱਲ ਦਾ ਜਵਾਬ ਦਿੰਦੇ ਨੇ। ਮੈਂ ਉਹਨਾਂ ਨੂੰ ਕਦੇ ਅੱਜ ਤੱਕ ਪ੍ਰੈਸ ਦੇ ਮੂਹਰੇ ਕਦੇ ਵੀ ਗਰਮ ਹੁੰਦੇ ਨਹੀਂ ਦੇਖਿਆ ਆਪਣੀ ਜ਼ਿੰਦਗੀ ਦੇ ਵਿੱਚ। ਇਹ ਸਾਰਿਆਂ ਨਾਲੋਂ ਵੱਡਾ ਉਹਨਾਂ ਦਾ ਪਲੱਸ ਪੁਆਇੰਟ ਹੈ। ਚਲੋ, ਬਜ਼ੁਰਗ ਨੇ ਸਾਡੇ, ਉਹ ਸਾਡੇ ਆਪਣੇ ਬੜੇ ਸਿਆਣੇ ਨੇ। ਕਹਿਣ ਦਾ ਮਤਲਬ, ਜੇ ਕਿਸੇ 'ਚ ਕੋਈ ਚੰਗੀ ਗੱਲ ਹੈ ਤਾਂ ਉਹਨੂੰ ਚੰਗਾ ਕਹਿਣਾ ਚਾਹੀਦਾ, ਇਹ ਸਾਡਾ ਵੀ ਫਰਜ਼ ਬਣਦਾ ਹੈ। ਕਿਸੇ ਵੀ ਸਿਆਸਤਦਾਨ ਨੂੰ ਇਹ ਨਹੀਂ ਚਾਹੀਦਾ ਕਰਨਾ ਕਿ ਆਪਣੇ ਉਹ ਸ਼ਬਦਾਂ ਦੇ ਨਾਲ ਕਿਸੇ ਦੀ ਰਗ ਨੂੰ ਇਸ ਤਰ੍ਹਾਂ ਛੇੜਨ ਕਿ ਜੀ ਜਵਾਬ ਲੈ ਲੈਣੇ ਆ। ਜੀ ਅਭਿਨਵ ਕੋਹਲੀ ਜੀ, ਬਾਕੀ ਜਿਹੜੀ ਗੱਲਾਂ ਨੇ ਅਸੀਂ ਸਾਰੇ ਵੇਖ ਰਹੇ ਹਾਂ, ਇਕੱਲੇ ਮੀਡੀਆ ਨਹੀਂ ਵੇਖ ਰਿਹਾ, ਤੁਸੀਂ ਨਹੀਂ ਵੇਖ ਰਹੇ, ਓਪੋਜੀਸ਼ਨ ਨਹੀਂ ਵੇਖ ਰਿਹਾ, ਲੋਕ ਵੇਖ ਰਹੇ ਨੇ ਕਿ ਕਿਵੇਂ ਮਾਈਕਾਂ ਦੇ ਉੱਪਰ ਜਾ ਕੇ ਕਹਿ ਦੇਣਾ ਕਿ ਮੇਰੇ ਕੱਦ ਦੇ ਬਰਾਬਰ ਦਾ ਨਹੀਂ, ਉਹ ਹੈ ਕੌਣ ਹੁੰਦਾ, ਉਹ ਫਲਾਣੀ ਐਂਡ ਕਾਫੀ ਕਈ ਵਾਰ ਤਾਂ ਬਹੁਤੀ ਹੀ ਉਹੋ ਜਿਹੀ ਜਿਹੜੀ ਕਹਿ ਲਈਏ ਕਿ ਡਿੱਗੀ ਹੋਈ ਭਾਸ਼ਾ ਦਾ ਇਸਤੇਮਾਲ ਕਰ ਦਿੱਤਾ ਜਾਂਦਾ ਹੈ। ਇਹਦੇ ਬਾਰੇ ਤੁਹਾਡਾ ਕੀ ਵਿਚਾਰ ਹੈ ਕਿ ਕੀ ਇਹ ਸਭ ਸਹੀ ਚੀਜ਼ ਹੋ ਰਹੀ ਹੈ? ਮੋਹਿਤ ਜੀ, ਦੇਖੋ, ਇਹ ਗੱਲ ਬਿਲਕੁਲ ਵਿਚਾਰਯੋਗ ਹੈ ਕਿ ਪਬਲਿਕ ਡੋਮੇਨ ਦੇ ਵਿੱਚ ਜਿਹੜਾ ਕੰਡਕਟ ਹੈ ਉਹ ਬੜਾ ਹੀ ਡਾਊਨ ਟੂ ਅਰਥ ਹੋਣਾ ਚਾਹੀਦਾ ਹੈ। ਤੇ ਨਵਜੋਤ ਸਿੱਧੂ ਦਾ ਇੱਕ ਆਪਣਾ ਸਟਾਈਲ ਹੈ ਤੇ ਉਹਨਾਂ ਨਾਲ ਅਸੀਂ ਅਸਹਿਮਤ ਹੋ ਸਕਦੇ ਹਾਂ, ਪਰ ਮੇਰੀ ਪਰਸਨਲ ਇਹ ਰਾਏ ਹੈ ਕਿ ਕੰਡਕਟ ਜਦੋਂ ਅਸੀਂ ਪਬਲਿਕ ਡੋਮੇਨ ਦੇ ਵਿੱਚ ਕਰਨਾ ਹੈ ਉਹ ਇਸ ਤਰੀਕੇ ਦਾ ਹੋਵੇ ਵੀ ਸਭ ਨੂੰ ਅਸੈਪਟੇਬਲ ਹੋਵੇ, ਮਤਲਬ ਕਿਸੇ ਨੂੰ ਉਹਦੇ ਨਾਲ ਤਕਲੀਫ ਨਾ ਹੋਵੇ। ਤੇ ਹਲੀਮੀ, ਇੱਕ ਜਿਵੇਂ ਤੁਸੀਂ ਦੇਖੋਗੇ ਚਰਨਜੀਤ ਸਿੰਘ ਚੰਨੀ ਜੀ ਹੈ, ਉਹਨਾਂ ਦੀ ਗੱਲ ਕਰਨ ਦਾ ਤਰੀਕਾ, ਈਵਨ ਕਿ ਅਸੀਂ 4 ਬੰਦੇ ਡਿਬੇਟ ਦੇ ਵਿੱਚ ਬੈਠੇ ਆ, ਅਸੀਂ ਚਾਰੋਂ ਬੰਦੇ ਸੀਐਮ ਦੇ ਇੰਨਾ ਨੇੜੇ ਜਾ ਕੇ ਗੱਲ ਕਰ ਸਕਦੇ ਹਾਂ। ਮੈਨੂੰ ਨਹੀਂ ਲੱਗਦਾ ਹੈ ਵੀ ਕਿਸੇ ਵੀ ਸੂਬੇ ਦੇ ਕਿਸੇ ਵੀ ਸੀਐਮ ਦੇ ਤੁਸੀਂ ਇੰਨਾ ਨੇੜੇ ਜਾ ਕੇ, ਸਿਕਿਉਰਿਟੀ ਨੇ ਨੇੜੇ ਹੀ ਨਹੀਂ ਜਾਣ ਦੇਣਾ। ਮੈਂ ਸੋਚਦਾ ਕਿ ਇਹ ਵਿਅਕਤੀਗਤ ਮੁੱਦੇ ਹੁੰਦੇ ਨੇ, ਸੋ ਜੋ ਸਭ ਨੂੰ ਅਸੈਪਟੇਬਲ ਹੋਵੇ, ਮੈਨੂੰ ਲੱਗਦਾ ਕਿ ਆਪਾਂ ਨੂੰ ਉਸ ਤਰੀਕੇ ਨਾਲ ਡੀਲ ਕਰਨਾ ਚਾਹੀਦਾ ਲੋਕਾਂ ਦੇ ਵਿੱਚ। ਜੀ, ਸੋ ਕਿਤੇ ਨਾ ਕਿਤੇ ਜਿਹੋ ਜਿਹੇ ਬਿਆਨ ਹਰ ਇੱਕ ਪਾਰਟੀ ਦੇ ਜਿਹੜੇ ਲੀਡਰ ਨੇ ਵਰਤਦੇ ਨੇ, ਇੱਦਾਂ ਲੱਗ ਰਿਹਾ ਕਿ ਸ਼ਾਇਦ ਨਾ ਉਹ ਨਿੱਜੀ ਲੜਾਈ ਬਣਦੀ ਜਾ ਰਹੀ ਹੈ। ਉਹ ਪੰਜਾਬ ਦੇ ਮਸਲੇ ਨਹੀਂ, ਉਹ ਆਪਣੇ ਵੱਖਰੇ ਹੀ ਜਿਹੜੇ ਮਸਲੇ ਨੇ ਉਹਨਾਂ ਦੀ ਸਵਾਲ ਲੱਭਣ ਦੀ ਜਿਹੜੀ ਕੋਸ਼ਿਸ਼ ਹੈ ਉਹ ਕੀਤੀ ਜਾ ਰਹੀ ਹੈ। ਸੋ ਪ੍ਰਭਜੋਤ ਜੀ, ਤੁਹਾਡਾ ਕੀ ਵਿਚਾਰ ਹੈ? ਕਿਉਂਕਿ ਮਜੀਠੀਆ ਸਾਹਿਬ ਵੀ ਤੇ ਸੁਖਬੀਰ ਬਾਦਲ ਵੀ ਜਦੋਂ ਮਾਈਕ ਤੇ ਆਉਂਦੇ ਨੇ ਤੇ ਉਹ ਵੀ ਸ਼ਾਇਦ ਫਿਰ ਕੋਈ ਮਾਪਦੰਡ ਨਹੀਂ ਦੇਖਦੇ ਕਿ ਕਿੰਨਾ ਕੁ ਬੋਲਣਾ ਕਿੰਨਾ ਕੁ ਨਹੀਂ ਬੋਲਣਾ, ਉਹ ਵੀ ਫਿਰ ਚੰਗੀ ਕਸਰ ਕੱਢ ਦਿੰਦੇ ਨੇ। ਤੇ ਉਹਦੇ ਬਾਰੇ ਤੁਹਾਡਾ ਕੀ ਵਿਚਾਰ ਹੈ? ਦੇਖੋ ਜੀ, ਵਿਰੋਧੀਆਂ ਬਾਰੇ ਆਪਦੇ ਜੋ ਵੀ ਬੋਲਣਾ ਹੈ ਨਾ, ਨਵਜੋਤ ਸਿੰਘ ਸਿੱਧੂ ਸਾਡੇ ਬਾਰੇ ਬੋਲਣ, ਸਾਨੂੰ ਕੋਈ ਇਤਰਾਜ਼ ਨਹੀਂਗਾ। ਤੇ ਜਿਹੇ ਜੀ ਭਾਸ਼ਾ ਉਹ ਸਾਡੇ ਵਾਸਤੇ, ਸਾਡੇ ਲੀਡਰਾਂ ਵਾਸਤੇ ਉਪਯੋਗ ਕਰਦੇ, ਉਹੋ ਜੀ ਉਹਨਾਂ ਵਾਸਤੇ ਉਹ ਕਰਦੇ ਆ। ਪਰ ਜੇ ਮੈਂ ਗੱਲ ਕਹੂੰਗਾ ਮੀਡੀਆ ਨੂੰ ਸੰਬੋਧਨ ਕਰਨਾ ਜਾਂ ਹੋਰ ਕਿਸੇ ਰਿਸਪੈਕਟਡ ਬੰਦਿਆਂ ਨਾਲ ਗੱਲ ਕਰਨੀ, ਅੱਜ ਤੱਕ ਕਦੇ ਵੀ ਸਰਦਾਰ ਬਿਕਰਮ ਸਿੰਘ ਮਜੀਠੀਆ, ਸਰਦਾਰ ਸੁਖਬੀਰ ਸਿੰਘ ਬਾਦਲ ਦਾ ਕਦੇ ਵੀ ਇਹੋ ਜੀ ਮੈਂ ਗੱਲ ਦੇਖੀ ਨਹੀਂਗੀ। ਠੀਕ ਹੈ ਜੀ, ਮੈਂ ਬਹੁਤ ਖੁਸ਼ ਹਾਂ ਇਸ ਗੱਲ ਤੋਂ ਵੀ ਸਾਡੇ ਕਾਂਗਰਸ ਵਾਲੇ ਵੀਰ ਨੇ ਵੀ ਇਸ ਗੱਲ ਅਸੈਪਟ ਕੀਤੀ ਹੈ।
ਨਹੀਂ ਤਾਂ ਆਮ ਤੌਰ ਤੇ ਹਮੇਸ਼ਾ ਪਾਰਟੀ ਲਾਈਨ 'ਚ ਬੰਦਾ ਆਪਦੇ ਲੀਡਰ ਨੂੰ ਚੰਗਾ ਹੀ ਕਹਿੰਦਾ ਵਾ, ਚੰਗੀ ਗੱਲ ਆ, ਉਹਨਾਂ ਨੇ ਇਸ ਗੱਲ ਐਕਸੈਪਟ ਕੀਤੀ ਆ ਵੀ ਇਹ ਗੱਲ ਉਹਨਾਂ ਦੀ ਗਲਤ ਆ। ਸੋ ਮੈਂ ਕਿ ਸਾਰੇ ਪੰਜਾਬ ਨੂੰ ਇਹ ਗੱਲ ਉਹਨਾਂ ਦੀ ਗਲਤ ਲੱਗਦੀ ਆ। ਤੇ ਬਾਕੀ ਜੇ ਆਪਾਂ ਗੱਲ ਕਰੀਏ ਨਵਜੋਤ ਸਿੰਘ ਸਿੱਧੂ ਦੀ, ਮੇਰੇ ਵੀਰ ਕਾਂਗਰਸ ਵਾਲੇ ਕਹਿ ਰਹੇ ਸੀਗੇ ਵੀ ਉਹਨਾਂ ਦਾ ਆਪਦਾ ਟਰੈਕ ਰਿਕਾਰਡ ਬੜਾ ਵਧੀਆ ਵਾ, ਵੀ ਉਹਨਾਂ ਕੋਲ ਕੋਈ ਇਹੋ ਜਿਹੀ ਡਿਸੀਜਨ ਮੇਕਿੰਗ ਸੀਟ ਤੇ ਨਹੀਂ ਰਹੇ, ਉਹ ਤਾਂ ਕੋਈ ਕੰਮ ਨਹੀਂ ਕਰ ਸਕਦੇ। ਦੇਖੋ ਜੀ 10 ਸਾਲ ਮੈਨੂੰ ਲੱਗਦਾ MP ਰਹੇ ਆ, MP ਨੂੰ ਹਰੇਕ ਸਾਲ 5-5 ਕਰੋੜ ਰੁਪਏ ਆਈ ਥਿੰਕ ਮਿਲਦਾ ਹੁੰਦਾ ਸੀ, ਹੁਣ ਤਾਂ ਉਹ ਵੀ ਫੰਡ ਜ਼ਿਆਦਾ ਵੱਧ ਗਿਆ ਹੋਣਾ ਵਾ। ਇੰਨੇ ਕਰੋੜਾਂ ਰੁਪਏ 'ਚ ਬਹੁਤ ਕੁਝ ਕਰ ਸਕਦੇ। ਜਦੋਂ ਤੁਸੀਂ BJP ਦੇ ਨਾਲ ਗਠਬੰਧਨ ਦੇ ਵਿੱਚੋਂ ਸੈਂਟਰ 'ਚ BJP ਦੀ ਸਰਕਾਰ ਆ, ਤੁਸੀਂ ਅੰਮ੍ਰਿਤਸਰ ਵਾਸਤੇ, ਪੰਜਾਬ ਵਾਸਤੇ ਕੋਈ ਇੱਕ ਪ੍ਰੋਜੈਕਟ ਤਾਂ ਲਿਆਂਦਾ ਹੋਵੇ ਕੋਈ। ਚਲੋ ਮੈਂ ਉਹ ਵੀ ਛੱਡ ਦਿੰਦਾ, BJP 'ਚ ਅਕਾਲੀ ਦਲ 'ਚ ਜਦੋਂ ਸੀਗੇ ਉਹ ਛੱਡ ਦੋ। ਕਾਂਗਰਸ 'ਚ ਆਏ 4.5 ਸਾਲ ਰਹੇ, ਲੋਕਲ ਬੋਡੀ ਮਿਨਿਸਟਰ ਰਹੇ ਆ, ਉਸ ਤੋਂ ਬਾਅਦ ਅੱਜ ਪੰਜਾਬ ਦੇ ਪ੍ਰਧਾਨ ਬਣੇ। ਇਸ ਤੋਂ ਪਹਿਲਾਂ ਉਹਨਾਂ ਨੂੰ ਬਿਜਲੀ ਦਾ ਮੰਤਰੀ ਬਣਾ ਰਹੇ ਸੀਗੇ, ਬੁਲਾ ਰਹੇ ਸੀਗੇ। ਪੰਜਾਬ ਦੇ ਵਿੱਚ ਸਭ ਤੋਂ ਵੱਡੀ ਪ੍ਰੋਬਲਮ ਜੇ ਕੋਈ ਸੀਗੀ ਤਾਂ ਬਿਜਲੀ ਦੀ ਪ੍ਰੋਬਲਮ ਸੀਗੀ। ਉਹਦੇ ਵਿੱਚ ਉਹਨਾਂ ਨੂੰ ਬੜਾ ਵਧੀਆ ਮੌਕਾ ਸੀ ਵੀ ਆਉਂਦੇ ਤੇ ਬਿਜਲੀ ਦਾ ਕੋਈ ਪ੍ਰੋਬਲਮ ਹੱਲ ਕਰਦੇ। ਫਿਰ ਜੇ ਕਹਿੰਦੇ ਵੀ ਕੈਪਟਨ ਸਾਹਿਬ ਨਹੀਂ ਕਰਨ ਦਿੰਦੇ ਸੀਗੇ ਤਾਂ ਲੋਕਾਂ 'ਚ ਜਾਗਰ ਕਰਦੇ ਵੀ ਦੇਖੋ ਜੀ ਆਹ ਇੱਥੇ ਨੁਕਸਾਨ ਕਰ ਰਹੇ ਆ, ਇਹਦਾ ਅਸੀਂ ਫਾਇਦਾ ਕਰ ਸਕਦੇ ਹਾਂ, ਪਰ ਕੈਪਟਨ ਸਾਹਿਬ ਨਹੀਂ ਕਰਨ ਦਿੰਦੇ। ਅੱਜ ਤੁਸੀਂ ਇਹ ਦੇਖ ਰਹੇ ਹੋ ਵੀ ਸਾਰੀ ਕਾਂਗਰਸ ਪਾਰਟੀ ਕੀ ਕਹਿ ਰਹੀ ਆ ਵੀ ਕੈਪਟਨ ਅਮਰਿੰਦਰ ਸਿੰਘ ਨੇ ਸਾਨੂੰ 4 ਸਾਲ 9 ਮਹੀਨੇ ਕੰਮ ਨਹੀਂ ਕਰਨ ਦਿੱਤਾ। ਸੋ ਆਪਦੇ ਆਪ ਹੀ ਆਪਦੇ ਲੀਡਰ ਨੂੰ ਇਹ ਗੱਲ ਕਹਿ ਰਹੇ ਵੀ 4 ਸਾਲ 9 ਮਹੀਨੇ ਤੇ ਕਾਂਗਰਸ ਸਰਕਾਰ ਫੇਲ ਰਹੀ ਆ, ਤੇ ਰਿਪੋਰਟ ਕੱਢ ਕੇ ਇੰਨੇ ਟਾਈਮ ਦਾ ਦੇ ਰਹੀ ਹੈ 111 ਦਿਨਾਂ ਦਾ। ਲੋਕਾਂ ਨੇ ਸਰਕਾਰ ਇਹਨਾਂ ਨੂੰ ਫੜਾਈ ਸੀ 5 ਸਾਲ ਵਾਸਤੇ, ਨਾ ਕਿ 111 ਦਿਨਾਂ ਵਾਸਤੇ। 4 ਸਾਲ 9 ਮਹੀਨੇ ਕੋਈ ਇਹਨਾਂ ਦਾ ਲੀਡਰ ਨਹੀਂ ਬੋਲਿਆ ਵੀ ਕੈਪਟਨ ਰਲਿਆ ਹੋਇਆ ਵਾ। ਜਦੋਂ ਇਹਨਾਂ ਨੇ ਮਿਨਿਸਟਰੀਆਂ ਲੈਣੀਆਂ ਸੀਗੀਆਂ, ਭਾਵੇਂ ਉਹ ਸੁਖੀ ਰੰਧਾਵਾ ਵਾ, ਭਾਵੇਂ ਉਹ ਨਵਜੋਤ ਸਿੱਧੂ ਆ, ਭਾਵੇਂ ਉਹ ਚਰਨਜੀਤ ਚੰਨੀ ਆ, ਜਦੋਂ ਮਿਨਿਸਟਰੀਆਂ ਲੈਣੀਆਂ ਸੀ ਉਦੋਂ ਕੈਪਟਨ ਸਾਹਿਬ ਇਹਨਾਂ ਵਾਸਤੇ ਸਤਿਕਾਰਯੋਗ ਸੀ। ਨਵਜੋਤ ਸਿੰਘ ਸਿੱਧੂ ਵਾਸਤੇ ਫਾਦਰ ਸਮਾਨ ਸੀਗੇ, ਫਾਦਰ ਇਜ਼ ਏ ਫਾਦਰ, ਸਨ ਇਜ਼ ਏ ਸਨ, ਇਹ ਗੱਲ ਕਹਿੰਦੇ ਹੁੰਦੇ ਸੀ ਮੀਡੀਆ ਨੂੰ, ਤੁਹਾਨੂੰ ਯਾਦ ਹੋਏਗਾ। ਤੇ ਅੱਜ ਕੈਪਟਨ ਸਾਹਿਬ ਬਾਰੇ ਛੇੜ ਕੇ ਦੇਖਿਓ, ਮਾੜਾ ਜਿਹਾ ਗੱਲ ਤਾਂ ਕਰਕੇ ਦੇਖਿਓ। ਸੁਖੀ ਰੰਧਾਵਾ ਵੀ ਟੁੱਟ ਕੇ ਇਸ ਤਰ੍ਹਾਂ ਪੈਂਦਾ ਜਿਵੇਂ ਕੈਪਟਨ ਨੂੰ ਜਾਣਦਾ ਹੀ ਨਹੀਂ ਹੁੰਦਾ, ਕੈਪਟਨ ਕਿਵੇਂ ਜਿਵੇਂ ਕੋਈ ਛੋਟਾ ਜਿਹਾ ਜਵਾਕ ਹੁੰਦਾ, ਐਂ ਗੱਲ ਕਰਦੇ ਉਹਦੇ ਵਾਸਤੇ। ਨਵਜੋਤ ਸਿੰਘ ਸਿੱਧੂ ਤਾਂ ਭਾਸ਼ਾ ਦੀ ਮਰਿਆਦਾ ਹੀ ਭੁੱਲ ਜਾਂਦਾ ਵਾ। ਉਹਨਾਂ ਬਾਰੇ ਤਾਂ ਮੈਂ ਹਾਂ ਉਹ ਸਾਰਿਆਂ ਵਾਸਤੇ ਉਹ ਇਹ ਜੀ ਗੱਲ ਇਸਤੇਮਾਲ ਕਰਦਾ। ਸੋ ਇਹ ਹਾਸੋਹੀਣੀਆਂ ਗੱਲਾਂ ਨੇ। ਇੱਕ ਜੋ ਮੈਂ ਕਹੂੰਗਾ ਵੀ ਸਿਆਸਤ ਦੇ ਵਿੱਚ ਇੱਕ ਨਵਜੋਤ ਸਿੰਘ ਸਿੱਧੂ ਨੇ ਇੱਕ ਪਾਵਰ ਹੰਗਰ ਬੰਦਾ ਜੀ, ਉਹਨਾਂ ਨੂੰ ਕੁਰਸੀ ਚਾਹੀਦੀ ਆ, ਉਹ ਕਿਸੇ ਵੀ ਕੀਮਤ ਤੇ। ਭਾਵੇਂ ਉਹ ਆਪਦੇ ਲੀਡਰ ਨੂੰ ਤੁਸੀਂ ਦੇਖੋ ਵੀ ਅੱਜ ਰਾਹੁਲ ਗਾਂਧੀ ਨੂੰ ਬੜਾ ਸਤਿਕਾਰ ਦਿੰਦੇ ਆ, ਰਾਹੁਲ ਗਾਂਧੀ ਆ, ਸੋਨੀਆ ਗਾਂਧੀ ਵੱਡੇ ਲੀਡਰ ਨੇ ਹਨਾ ਜੀ, ਉਹਨਾਂ ਦੇ ਬਾਰੇ ਕਿੱਦਾਂ ਦੀ ਭਾਸ਼ਾ ਇਸਤੇਮਾਲ ਕਰਦੇ ਹੁੰਦੇ ਸੀ ਤੁਸੀਂ ਜਾਣਦੇ ਹੋ, ਕਾਂਗਰਸ ਵਾਲੇ ਵੀਰ ਵੀ ਜਾਣਦੇ ਆ। ਤੇ ਉਹੀ ਜਦੋਂ BJP 'ਚ ਹੁੰਦੇ ਸੀਗੇ ਤਾਂ ਮੋਦੀ ਸਾਹਿਬ ਜਾਂ ਜੇਤਲੀ ਸਾਹਿਬ ਉਹਨਾਂ ਵਾਸਤੇ ਸਨਮਾਨਯੋਗ ਸੀ, ਅੱਜ ਉਹਨਾਂ ਵਾਸਤੇ ਕਿੱਦਾਂ ਦੀ ਭਾਸ਼ਾ ਉਪਯੋਗ ਕਰਦੇ। ਸੋ ਬੰਦੇ ਨੂੰ ਮੈਂ ਕਹਿੰਦਾ ਵੀ ਇੱਕ ਲਾਈਨ ਜ਼ਰੂਰ, ਇੱਕ ਮਿਆਰ ਜ਼ਰੂਰ ਰੱਖਣਾ ਚਾਹੀਦਾ, ਵੀ ਭੁੱਲਣਾ ਨਹੀਂ ਚਾਹੀਦਾ ਵੀ ਆਪਾਂ ਕਿੱਥੋਂ ਆਏ ਹਾਂ ਤੇ ਕਿੱਥੇ ਜਾ ਰਹੇ ਹਾਂ। ਜੀ ਜੀ, ਇੱਕ ਹੋਰ ਬੜਾ ਇੰਪੋਰਟੈਂਟ ਮੁੱਦਾ ਹੈ ਪੰਜਾਬ ਦਾ ਇਸ ਵੇਲੇ ਕਿ ਜਦੋਂ ਇਲੈਕਸ਼ਨਾਂ ਲਾਗੇ ਆ ਰਹੀਆਂ ਨੇ, ਅਲੱਗ-ਅਲੱਗ ਚੀਜ਼ਾਂ, ਬੇਅਦਬੀਆਂ ਹੈ ਨਾ, ਪਿੱਛੇ ਜੇ ਆਪਾਂ ਗੁਰਦੁਆਰਾ ਸਾਹਿਬ ਵਿੱਚ ਦੇਖੀ, ਹੁਣ ਪਟਿਆਲਾ ਮੰਦਿਰ ਵਿੱਚ ਵੀ ਹੋਈ। ਸੋ ਇਸ ਮੰਦਭਾਗੇ ਸਮੇਂ ਦੇ ਵਿੱਚ ਵੀ ਅਗਰ ਕੋਈ ਪਾਰਟੀ ਅੱਗੇ ਆ ਕੇ ਇਸ ਦਾ ਫਾਇਦਾ ਲੈਣ ਦੀ ਕੋਸ਼ਿਸ਼ ਕਰੇ ਤੇ ਉਹਦੇ ਬਾਰੇ ਫਿਰ ਲੋਕ ਵੀ ਫਿਰ ਦੇਖਦੇ ਨੇ ਕਿ ਭਈ ਆਹ ਕੀ ਚੱਲ ਰਿਹਾ। ਸੋ ਖਬਰਾਂ ਵਿੱਚ ਦੇਖਿਆ ਕਿ ਕਿਵੇਂ ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਸਾਹਿਬ ਨੇ ਉੱਥੇ ਪਹੁੰਚਣ ਦੀ ਕੋਸ਼ਿਸ਼ ਕੀਤੀ, ਉੱਥੇ ਲੋਕਾਂ ਨੇ ਵਿਰੋਧ ਕੀਤਾ ਜਾਂ ਕੀ ਗੱਲਾਂ ਹੋਈਆਂ। ਇਹਦੇ ਬਾਰੇ ਇੱਕ ਅਜਿਹੇ ਸੰਜੀਦੇ ਮੁੱਦੇ ਦੇ ਉੱਤੇ ਪੋਲੀਟਿਕਸ ਕਰਨਾ, ਰਾਜਨੀਤੀ ਕਰਨਾ ਕਿੰਨਾ ਕੁ ਜਾਇਜ਼ ਹੈ ਰਮਨ ਜੀ? ਦੇਖੋ ਭਗਵੰਤ ਮਾਨ ਜੀ ਤਾਂ ਇੱਕ ਮੱਥਾ ਟੇਕਣ ਲਈ ਸਿਰਫ ਉੱਥੇ ਗਏ ਸੀ। ਉਹ ਉਹਨਾਂ ਨੇ ਜਿਸ ਦਿਨ ਇਹ ਉੱਥੇ ਆਪਣੇ ਕਾਲੀ ਮਾਤਾ ਦੇ ਮੰਦਿਰ ਦੀ ਗੱਲ ਕਰਦੇ ਹੋ ਨਾ ਤੁਸੀਂ, ਜੀ 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 ਜੀ, ਕਾਲੀ ਮਾਤਾ ਦੇ ਮੰਦਿਰ ਜਿਸ ਦਿਨ ਇਹ ਉੱਥੇ ਉਹ ਲੜਕਾ ਉੱਪਰ ਚੜਿਆ ਮੂਰਤੀ ਦੇ, ਤਾਂ ਉਦੋਂ ਉਸ ਦਿਨ ਕਹਿ ਦਿੱਤਾ ਸੀ ਉਹਨਾਂ ਨੇ ਕਿ ਵੀ ਮੈਂ ਕੱਲ ਨੂੰ ਉੱਥੇ ਮੱਥਾ ਟੇਕਣ ਜਾਊਂਗਾ ਤਾਂ ਕਿ ਨਾਲੇ ਮੈਂ ਮਹਾਮਾਈ ਦਾ ਆਸ਼ੀਰਵਾਦ ਲੈ ਲਵਾਂਗਾ, ਨਾਲੇ ਮੈਂ ਉੱਥੇ ਦੇਖਣ ਦੀ ਕੋਸ਼ਿਸ਼ ਕਰਾਂਗਾ ਵੀ ਹੋਇਆ ਕਿਸ ਤਰ੍ਹਾਂ, ਕੀ ਕਾਰਨ ਨੇ ਉੱਥੇ। ਉਹਨਾਂ ਨੇ ਆਪ ਜਾਣ ਦੀ ਕੋਸ਼ਿਸ਼ ਕੀਤੀ ਹੈ ਉੱਥੇ। ਇਸ ਨੂੰ ਦੇਖੋ ਆਮ ਆਦਮੀ ਪਾਰਟੀ ਨੇ ਕੋਈ ਬਾਹਲੀ ਤੂਲ ਨਹੀਂ ਦਿੱਤੀ। ਮੈਂ ਕੱਲ ਵੀ ਕਿਹਾ ਇਸ ਡਿਬੇਟਾਂ ਦੇ ਵਿੱਚ, ਸਰ ਆਪਣੇ ਜਿੰਨੀਆਂ ਵੀ ਸਰਕਾਰਾਂ ਹੁਣ ਤੱਕ ਰਹੀਆਂ ਨੇ, ਭਗਵਾਨ ਨਾਲੋਂ ਜ਼ਿਆਦਾ ਇਨਸਾਨ ਦੀ ਸੁਰੱਖਿਆ ਜ਼ਰੂਰੀ ਹੈ, ਇਸ ਨੀਤੀ ਤੇ ਚੱਲ ਰਹੀਆਂ ਸੀ। ਕਹਿਣ ਦਾ ਮੇਰਾ ਮਤਲਬ ਹੈ ਪਾਰਟੀਆਂ ਦੇ ਜਿੰਨੇ ਵੀ ਲੀਡਰ ਨੇ, ਜਦੋਂ ਕਿਸੇ ਵੀ ਪਾਰਟੀ ਦੀ ਸਰਕਾਰ ਆਉਂਦੀ ਹੈ ਤਾਂ ਉਹਦੇ ਜਿੰਨੇ ਵੀ ਪ੍ਰੋਮੀਨੈਂਟ ਬੰਦੇ ਕਹਿ ਲਓ, ਇਨਸਾਨ ਕਹਿ ਲਓ ਜਾਂ ਲੀਡਰ ਕਹਿ ਲਓ, ਚਾਹੇ ਉਹ ਜ਼ਿਲ੍ਹੇ ਲੈਵਲ ਦੀ ਕਿਉਂ ਨਾ ਹੋਣ, ਕੋਈ 2 MLA, ਕੋਈ ਆਪਣੇ 2 ਗਨਮੈਨ, ਕੋਈ 4, ਕੋਈ 10, ਕੋਈ 20, ਆਪਣੇ 3.25 ਕਰੋੜ ਦੀ ਆਬਾਦੀ ਦੇ ਵਿੱਚ 70% ਸਿਕਿਉਰਿਟੀ ਗਾਰਡ ਤਾਂ ਲੀਡਰਾਂ ਦੇ ਉੱਤੇ ਹੀ ਲੱਗਦਾ ਮੈਨੂੰ ਲੱਗੇ ਹੋਏ ਨੇ। ਤਾਂ ਫਿਰ ਜਨਤਾ ਦੀ ਰਖਵਾਲੀ ਕੌਣ ਕਰੇਗਾ? ਦੇਖੋ 1985 ਦੇ ਵਿੱਚ ਪਹਿਲੀ ਵਾਰ ਬੇਅਦਬੀ ਹੋਈ ਨਕੋਦਰ ਦੇ ਵਿੱਚ, ਉਸ ਤੋਂ ਬਾਅਦ 2015 ਚ ਆਪਣੇ ਬੇਅਦਬੀਆਂ ਹੋਈਆਂ, ਇਹ ਘਟਨਾਵਾਂ ਵਧਦੀਆਂ ਅੱਜ ਤੱਕ ਆ ਗਈਆਂ। ਤਾਂ ਕਿਸੇ ਵੀ ਸਰਕਾਰ ਨੇ ਕੋਈ ਅਜਿਹੀ ਪਾਲਿਸੀ ਨਹੀਂ ਬਣਾਈ ਕਿ ਇਹ ਘਟਨਾਵਾਂ ਨੂੰ ਰੋਕਿਆ ਜਾ ਸਕੇ। ਧਾਰਮਿਕ ਸਥਾਨਾਂ ਦੀ ਸੁਰੱਖਿਆ ਦੇ ਵਿੱਚ ਵਾਧਾ ਕਰਨਾ ਚਾਹੀਦਾ, ਨਵੀਆਂ ਪਾਲਿਸੀਆਂ ਲਿਆਉਣੀਆਂ ਚਾਹੀਦੀਆਂ ਨੇ।
ਸੋ ਪਾਲਿਸੀਆਂ ਇਸ ਤਰ੍ਹਾਂ ਦੀਆਂ ਚਾਹੀਦੀਆਂ ਨੇ ਕਿ ਇਲੈਕਸ਼ਨ ਦੇ ਸਮੇਂ 2 ਮਹੀਨੇ ਵੱਧ ਤੋਂ ਵੱਧ ਸੁਰੱਖਿਆ ਦੇਣੀ ਚਾਹੀਦੀ ਹੈ ਧਾਰਮਿਕ ਸਥਾਨਾਂ ਨੂੰ। ਏਜੰਸੀਆਂ ਆਪਣੀਆਂ ਰਿਪੋਰਟਾਂ ਇਨ ਬਿਨ ਸਰਕਾਰ ਨੂੰ ਸਹੀ ਦੱਸਣ। ਇਹਨਾਂ ਗੱਲਾਂ ਦੇ ਵਿੱਚ ਕਾਫੀ ਕਮੀ ਆਵੇਗੀ। ਸੋ ਮੇਰਾ ਕਹਿਣ ਦਾ ਮਤਲਬ ਹੈ, ਲੇਕਿਨ ਇੱਧਰ ਧਿਆਨ ਕਿਸੇ ਵੀ ਸਰਕਾਰ ਦਾ ਨਹੀਂ। ਮੌਜੂਦਾ ਸਰਕਾਰ ਕਾਂਗਰਸ ਦੀ ਉਹ ਵੱਜਦੀ ਆ ਔਰ ਕਾਂਗਰਸ ਤੇ ਹੀ ਇਹ ਬਲੇਮ ਲੱਗਣਾ ਔਰ ਲੱਗਦਾ ਵੀ ਹੈ ਕਿ ਕਾਂਗਰਸ ਸਰਕਾਰ ਨੇ ਪਿਛਲੇ 5 ਸਾਲਾਂ 'ਚ ਵੀ ਆਪਣੀ ਕੋਈ ਅਜਿਹੀ ਪਾਲਿਸੀ ਨਹੀਂ ਬਣਾਈ, ਕੋਈ ਅਜਿਹੀ ਗੱਲ ਨਹੀਂ ਕੀਤੀ ਜਿਹਦੇ ਨਾਲ ਇਹਨਾਂ ਘਟਨਾਵਾਂ ਦੇ ਵਿੱਚ ਕਮੀ ਆਈ ਹੋਵੇ। ਜੀ ਅਭਿਨਵ ਕੌਲੂ ਜੀ, ਕਾਫੀ ਵੱਡਾ ਮੁੱਦਾ ਜਿਸ ਨਾਲ ਪੰਜਾਬ ਦਾ ਹਰ ਇੱਕ ਵਰਗ, ਕਿਸੇ ਵੀ ਜਾਤ ਪਾਤ ਦੀ ਗੱਲ ਕਰ ਲਈ, ਹਰ ਇੱਕ ਵਰਗ ਬੜਾ ਜ਼ਿਆਦਾ ਹੀ ਜਨੂਨੀ ਹੈ, ਬੜਾ ਜ਼ਿਆਦਾ ਹੀ ਜੁੜਿਆ ਹੋਇਆ ਮਹਿਸੂਸ ਕਰਦਾ ਹੈ। ਸੋ ਇਸ ਚੀਜ਼ ਦੇ ਲਈ ਅਗਰ ਸਰਕਾਰ ਨੇ ਕੁਝ ਨਹੀਂ ਕੀਤਾ, 4.5 ਪੌਣੇ 4 ਪੌਣੇ 5 ਸਾਲ ਤੁਸੀਂ ਕਹਿ ਦਿੰਦੇ ਹੋ ਕਿ ਕੈਪਟਨ ਸਾਹਿਬ ਸੀਗੇ, ਬਟ ਫਿਰ ਵੀ ਰਹਿੰਦੇ 3 ਮਹੀਨਿਆਂ 'ਚ ਵੀ ਅਗਰ ਕੋਈ ਅਜਿਹੀ ਚੀਜ਼ ਸਾਹਮਣੇ ਆ ਜਾਂਦੀ ਜਦੋਂ ਲੋਕਾਂ ਨੂੰ ਲੱਗਦਾ ਕਿ ਨਹੀਂ ਹੈ, ਹੁਣ ਕੁਝ ਅਜਿਹਾ ਰੂਲ ਆ ਗਿਆ ਕਿ ਹੁਣ ਕੋਈ ਵੀ ਕਰਨ ਤੋਂ ਪਹਿਲਾਂ ਸੋਚੂਗਾ, ਡਰੂਗਾ, ਪਰ ਅਜਿਹੀ ਚੀਜ਼ ਨਹੀਂ ਸਾਹਮਣੇ ਆਈ, ਉਹਦੇ ਬਾਰੇ ਤੁਹਾਡਾ ਕੀ ਜਵਾਬ ਹੈ? ਜੀ ਬਿਲਕੁਲ ਬਿਲਕੁਲ ਜੀ, ਮੈਂ ਮੋਹਿਤ ਜੀ ਇਸ ਗੱਲ ਨਾਲ ਸਹਿਮਤ ਹਾਂ ਕਿ ਕੋਈ ਵੀ ਧਰਮ ਹੋਵੇ, ਕੋਈ ਵੀ ਪੰਥ ਹੋਵੇ, ਉਹ ਕਿਸੇ ਸੂਬੇ ਦਾ ਹਿੱਸਾ ਹੈ ਤਾਂ ਉਹਦੀ ਸਿਕਿਉਰਿਟੀ ਦਾ ਜਿਹੜਾ ਇਸ਼ੂ ਹੈ ਉਹ ਆਪਣਾ ਸਟੇਟ ਗਵਰਨਮੈਂਟ ਦਾ ਹੈ। ਤੇ ਦੂਜੀ ਗੱਲ ਮੈਂ ਇਹ ਕਰਨੀ ਚਾਹੂੰਗਾ ਕਿ ਤੁਸੀਂ ਦੇਖੋ, ਇਹ ਇੱਕ ਕੋਈ ਮੈਂ ਕਹਿੰਦਾ ਕਿ ਇੱਕ ਸੋਸ਼ਲ ਈਵਲ ਹੈ। ਇੱਕ ਅਗਰ ਕਿਤੇ ਕੋਈ ਬੇਅਦਬੀ ਹੁੰਦੀ ਹੈ, ਕਿਸੇ ਵੀ ਧਰਮ ਦੀ ਹੁੰਦੀ ਹੈ, ਮੈਂ ਸੋਚਦਾ ਇਹ ਸੋਸ਼ਲ ਈਵਲ ਹੈ। ਇਹਦੇ ਵਿੱਚ ਕੋਈ ਵੀ ਆਪਾਂ ਇੱਕ ਦੂਸਰੇ ਤੇ ਬਲੇਮ ਕਰ ਦਿੰਨੇ ਆ ਵੀ ਇਹਨੇ ਕਰਾਤਾ, ਫਲਾਣਾ ਕਰਾਤਾ। ਕੋਈ ਵੀ, ਮੈਂ ਸਮਝਦਾ, ਮੈਂ ਕਾਂਗਰਸਮੈਨ ਹੋਣ ਦੇ ਨਾਤੇ ਸਮਝਦਾ, ਕੋਈ ਵੀ ਪੋਲੀਟੀਕਲ ਪਾਰਟੀ ਕਿਸੇ ਵੀ ਬੇਅਦਬੀ ਦੇ ਪਿੱਛੇ ਨਹੀਂ ਹੁੰਦੀ ਜਾਂ ਹੋਣੀ ਨਹੀਂ ਵੀ ਚਾਹੀਦੀ। ਇਹ ਮੈਂ ਸਮਝਦਾ ਕਿ ਸ਼ਰਾਰਤੀ ਅੰਸਰ ਜ਼ਰੂਰ ਹੋਣ, ਇਹਦਾ ਕੋਈ ਪੋਲੀਟੀਕਲ ਕਨੈਕਸ਼ਨ ਨਾ ਨਿਕਲੇ ਤਾਂ ਬਹੁਤ ਚੰਗੀ ਗੱਲ ਹੈ, ਕਿਉਂਕਿ ਅਸੀਂ ਪੰਜਾਬ ਦੇ ਵਸਨੀਕ ਆ। ਅਸੀਂ ਕਿਸੇ ਵੀ ਤਰ੍ਹਾਂ ਕੋਈ ਵੀ ਪਾਰਟੀ ਇਹਦੇ ਵਿੱਚ ਨਾ ਇਨਵੋਲਵ ਹੋਵੇ, ਨਾ ਉਹਦਾ ਕੋਈ ਟਰੇਸ ਨਿਕਲੇ ਤਾਂ ਜ਼ਿਆਦਾ ਚੰਗੀ ਗੱਲ ਹੈ। ਹਾਂ, ਸਟੇਟ ਨੂੰ ਇਹ ਇਨਸ਼ੋਰ ਕਰਨਾ ਚਾਹੀਦਾ ਹੈ ਕਿ ਜਿੱਥੇ ਰਿਲੀਜੀਅਸ ਥਾਵਾਂ ਹੈਗੀਆਂ, ਜਿੱਥੇ ਲੋਕਾਂ ਦੀ ਭਾਵਨਾਵਾਂ ਜੁੜੀਆਂ ਹੋਈਆਂ, ਹੁਣ ਪਿੱਛੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਹੈ ਤੇ ਉੱਥੇ ਕਤਲ ਵੀ ਹੋਏ ਹੈ, ਤੇ ਮੈਨੂੰ ਐ ਲੱਗਦਾ ਕਿ ਲੋਕਾਂ ਦੀ ਭਾਵਨਾਵਾਂ ਜਦੋਂ ਹਾਵੀ ਹੋ ਜਾਂਦੀ ਹੈ ਤੇ ਉਹ ਦੁਖੀ ਆ ਜਾਂਦੇ ਆ ਸਿਸਟਮ ਤੋਂ ਕਿ ਜਿਹੜੀ ਬੇਅਦਬੀ ਆ ਉਹ ਨਹੀਂ ਰੁਕ ਰਹੀ, ਉਹ ਫਿਰ ਇਸ ਤਰੀਕੇ ਨਾਲ ਬਾਹਰ ਆਉਣੀ ਹੈ। ਮੈਂ ਸਮਝਦਾ ਕਿ ਦੋਵੇਂ ਚੀਜ਼ਾਂ ਗਲਤ ਹੈ, ਬੇਅਦਬੀ ਵੀ ਗਲਤ ਹੈ ਤੇ ਇਸ ਤਰੀਕੇ ਨਾਲ ਲਿੰਚਿੰਗ ਵੀ ਗਲਤ ਹੈ। ਬਟ ਇਹ ਸਟੇਟ ਗਵਰਨਮੈਂਟ ਨੂੰ ਇਨਸ਼ੋਰ ਕਰਨਾ ਚਾਹੀਦਾ ਹੈ ਕਿ ਇਹ ਸਭ ਨਾ ਹੋਵੇ। ਪਰ ਮੈਂ ਆਮ ਆਦਮੀ ਪਾਰਟੀ ਦੀ ਇੱਕ ਗੱਲ ਕਰਨਾ ਚਾਹੂੰਗਾ ਕਿ ਜਿੱਥੇ ਜਿੱਥੇ ਨਹੀਂ ਹੁੰਦੇ, ਮਤਲਬ ਜਿੱਥੇ ਜਿੱਥੇ ਕਿ ਇੱਕੋ ਸਟੇਟ 'ਚ ਹੈ, ਉਹ ਵੀ ਅੱਧੀ ਸਟੇਟ ਹੈ, ਉਹ ਵੀ ਯੂਟੀ ਹੈ। ਅੱਛਾ, ਇਹਨਾਂ ਦੀ ਤੁਸੀਂ ਦਲੀਲਾਂ ਸੁਣ ਲਓ ਜੀ, ਇਹਨਾਂ ਦੀ ਕੋਈ ਗੱਲ ਸੁਣ ਲਓ ਜੀ। ਮੈਂ ਤਾਂ ਇਹ ਗੱਲ ਐਕਸੈਪਟ ਕਰ ਗਿਆ ਕਿ ਇਹ ਸਟੇਟ ਗਵਰਨਮੈਂਟ ਦੀ ਰਿਸਪੌਂਸਿਬਿਲਿਟੀ ਹੈ, ਹੋਣੀ ਚਾਹੀਦੀ ਹੈ। ਔਰ ਇਹ ਮਤਲਬ ਇਹਨਾਂ ਕੋਲ ਡਾਟਾ ਵੀ ਨਹੀਂ ਹੁੰਦੇ। 70% ਕੋਈ ਜੀ ਆਪਣਾ ਰਿਪੋਰਟ ਨਹੀਂ ਕੀਤੇ ਹੋਏ ਬੰਦੇ ਸਿਕਿਉਰਿਟੀ ਤੇ। ਪਹਿਲੀ ਗੱਲ, ਪੰਜਾਬ ਦਾ ਸੀਐਮ ਅਸੈਸੀਨੇਟ ਹੋਇਆ ਪਿਆ, ਦਿੱਲੀ 'ਚ ਇਹੋ ਜਿਹਾ ਕੋਈ ਖਤਰਾ ਨਹੀਂ। 2 ਵਾਰ ਤਾਂ ਅਰਵਿੰਦ ਕੇਜਰੀਵਾਲ ਤੇ ਹਮਲੇ ਹੋਏ ਆ, ਉਹ ਆਪਾਂ ਸਾਰੇ ਸਮਝ ਗਏ ਮੈਂ ਕੀ ਕਹਿਣਾ ਚਾਹੁੰਦਾ। ਗੱਲ ਕੀ ਹੈ ਕਿ ਪੰਜਾਬ ਦੇ ਵਿੱਚ ਇਨਸਰਜੈਂਸੀ ਦਾ ਮਾਹੌਲ ਰਿਹਾ, ਇੱਥੇ ਲੀਡਰਾਂ ਨੂੰ ਖਤਰਾ ਰਿਹਾ। ਹਾਂ, VIP ਕਲਚਰ ਤੇ ਠੱਲ ਪੈਣੀ ਚਾਹੀਦੀ ਹੈ, ਪਰ ਜੇ ਆਪਾਂ ਕਹੀਏ ਕਿ ਇੱਕ ਸਿਕਿਉਰਿਟੀ ਨੂੰ ਲੀਡਰਾਂ ਦੇ ਕੋਲੋਂ ਹਟਾ ਲਿਆ ਜਾਵੇ, ਪਰ ਇਹ ਕੋਈ ਉਹ ਨਹੀਂ ਹੈਗਾ। ਹਾਂ, ਧਾਰਮਿਕ ਜਿਹੜੀ ਥਾਵਾਂ ਉਹਨਾਂ ਦੀ ਸਿਕਿਉਰਿਟੀ ਵਧਾ ਦੇਣੀ ਚਾਹੀਦੀ ਹੈ, ਉਹਨਾਂ ਦੇ ਕੋਈ ਅਲੱਗ ਉਹਨਾਂ ਦਾ ਆਪਾਂ ਜ਼ਰੀਆ ਦੇਖ ਸਕਦੇ ਹਾਂ। ਪਰ ਕਿਸੇ ਹੋਰ ਸਟੇਟ ਗਵਰਨਮੈਂਟ ਕਿਸੇ ਵੀ, ਮਤਲਬ ਤੁਸੀਂ ਦੇਖੋ, ਮੈਂ ਇਹ ਗੱਲ ਕਿਉਂ ਕਹਿ ਰਿਹਾ, ਆਮ ਆਦਮੀ ਪਾਰਟੀ ਦੇ ਕਿਸੇ ਵੀ ਬੁਲਾਰੇ ਨਾਲ ਤੁਸੀਂ ਗੱਲ ਕਰ ਲਓ, ਉਹਨਾਂ ਦਾ ਇੱਕੋ ਕਨਸੈਪਟ ਹੁੰਦਾ, ਅਕਾਲੀ ਮਾੜੇ, ਭਾਜਪਾ ਮਾੜੀ, ਕਾਂਗਰਸ ਮਾੜੀ। ਮੈਂ ਕੋਈ ਪਰਸਨਲ ਅਟੈਕ ਨਹੀਂ ਕਿਸੇ ਤੇ ਕਰ ਰਿਹਾ, ਮੈਂ ਇੱਕ ਪੋਲੀਟੀਕਲ ਡਿਬੇਟ ਕਰ ਰਿਹਾ। ਇਹਨਾਂ ਨੂੰ ਸਿਰਫ ਇੱਕ ਗੱਲ ਪੁੱਛ ਲਓ ਕਿ ਤੁਹਾਡੀ ਪਾਰਟੀ ਦੀ ਜਦੋਂ ਇਨਸੈਪਸ਼ਨ ਹੋਈ ਸੀ, ਤੁਹਾਡੀ ਪਾਰਟੀ ਜਦੋਂ ਫਾਰਮ ਹੋਈ ਸੀ, ਜਨ ਲੋਕਪਾਲ ਬਿੱਲ ਤੁਸੀਂ ਵਾਅਦਾ ਕਰਕੇ 6 ਦਸੰਬਰ 2013 ਤੋਂ ਬਾਅਦ 2022 ਆ ਗਿਆ, ਤੁਹਾਡਾ ਜਨ ਲੋਕਪਾਲ ਬਿੱਲ ਕਿੱਥੇ ਹੈ? ਉਸ ਤੋਂ ਬਾਅਦ ਅੰਨਾ ਹਜ਼ਾਰੇ ਨੂੰ ਬਿਆਨ ਦੇਣਾ ਪਿਆ ਕਿ ਮੈਂ ਕੋਈ ਐਜੀਟੇਸ਼ਨ ਦੁਬਾਰਾ ਨਹੀਂ ਕਰੂੰਗਾ ਤਾਂ ਕਿ ਕੋਈ ਅਰਵਿੰਦ ਕੇਜਰੀਵਾਲ ਦੁਆਰਾ ਮੇਰੇ ਕੋਲੋਂ ਪੈਦਾ ਨਾ ਹੋਵੇ। ਸੋ ਗੱਲ ਹੈ ਕਿ ਇਹਨਾਂ ਦੀ ਤੁਸੀਂ ਕਦੇ ਵੀ ਡਿਬੇਟ ਸੁਣੋਗੇ ਨਾ, ਹੁਣ ਮੈਂ ਡਿਬੇਟ 'ਚ ਬੈਠਾ ਸੀ, ਮੈਂ ਆਪਣੇ ਸਵਾਲਾਂ ਦਾ ਆਪ ਜਵਾਬ ਦੇ ਰਿਹਾ। ਮਤਲਬ ਮੈਂ ਇਹ ਕਹਿਣੀ ਚਾਹੁੰਦਾ ਕਿ ਬਲੇਮ ਗੇਮ ਹੈ ਸਿਰਫ ਆਮ ਆਦਮੀ ਪਾਰਟੀ ਕੋਲ, ਹੋਰ ਕੁਝ ਵੀ ਹੈ ਨਹੀਂ ਜੀ। ਲੋਕ ਸਾਰੇ ਦੇਖ ਰਹੇ ਨੇ, ਲੋਕ ਸਾਰੇ ਚੰਗੀ ਤਰ੍ਹਾਂ ਜੱਜ ਕਰ ਰਹੇ ਨੇ। ਗੱਲ ਮੈਂ ਬੇਅਦਬੀ ਦੀ ਗੱਲ ਕਰ ਰਿਹਾ ਤੇ ਉਹਦੇ ਉੱਪਰ ਪੋਲਿਟਿਕਸ ਦੀ ਗੱਲ ਕਰ ਰਿਹਾ। ਪ੍ਰਭਜੋਤ ਜੀ, ਤੁਹਾਡਾ ਵੀ ਵਿਊ ਪੁਆਇੰਟ ਲੈਣਾ ਚਾਹਾਂਗਾ ਕਿ ਤੁਹਾਡੀ ਪਾਰਟੀ ਦੇ ਉੱਪਰ ਵੀ ਕਾਫੀ ਇਲਜ਼ਾਮ ਲੱਗੇ ਨੇ ਕਿ ਸ਼ਾਇਦ ਤੁਸੀਂ ਵੀ ਕਾਫੀ ਸਾਰੀ ਜਿਹੜੀਆਂ ਬੇਅਦਬੀ ਜਿਹੜੀਆਂ ਪੰਜਾਬ ਵਿੱਚ ਹੋਈਆਂ, ਉਹਦੇ ਤੋਂ ਬਲੇਮ ਗੇਮ ਚਲੋ ਉੱਤੇ ਵੀ ਚੱਲਦਾ ਰਿਹਾ, ਨੋ ਡਾਊਟ। ਹਜੇ ਕੁਝ ਪ੍ਰੂਵ ਨਹੀਂ ਹੋਇਆ, ਪਰ ਮੌਜੂਦਾ ਹਾਲਾਤਾਂ ਦੇ ਵਿੱਚ ਜਿਹੜੀਆਂ ਚੀਜ਼ਾਂ ਹੋ ਰਹੀਆਂ ਨੇ ਉਹਦੇ ਬਾਰੇ ਤੁਹਾਡਾ ਕੀ ਵਿਊ ਪੁਆਇੰਟ ਹੈ ਐਂਡ ਉਹਦੇ ਉੱਪਰ ਰਾਜਨੀਤੀ ਕਰਨਾ, ਉਹਦੇ ਬਾਰੇ ਤੁਸੀਂ ਕੀ ਸੋਚਦੇ ਹੋ? ਮੈਂ ਧੰਨਵਾਦੀ ਹਾਂ ਕਾਂਗਰਸ ਵਾਲੇ ਵੀਰ ਦਾ ਫਿਰ ਦੁਬਾਰਾ ਤੋਂ ਵੀ ਉਹਨੇ ਇਹ ਗੱਲ ਅਸੈਪਟ ਕੀਤੀ ਹੈ ਵੀ ਬੇਅਦਬੀ ਕੋਈ ਪਾਰਟੀ ਕਰਾ ਨਹੀਂ ਸਕਦੀ। ਜੇ ਹੁੰਦੀ ਵੀ ਆਪਾਂ ਨੂੰ ਇੱਕ ਦੂਜੇ ਤੇ ਬਲੇਮ ਨਹੀਂ ਲਾਉਣਾ ਚਾਹੀਦਾ, ਚੰਗੀ ਗੱਲ ਆ।
ਪਰ ਮੈਂ ਵੀ ਯਾਦ ਕਰਾਉਣਾ ਚਾਹੂੰਗਾ ਵੀ 2017 ਦੇ ਵਿੱਚ ਮੁੱਦਾ ਕੀ ਸੀ ਪੰਜਾਬ ਦੇ ਵਿੱਚ। ਕਾਂਗਰਸ ਨੇ ਕੀ ਮੁੱਦਾ ਚੱਕਿਆ ਸੀ? ਇੱਕ ਬੇਅਦਬੀ, ਇੱਕ ਨਸ਼ਾ। ਇਹ ਦੋ ਮੁੱਦਿਆਂ ਦੇ ਉੱਤੇ ਇਹਨਾਂ ਨੇ ਕੋਈ ਡਿਵੈਲਪਮੈਂਟ ਦੀ ਗੱਲ ਨਹੀਂ ਕੀਤੀ, ਕੋਈ ਇਹਨਾਂ ਇਨਫਰਾਸਟ੍ਰਕਚਰ ਦੀ ਗੱਲ ਨਹੀਂ ਕੀਤੀ, ਕੋਈ ਮਾਡਲ ਦੀ ਗੱਲ ਨਹੀਂ ਕੀਤੀ। ਸਿਰਫ ਦੋ ਮੁੱਦਿਆਂ ਦੇ ਉੱਤੇ ਸਰਕਾਰ ਬਣਾਈ ਹੈ ਤੇ ਵੱਡੇ ਵੱਡੇ ਵਾਅਦੇ ਤੇ ਲਾਰੇ ਲੋਕਾਂ ਨੂੰ ਲਾਏ ਆ। ਤੇ ਅੱਜ ਜਦੋਂ 5 ਸਾਲ ਲੰਘ ਜਾਣ ਤੋਂ ਬਾਅਦ ਕੋਈ ਵੀ ਵਾਅਦਾ ਵਫਾ ਨਹੀਂ ਹੋਇਆ ਤੇ ਸਾਡੇ ਤੇ ਬੇਅਦਬੀਆਂ ਦਾ ਇਲਜ਼ਾਮ ਲਾਉਂਦੇ ਸੀਗੇ। ਅਸੀਂ ਤਾਂ ਪਹਿਲੇ ਦਿਨ ਤੋਂ ਕਹਿੰਦੇ ਆ ਵੀ ਜੇ ਜਿਹਨੇ ਵੀ ਕੀਤੀ ਉਹਦਾ ਕੱਖ ਨਾ ਰਹੇ। ਦਰਬਾਰ ਸਾਹਿਬ ਦੇ ਵਿੱਚ ਸਾਡਾ ਪਾਕ ਪਵਿੱਤਰ ਥਾਂ ਸਾਰੀ ਦੁਨੀਆ ਵਾਸਤੇ, ਉੱਥੇ ਜਦੋਂ ਬੇਅਦਬੀ ਹੋਈ ਆ ਤਾਂ ਹੋਮ ਮਿਨਿਸਟਰ ਸਾਹਿਬ ਦਾ ਬਿਆਨ ਆਇਆ ਸੀਗਾ ਵੀ 24 ਘੰਟਿਆਂ ਦੇ ਵਿੱਚ, ਸ਼ਾਇਦ 48 ਘੰਟਿਆਂ 'ਚ ਬਿਆਨ ਆਇਆ ਸੀਗਾ ਵੀ ਇਹਦਾ ਸਾਰਾ ਤੁਹਾਨੂੰ ਕਲੀਅਰ ਕਰਕੇ ਦੱਸਾਂਗੇ ਵੀ ਕਿੱਥੋਂ ਹੋਈ, ਕਿਵੇਂ ਹੋਈ। ਪਰ 48 ਘੰਟੇ ਛੱਡੋ, ਮੈਨੂੰ ਲੱਗਦਾ 48 ਦਿਨ ਬੀਤਣ ਵਾਲੇ ਹੋ ਗਏ ਤੇ ਅੱਜ ਤੱਕ ਇਹਨਾਂ ਨੇ ਕੋਈ ਉਹਦਾ ਕੋਈ ਪਤਾ ਨਹੀਂ ਲੱਗੀ। ਤੇ ਪੰਜਾਬ ਦੀ ਪੁਲਿਸ ਦਾ ਧਿਆਨ ਕਿੱਧਰਲੇ ਪਾਸੇ ਸੀ ਵੀ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਕਿਵੇਂ ਫਸਾਇਆ ਜਾਵੇ, ਬਿਕਰਮ ਸਿੰਘ ਮਜੀਠੀਆ ਦੇ ਪਰਚਾ ਕਿਵੇਂ ਦਰਜ ਕੀਤਾ ਜਾਵੇ, ਬਿਕਰਮ ਸਿੰਘ ਮਜੀਠੀਆ ਦੇ ਰੇਡ ਕਿੱਦਾਂ ਮਾਰੀ ਜਾਵੇ। ਇਮਾਨਦਾਰ ਹੋਣ ਦਾ ਢੋਂਗ ਕਰਦੇ ਆ, ਡੀਜੀਪੀ ਚੇਂਜ ਕੀਤੇ, ਆਈਜੀ ਚੇਂਜ ਕੀਤੇ, ਆਊਟ ਆਫ ਦਾ ਵੇ ਡੀਜੀਪੀ ਲਾਏ। ਤੁਹਾਨੂੰ ਇੱਕ ਬੇਨਤੀ ਆ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ, ਨਵਜੋਤ ਸਿੰਘ ਸਿੱਧੂ ਕਹਿੰਦੇ ਮੈਂ ਬੜਾ ਇਮਾਨਦਾਰ ਆ, ਮੈਂ ਕੋਈ ਗਲਤ ਗੱਲ ਹੁੰਦੀ ਜਿਹਦੇ ਟਵੀਟ ਕਰਦੇ ਆ ਉਹ। ਡੀਜੀਪੀ ਦੀ ਆਡੀਓ ਵਾਇਰਲ ਹੋ ਰਹੀ ਆ, ਤੁਸੀਂ ਵੱਡੇ ਵੱਡੇ ਚੈਨਲਾਂ ਦੀ ਖਬਰ ਬਣੀ ਆ, ਵੱਡੇ ਵੱਡੇ ਅਖਬਾਰਾਂ ਦੀ ਖਬਰ ਬਣੀ ਆ, ਇੱਕ ਪੀਓ ਨਾਲ ਗੱਲ ਕਰ ਰਹੇ ਹੋ, ਕਿਸ ਤਰ੍ਹਾਂ ਦੀ ਗੱਲ ਕਰ ਰਹੇ, ਤੁਸੀਂ ਵੀ ਕਨਵਰਸੇਸ਼ਨ ਸੁਣੀ ਹੋਣੀ ਆ। ਇੱਕ ਬਿਆਨ ਕਦੇ ਕਾਂਗਰਸ ਪਾਰਟੀ ਦਾ ਨਵਜੋਤ ਸਿੰਘ ਸਿੱਧੂ ਦਾ ਉਹਦੇ ਤੇ ਆਇਆ? ਕਿਉਂ ਨਹੀਂ ਆਇਆ? ਕਿਉਂਕਿ ਡੀਜੀਪੀ ਨਾਲ ਲਾਇਆ ਹੋਇਆ ਸੀ, ਇਹਨਾਂ ਦਾ ਚਹੇਤਾ ਡੀਜੀਪੀ ਸੀ। ਇਹਨਾਂ ਦੇ ਚਹੇਤਾ ਡੀਜੀਪੀ ਹੋਣ ਕਰਕੇ ਸਰਦਾਰ ਬਿਕਰਮ ਸਿੰਘ ਮਜੀਠੀਆ ਦਾ ਝੂਠਾ ਪਰਚਾ ਦਰਜ ਕਰਕੇ ਗਿਆ। ਸੋ ਇੱਕ ਜਿਹੜਾ ਇੱਕ ਢੋਂਗ ਬਣਾ ਕੇ ਝੂਠਾ ਪ੍ਰਚਾਰ ਕਰਨਾ ਗੱਲ ਅਲੱਗ ਆ। ਹੁਣ ਇਲੈਕਸ਼ਨਸ ਆ ਗਈਆਂ, ਹੁਣ ਜਦੋਂ ਕਾਂਗਰਸ ਦੇ ਲੀਡਰ ਘਰ ਘਰ ਜਾਣਗੇ ਵੋਟਾਂ ਮੰਗਣ ਵਾਸਤੇ, ਜਿਨ੍ਹਾਂ ਲੋਕਾਂ ਨੂੰ ਵੱਡੇ ਵੱਡੇ ਲਾਰੇ ਲਾਏ ਸੀ, ਭਾਵੇਂ ਉਹ ਘਰ ਘਰ ਨੌਕਰੀ ਦੇ ਸੀ ਜਾਂ ਘਰ ਘਰ ਰੁਜ਼ਗਾਰ ਦੇ ਸੀਗੇ ਜਾਂ ਸ਼ਗਨ ਸਕੀਮਾਂ ਦੇ ਸੀ ਜਾਂ ਆਟਾ ਦਾਲ ਖੰਡ ਘਿਓ ਦੇ ਸੀ, ਉਹ ਲੋਕ ਪੁੱਛਣਗੇ ਵੀ ਹਾਂ ਦੱਸੋ ਵੀ ਕਿੱਥੇ ਆ। ਫਿਰ ਉਹਦਾ ਜਵਾਬ ਦੇਣਾ ਇਹਨਾਂ ਨੂੰ ਬੜਾ ਔਖਾ ਹੋਇਆ। ਅਸੀਂ ਤਾਂ ਸਿਰਫ ਹਮੇਸ਼ਾ ਇੱਕ ਡਿਵੈਲਪਮੈਂਟ ਦੀ ਗੱਲ ਕਰਦੇ ਹਾਂ। ਡਿਵੈਲਪਮੈਂਟ ਦੇ ਮੁੱਦੇ ਤੇ ਹੀ ਪਿਛਲੀ ਵਾਰੀ ਸਰਕਾਰ ਰਿਪੀਟ ਕੀਤੀ ਸੀ ਤੇ ਐਤਕੀ ਵੀ ਲੋਕਾਂ ਕੋਲ ਡਿਵੈਲਪਮੈਂਟ ਦਾ ਮਾਡਲ ਲੈ ਕੇ ਜਾਵਾਂਗੇ। ਕੰਮ ਕੀਤਾ, ਕੰਮ ਕਰਾਂਗੇ, ਕੰਮ ਦੇ ਸਿਰ ਤੇ ਹੀ ਵੋਟਾਂ ਮੰਗਣੀਆਂ ਜੀ। ਐਂਡ ਈਵਨ ਜਿਹੜਾ ਲਾਈਵ ਫੀਡਬੈਕ ਜਿਹੜੇ ਮੰਤਰੀ ਜਦੋਂ ਘਰ ਘਰ ਜਾ ਰਹੇ ਨੇ, ਲੋਕਾਂ ਵੱਲੋਂ ਡਾਇਰੈਕਟ ਜਿਹੜੇ ਸਵਾਲ ਜਵਾਬ ਹੋ ਰਹੇ ਨੇ, ਉੱਥੇ ਵੀ ਉਹਨਾਂ ਨੂੰ ਮਿਲ ਰਿਹਾ ਹੋਵੇਗਾ ਕਿ ਬਈ ਆਹ ਵਾਅਦੇ ਕੀਤੇ ਸੀ ਕਿ ਉਹ ਕਿੱਥੇ ਰਹਿ ਗਏ। ਹਰ ਇੱਕ ਪਾਰਟੀ ਨਾਲ ਕੁਝ ਅਜਿਹਾ ਚੱਲ ਰਿਹਾ ਹੋਵੇਗਾ। ਚਲੋ ਠੀਕ ਹੈ, ਲੋਕ ਵੀ ਅੱਜ ਦੇ ਸਮਝਦਾਰ ਨੇ। ਸੋ ਇੱਦਾਂ ਹੀ ਮੁੱਦਾ ਜਿਹੜਾ ਹੈ, ਜਿਹੜੀ ਗੱਲਬਾਤ ਚੱਲਦੀ ਰਹੇਗੀ। ਫਿਲਹਾਲ ਵਿਹਲਾ ਹੋ ਚੁੱਕਾ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਦੁਬਾਰਾ ਮਿਲਦੇ ਹਾਂ ਪ੍ਰੋਗਰਾਮ ਇਲੈਕਸ਼ਨ ਆਰ ਦੇ ਵਿੱਚ। ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ ਪ੍ਰੋਗਰਾਮ ਇਲੈਕਸ਼ਨ ਆਰ ਦੇ ਵਿੱਚ। ਸੋ ਇਸ ਵੇਲੇ ਇੱਕ ਹੋਰ ਵੱਡੀ ਮੁੱਦਾ ਜਿਹੜਾ ਕਹਿ ਲਈਏ ਕਿ ਪੰਜਾਬ ਦੇ ਵਿੱਚ ਪਹਿਲਾਂ ਸਿਰਫ 2-3 ਪਾਰਟੀਆਂ ਹੁੰਦੀਆਂ ਸੀਗੀਆਂ ਜਾਂ 2 ਹੀ ਹੁੰਦੀਆਂ ਸੀ, ਕਦੀ ਉਹ ਆ ਗਈ ਕਦੀ ਉਹ ਆ ਗਈ। ਪਰ ਇਸ ਵਾਰ ਥੋੜਾ ਚੁਆਇਸ ਵੀ ਬਹੁਤੀ ਹੈ, ਕੰਪੀਟੀਸ਼ਨ ਵੀ ਬਹੁਤਾ ਹੈ ਤੇ ਹਰ ਇੱਕ ਵਰਗ ਵੱਲੋਂ, ਹਰ ਇੱਕ ਪਾਰਟੀ ਵੱਲੋਂ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕੰਪੀਟੀਸ਼ਨ ਹੋਰ ਟਫ ਬਣਾਇਆ ਜਾਵੇ। ਕਿਸੇ ਨੂੰ ਹਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਆਪ ਜਿੱਤਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੋ ਇਸ ਵਕਤ ਗੱਲ ਕੀਤੀ ਜਾਵੇ ਤਾਂ ਅਕਾਲੀ ਦਲ ਵੀ ਪੂਰੀ ਫਾਰਮ ਵਿੱਚ ਹੈ, ਕਾਂਗਰਸ ਪਾਰਟੀ ਵੀ ਹੈ, ਆਮ ਆਦਮੀ ਪਾਰਟੀ ਵੀ ਹੈ। ਉਸ ਤੋਂ ਇਲਾਵਾ ਬੀਜੇਪੀ ਜਿਹੜੇ ਕੈਪਟਨ ਸਾਹਿਬ ਦੇ ਨਾਲ ਜੁੜ ਕੇ ਸਾਹਮਣੇ ਆ ਰਹੇ ਨੇ, ਉਹਨਾਂ ਨੇ ਵੀ ਕਾਫੀ ਸਾਰੀਆਂ ਆਪਸ ਸੀਟਾਂ ਵੰਡ ਲਈਆਂ ਕਿ ਬਈ ਮੈਂ ਇੱਥੋਂ ਖੜ ਜਾਊਂਗਾ, ਤੁਸੀਂ ਇੰਨੇ ਕੁ ਸੀਟਾਂ ਤੁਸੀਂ ਖੜ ਜਿਓ। ਇਸ ਲਈ ਢੀਂਡਸਾ ਸਾਹਿਬ ਵੀ ਨਾਲ ਹੀ ਨੇ। ਐਂਡ ਕਿਸਾਨਾਂ ਦੀ ਵੀ ਕਾਫੀ ਸਾਰੀ ਜਿਹੜੇ ਲੋਕ ਨੇ, ਕਿਸਾਨ ਆਗੂ ਨੇ, ਉਹ ਵੀ ਪੰਜਾਬ ਦੇ ਪੂਰੇ 117 ਸੀਟਾਂ ਤੇ ਨਹੀਂ ਪਰ ਕਾਫੀ ਥਾਵਾਂ ਤੋਂ ਲੜਨ ਦੀ ਕੋਸ਼ਿਸ਼ ਉਹਨਾਂ ਦੀ ਵੀ ਹੈ। ਸੋ ਅਲੱਗ-ਅਲੱਗ ਪਾਰਟੀ ਦੇ ਜੇਕਰ ਮੈਂ ਪੁੱਛਾਂ ਕਿ ਕਿਸ ਨੂੰ ਤੁਸੀਂ ਆਪਣਾ ਕੰਪੀਟੀਸ਼ਨ ਮੰਨਦੇ ਹੋ ਤੇ ਇਹ ਸਾਰੇ ਚੀਜ਼ਾਂ ਦੇ ਨਾਲ ਕਿੰਨਾ ਕੁ ਫਰਕ ਤੁਸੀਂ ਮਹਿਸੂਸ ਕਰਦੇ ਹੋ? ਸਭ ਤੋਂ ਪਹਿਲਾਂ ਰਮਨ ਚੰਦ ਜੀ, ਤੁਹਾਨੂੰ ਮੈਂ ਪੁੱਛਾਂਗਾ ਕਿ ਆਮ ਆਦਮੀ ਪਾਰਟੀ ਜੇਕਰ ਆਪਣਾ ਜਦੋਂ ਲੋਕਾਂ ਤੱਕ ਪਹੁੰਚਦੀ ਹੈ, ਹੁਣ ਉੱਥੇ ਕਿਸਾਨੀ ਸੰਘਰਸ਼ ਤੋਂ ਬਾਅਦ ਕਿਸਾਨ ਦੇ ਅਗਰ ਨੁਮਾਇੰਦੇ ਉੱਥੇ ਖੜੇ ਹੁੰਦੇ ਨੇ ਤੇ ਉਹਨਾਂ ਨਾਲ ਤੁਹਾਨੂੰ ਕਿੰਨਾ ਕੁ ਕੰਪੀਟੀਸ਼ਨ ਲੱਗਦਾ ਕਿ ਹਾਂ ਬਈ ਇਹ ਸ਼ਾਇਦ ਇੱਥੇ ਸਾਨੂੰ ਨੁਕਸਾਨ ਹੋ ਸਕਦਾ? ਕਿਉਂਕਿ ਇੱਕ ਵਾਰ ਗੱਲ ਇਹ ਵੀ ਚੱਲੀ ਸੀ ਕਿ ਸ਼ਾਇਦ ਕਿਸਾਨ ਦੀ ਜਿਹੜੀ ਪਾਰਟੀ, ਕਿਸਾਨਾਂ ਦੀ ਪਾਰਟੀ, ਉਹ ਆਮ ਆਦਮੀ ਪਾਰਟੀ ਦੇ ਬਰਾਬਰ ਨਾਲ ਹੋ ਕੇ ਚੱਲੇਗੀ। ਪਰ ਹੁਣ ਜੇ ਉਹਦੇ ਅੰਗੇਸ ਖੜਨੇ ਤੇ ਕਿੰਨਾ ਕੁ ਫਰਕ ਤੁਹਾਨੂੰ ਮਹਿਸੂਸ ਹੋਏਗਾ? ਰਮਨ ਜੀ ਦੇਖੋ, ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਕਿਸਾਨਾਂ ਦੇ ਅਲੱਗ ਤੋਂ ਪੰਜਾਬ ਦੇ ਅੰਦਰ ਇਲੈਕਸ਼ਨ ਲੜਨ ਨਾਲ ਜੇਕਰ ਨੁਕਸਾਨ ਹੋ ਰਿਹਾ ਤਾਂ ਆਮ ਆਦਮੀ ਪਾਰਟੀ ਨੂੰ ਵੀ ਹੋ ਰਿਹਾ, ਦੂਜੀਆਂ ਪਾਰਟੀਆਂ ਨੂੰ ਵੀ ਹੋ ਰਿਹਾ, ਕਿਉਂਕਿ ਉਹਨਾਂ ਦੀਆਂ ਆਪਣਾ ਪੱਕਾ ਕਿਸਾਨਾਂ ਦੇ ਅੰਦਰ, ਪੰਜਾਬ ਦੇ ਅੰਦਰ ਪੱਕਾ ਵੋਟ ਬੈਂਕ ਸੀ। ਲੇਕਿਨ ਰਾਜੇਵਾਲ ਜੀ ਜਦੋਂ ਦੇਖੋ ਆਪਣੇ ਸੰਯੁਕਤ ਆਪਣੇ ਕਿਸਾਨ ਮੋਰਚੇ ਤੋਂ ਬਾਅਦ ਸੰਯੁਕਤ ਸਮਾਜ ਮੋਰਚਾ ਇਹਨਾਂ ਨੇ ਹੋਂਦ ਦੇ ਵਿੱਚ ਲਿਆਂਦਾ, ਉਦੋਂ ਪਹਿਲਾਂ ਤਾਂ ਇਹ ਗੱਲਾਂ ਕਿਸਾਨ ਮੋਰਚੇ ਦੇ ਜਿਹੜੇ ਲੀਡਰ ਨੇ, ਕਿਸਾਨਾਂ ਦੀ ਗੱਲ ਨਹੀਂ ਮੈਂ ਕਰਦਾ, ਕਿਸਾਨ ਚੰਗੇ, ਉਹਨਾਂ ਨੂੰ ਕੋਈ ਵੀ ਸਿਆਸਤ ਦਾ ਊੜਾ ਕਿਸਾਨਾਂ ਨੂੰ ਨਹੀਂ ਆਉਂਦਾ। ਉਹ ਆਪਣੇ ਲੀਡਰਾਂ ਦੇ ਅੱਖਾਂ ਮੀਚ ਕੇ ਮਗਰ ਲੱਗ ਜਾਂਦੇ ਨੇ ਕਿ ਕਿਸ ਤਰ੍ਹਾਂ ਅਸੀਂ ਚੱਲਣਾ ਹੈ। ਸੋ ਇਹਨਾਂ ਦੇ ਤੁਹਾਡੇ ਆਉਣ ਵਾਲੇ ਸਮੇਂ 'ਚ ਅੱਜ ਦਿਨ ਦੇਖੋ 23 ਰਹਿੰਦੇ ਨੇ, 23 ਦਿਨਾਂ ਦੇ ਵਿੱਚ ਜਿਉਂ ਦਿਨ ਇੱਕ ਲੰਘਦਾ ਜਾਣਾ, ਜਿਉਂ ਖੁਲਾਸੇ ਹੁੰਦੇ ਜਾਣੇ ਨੇ ਆਪਣੇ ਆਪ। ਜਿਵੇਂ ਦੇਖੋ ਰੁਲਦੂ ਸਿੰਘ ਜੀ ਨੇ ਬਿਆਨ ਦਿੱਤਾ, ਕਿੱਡੀ ਮੰਦਭਾਗੀ ਗੱਲ ਹੈ ਕਿ ਉਹਨਾਂ ਦੇ ਮੂੰਹ ਚੋਂ ਨਿਕਲ ਗਿਆ ਕਿ ਸਾਡਾ ਤਾਂ ਇੱਕੋ ਹੀ ਨਿਸ਼ਾਨਾ ਹੈ ਕਿ ਅਸੀਂ ਆਮ ਆਦਮੀ ਪਾਰਟੀ ਨੂੰ ਠੋਕਣਾ। ਕਿਉਂ ਜੀ?
ਪਹਿਲਾਂ ਤਾਂ ਆਪਾਂ ਇਹ ਗੱਲਾਂ ਕਰਦੇ ਸੀ ਕਿ ਅਸੀਂ ਇਹਨਾਂ ਰਵਾਇਤੀ ਪਾਰਟੀਆਂ ਨੂੰ ਭਜਾਉਣਾ ਹੈ ਪੰਜਾਬ ਦੇ ਅੰਦਰੋਂ। ਅੱਜ ਉਹ ਬਿਆਨ ਦਿੰਦੇ ਨੇ, ਇਹਦੇ ਮਾਇਨੇ ਬਹੁਤ ਵੱਡੇ ਨੇ। ਪਰਦੇ ਦੇ ਮਗਰ ਸਿਆਸਤ। ਦੇਖੋ ਮੈਂ ਇੱਕੋ ਹੀ ਗੱਲ ਕਹੂੰਗਾ, ਜਿਉਂ-ਜਿਉਂ ਦਿਨ ਘਟਦੇ ਜਾਣੇ ਨੇ, ਜਿਹੜਾ ਅਨਐਥੀਕਲ ਹਿਡਨ ਅਲਾਈਅੰਸ ਹੈ, ਇਹ 2 ਜਾਂ 3 ਦਿਨ ਪਹਿਲਾਂ ਹੋਂਦ ਦੇ ਵਿੱਚ ਫੇਰ ਆਏਗਾ, ਕਿਉਂਕਿ ਤਿੰਨਾਂ ਹੀ ਪਾਰਟੀਆਂ ਦਾ ਇੱਕੋ ਇੱਕ ਨਿਸ਼ਾਨਾ ਹੈ, ਆਮ ਆਦਮੀ ਪਾਰਟੀ। ਉਹਦਾ ਕਾਰਨ ਹੈ, ਦੇਖੋ ਮੈਂ ਇਸ ਟਾਈਮ ਭਾਜਪਾ ਨੂੰ ਜੇ ਕੋਈ ਖਤਰਾ ਹੈ ਤਾਂ ਉਹ ਸਿਰਫ ਅਰਵਿੰਦ ਕੇਜਰੀਵਾਲ ਆਮ ਆਦਮੀ ਪਾਰਟੀ ਤੋਂ ਹੈ। ਉਹਦਾ ਕਾਰਨ ਕਿ ਸਾਨੂੰ ਕਾਂਗਰਸ ਦਾ ਵੋਟ ਬੈਂਕ ਤਾਂ ਦਿਨੋਂ ਦਿਨ ਦੇਸ਼ ਦੇ ਅੰਦਰ ਖਤਮ ਹੁੰਦਾ ਜਾ ਰਿਹਾ ਹੈ। ਆਮ ਆਦਮੀ ਪਾਰਟੀ ਅਰਾਈਜ਼ ਕਰ ਰਹੀ ਹੈ ਦਿਨੋਂ ਦਿਨ ਬਾਕੀ ਸਟੇਟਾਂ ਦੇ ਵਿੱਚ ਵੀ, ਕਿ 2024 ਨੂੰ ਲੈ ਕੇ ਜੇ ਉਹ ਸੋਚਦੇ ਨੇ ਤਾਂ ਆਮ ਆਦਮੀ ਪਾਰਟੀ ਸਾਨੂੰ ਤੰਗ ਪਰੇਸ਼ਾਨ ਕਰੇਗੀ। ਇਸ ਕਰਕੇ ਪਹਿਲੀ ਪੌੜੀ ਚੜ੍ਹਨ ਤੋਂ ਕੇਜਰੀਵਾਲ ਜੀ ਨੂੰ ਇੱਥੇ ਹੀ ਰੋਕਿਆ ਜਾਵੇ। ਪੰਜਾਬ ਦੇ ਅੰਦਰ ਕਿਸੇ ਵੀ ਹੀਲੇ ਵਸੀਲੇ, ਉਹ ਹਰ ਹੀਲਾ ਵਸੀਲਾ ਵਰਤਣਗੇ, ਲੇਕਿਨ ਇਸ ਵਾਰ ਨਹੀਂ ਹੋਣਾ, ਕਿਉਂਕਿ ਕਿਸਾਨ ਪੰਜਾਬ ਦੇ ਭਗਵੰਤ ਮਾਨ ਜੀ ਦਾ ਜਿੱਦਣ ਤੋਂ ਐਲਾਨ ਕੀਤਾ ਐਜ਼ ਏ ਚੀਫ ਮਿਨਿਸਟਰ, ਪੰਜਾਬ ਦੇ ਕਿਸਾਨ ਭਗਵੰਤ ਮਾਨ ਜੀ ਦੀ ਪਹਿਲੀ ਪਸੰਦ ਨੇ ਕਿ ਅਸੀਂ ਭਗਵੰਤ ਮਾਨ ਜੀ ਨੂੰ ਚੀਫ ਮਿਨਿਸਟਰ ਦੇਖਣਾ ਚਾਹੁੰਦੇ ਹਾਂ। ਅਸੀਂ ਉਹਨਾਂ ਨੂੰ ਵੋਟ ਦਵਾਂਗੇ ਭਗਵੰਤ ਮਾਨ ਜੀ ਦੇ ਨਾਂ ਨੂੰ। ਸੋ ਇਹਨਾਂ ਚੀਜ਼ਾਂ ਨਾਲ ਕੋਈ ਫਰਕ ਨਹੀਂ ਪੈਣਾ, ਚਾਹੇ ਇਹ ਤਿੰਨੇ ਪਾਰਟੀਆਂ ਪਰਦੇ ਦੇ ਮਗਰ ਵੀ ਇਕੱਠੀਆਂ ਹੋ ਕੇ ਇਸ ਵਾਰ ਆ ਜਾਣ। ਜਿਹੜਾ ਕੰਮ ਇਹਨਾਂ ਨੇ 2017 ਚ ਕੀਤਾ ਸੀ ਉਹ ਇਹਨਾਂ ਦਾ ਕਾਮਯਾਬ ਨਹੀਂ ਹੋਣਾ। ਜੀ ਅਭਿਨਵ ਕੌਰ ਜੀ, ਤੁਹਾਡਾ ਵੀ ਬਿਆਨ ਲੈ ਲੈਣੇ ਕਿ ਜਿਹੜੇ ਅਲੱਗ-ਅਲੱਗ ਪਾਰਟੀਆਂ ਦੇ ਜਿਹੜੇ ਹਨ ਹੁਣ ਕਾਫੀ ਸਾਰੇ ਚੁਆਇਸਿਸ ਨੇ, ਪਲੱਸ ਜਿਵੇਂ ਹੁਣੇ ਚੰਦੀ ਸਾਹਿਬ ਨੇ ਕਹਿਤਾ ਕਿ ਇਹ ਹਿਡਨ ਅਲਾਇੰਸ ਵੀ ਕਿਤੇ ਨਾ ਕਿਤੇ ਹੈ। ਤੁਹਾਨੂੰ ਕੀ ਲੱਗਦਾ ਕਿ ਹਿਡਨ ਅਲਾਇੰਸ ਕਿਹੜਾ ਦਾ ਹੈ ਤੇ ਕਿਹੜੀਆਂ ਗੱਲਾਂ ਹੋਰ ਸਾਹਮਣੇ ਆਉਣਗੀਆਂ? ਇਸ ਤੋਂ ਇਲਾਵਾ ਜਿਹੜਾ ਉਹਨਾਂ ਨੇ ਕਾਫੀ ਹਿੱਕ ਠੋਕ ਕੇ ਜਿਹੜੀ ਗੱਲ ਆਖੀ ਹੈ ਕਿ ਆਮ ਆਦਮੀ ਪਾਰਟੀ ਕਾਫੀ ਸਾਰਾ ਲੋਕਾਂ ਦਾ ਵਿਸ਼ਵਾਸ ਜਿੱਤਣ ਵਿੱਚ ਕਾਇਮ ਹੋਵੇਗੀ, ਉਹਦੇ ਬਾਰੇ ਤੁਹਾਡਾ ਕੀ ਵਿਚਾਰ ਹੈ? ਮੋਹਿਤ ਜੀ, ਪਹਿਲੀ ਗੱਲ, ਆਮ ਆਦਮੀ ਪਾਰਟੀ ਦੀ ਇੱਕੋ ਬੇਸਿਕ ਆਦਤ ਹੈ ਕਿਸੇ ਵੀ ਚੀਜ਼ ਨੂੰ ਸੈਂਸੇਸ਼ਨਲ ਕਰਨਾ। ਇਹ ਹੁਣ ਤੋਂ ਨਹੀਂ, ਇਹ ਜਦੋਂ ਪ੍ਰੈਸ ਕਾਨਫਰੰਸ ਹੁੰਦੀਆਂ ਸੀਗੀਆਂ, ਆਹ ਦੇਖੋ ਜੀ ਮੁਕੇਸ਼ ਅੰਬਾਨੀ ਦੇ ਕਾਗਜ਼, ਆਹ ਦੇਖੋ ਜੀ ਚਿਦੰਬਰਮ ਦੇ ਕਾਗਜ਼, ਮੁੜ ਕੇ ਫਿਰ ਮਹਾਗਠਬੰਧਨ ਚ ਆਪਾਂ ਹੱਥਾਂ 'ਚ ਹੱਥ ਪਾ ਕੇ ਸਟੇਜ ਤੇ ਖੜੇ ਹੋ ਗਏ ਸੀ ਬੰਗਾਲ 'ਚ। ਇਹ ਗੱਲਾਂ ਨਹੀਂ, ਮਤਲਬ ਹਾਸੋਂ ਹੀ ਨਹੀਂ। ਗੱਲ ਇਹ ਹੈ ਕਿ ਕਹਿੰਦੇ ਕਿ ਕਾਂਗਰਸ ਸ਼ਰਿੰਕ ਹੁੰਦੀ ਜਾ ਰਹੀ ਹੈ। ਪਹਿਲੀ ਗੱਲ, ਸ਼ਾਇਦ ਭਾਈ ਸਾਹਿਬ ਨੂੰ ਇਹ ਨਹੀਂ ਪਤਾ ਕਿ ਮੇਰੇ ਵੱਡੇ ਭਰਾ ਨੇ ਵੀ 6 ਸਟੇਟਾਂ ਦੇ ਵਿੱਚ ਕਾਂਗਰਸ ਪਾਰਟੀ ਇਸ ਟਾਈਮ ਪਾਵਰ 'ਚ ਹੈ, 3 ਦੇ ਵਿੱਚ ਸਰਕਾਰ ਹੈ, 3 ਦੇ ਵਿੱਚ ਆਪਾਂ ਅਲਾਇੰਸ 'ਚ ਹੈ। ਦੂਜੀ ਗੱਲ, ਲੋਕ ਸਭਾ ਦੇ ਵਿੱਚ ਸਾਡਾ ਨੰਬਰ 52 ਹੈ, ਇਹਨਾਂ ਦਾ ਲੋਕ ਸਭਾ 'ਚ 1 MP। ਮਤਲਬ ਇਹ ਹਾਸੋਂ ਹੀ ਨਹੀਂ, ਗੱਲਾਂ ਨਹੀਂ ਕਰਨੀ ਚਾਹੀਦੀਆਂ ਵੀ ਮੋਦੀ ਨੂੰ ਕੇਜਰੀਵਾਲ ਤੋਂ ਖਤਰਾ ਹੈ। ਇੱਕ UT ਹੈ ਜੀ 70 ਸੀਟਾਂ ਦੀ, ਇੱਕ ਪ੍ਰਧਾਨ ਮੰਤਰੀ ਨੂੰ ਕੇਜਰੀਵਾਲ ਤੋਂ ਕਿਆ ਖਤਰਾ ਹੋ ਸਕਦਾ ਜੀ? ਖਤਰਾ ਤਾਂ ਉਹਨਾਂ ਨੂੰ ਓਪੋਜੀਸ਼ਨ ਤੋਂ ਹੈ। ਓਪੋਜੀਸ਼ਨ ਦਾ ਫੇਸ ਕੌਣ ਹੈ? UPA। ਸੋ ਆਪਾਂ ਇਹ ਗੱਲਾਂ 'ਚ ਨਾ ਪਈਏ। ਦੂਜੀ ਗੱਲ, ਤੁਸੀਂ ਕਿਹਾ ਵੀ ਮੁਕਾਬਲਾ ਹੁਣ ਜ਼ਿਆਦਾ ਪਾਰਟੀਆਂ ਆ ਗਈਆਂ। ਸਰ ਦੇਖੋ, ਉੱਤਰ ਪ੍ਰਦੇਸ਼ ਦੇ ਵਿੱਚ 89 ਤੋਂ ਬਾਅਦ ਰੀਜਨਲ ਪਾਰਟੀਆਂ ਦਾ, ਈਵਨ 84 ਤੋਂ ਬਾਅਦ ਜਦੋਂ ਬਾਮਸੇਵ ਬਣਿਆ, ਰੀਜਨਲ ਪਾਰਟੀਆਂ ਦਾ ਦੌਰ ਸ਼ੁਰੂ ਹੋ ਗਿਆ। ਅੱਛਾ, ਰੀਜਨਲ ਪਾਰਟੀਆਂ ਜਾਂ ਜ਼ਿਆਦਾ ਪਾਰਟੀਆਂ ਆਉਣ ਦਾ ਜਿਹੜਾ ਇੱਕ ਬੈਨੀਫਿਟ ਮੈਂ ਦੇਖਦਾ, ਬੀਇੰਗ ਅ ਕਾਂਗਰਸਮੈਨ ਤੁਹਾਨੂੰ ਕਹਿ ਰਿਹਾ, ਮੈਂ ਬੈਨੀਫਿਟ ਇਹ ਦੇਖਦਾ ਕਿ ਤੁਹਾਡੇ ਤੇ ਪਰਫਾਰਮੈਂਸ ਐਂਗਜ਼ਾਇਟੀ ਰਹਿੰਦੀ ਹੈ ਜੀ। ਅਗਰ ਕੋਈ ਕੈਂਡੀਡੇਟ ਕੰਮ ਨਹੀਂ ਕਰਦਾ, ਉਹਨੂੰ ਪਤਾ ਇਹਦੇ ਕੋਲ 6 ਆਪਸ਼ਨ ਹੋਰ ਵੀ ਹੈ ਤੇ ਇਸਟੈਬਲਿਸ਼ ਪਾਰਟੀਆਂ ਦੇ ਹੈ। ਸੋ ਮੈਂ ਸਮਝਦਾ ਕਿ ਇਹ ਡੈਮੋਕ੍ਰੇਸੀ ਵਾਸਤੇ ਚੰਗੀ ਚੀਜ਼ ਹੈ। ਮਤਲਬ ਇਸ ਕਰਕੇ ਨਹੀਂ ਕਿ ਮੈਂ ਕਾਂਗਰਸ ਦਾ ਬੁਲਾਰਾ ਵਾਂ, ਮੈਂ ਇਹ ਗੱਲ ਕਹਿ ਦੂੰਗਾ, ਬਟ ਤੁਸੀਂ ਦੇਖੋ ਸਾਰੀ, ਮਤਲਬ ਈਵਨ ਆਪਾਂ ਪਬਲਿਕ ਵਾਸਤੇ ਦੇਖੀਏ, ਇਹ ਡੈਮੋਕ੍ਰੇਸੀ ਜਿਹੜੀ ਸਾਡੀ ਆ ਉਹ ਤਾਕਤਵਰ ਹੁੰਦੀ ਜਾਂਦੀ ਹੈ ਜਦੋਂ ਸਾਡੇ ਕੋਲ ਜ਼ਿਆਦਾ ਆਪਸ਼ਨਸ ਹੁੰਦੀਆਂ। ਅਦਰਵਾਈਜ਼ ਕੀ ਹੁੰਦਾ ਹੈ, ਚਲੋ ਮੈਂ ਤਾਂ ਇਹ ਸੋਚਦਾ ਵੀ ਚੰਗੀ ਗੱਲ ਹੈ ਵੀ ਐਤਕੀ ਜ਼ਿਆਦਾ ਪਾਰਟੀਆਂ ਆ ਗਈਆਂ। ਐਟਲੀਸਟ ਕਿ ਆਮ ਆਦਮੀ ਪਾਰਟੀ ਦਾ ਜਿਹੜਾ ਇੱਕ ਆਰੋਪ ਹੈ ਵੀ ਇਹ ਕਦੇ ਅਕਾਲੀ ਦਲ ਕਦੇ ਕਾਂਗਰਸ, ਐਤਕੀ ਇਹ ਵੀ ਇਲੈਕਸ਼ਨਾਂ ਲੜ ਰਹੇ ਆ, ਲੜ ਲੈਣ। ਗੋਆ ਦੇ ਵਿੱਚ ਵੀ ਲੜ ਰਹੇ ਆ, ਆਪਣਾ ਉੱਤਰਾਖੰਡ ਦੇ ਵਿੱਚ ਵੀ ਲੜ ਰਹੇ ਆ। ਉੱਥੇ ਕਰਨਲ ਅਜੇ ਕੋਠੀਵਾਲ ਇਹਨਾਂ ਦੇ ਕੈਂਡੀਡੇਟ ਆ, ਉੱਥੇ ਆਰਮੀ ਕਾਰਡ ਤੋਂ ਹੀ ਨਹੀਂ ਪਿੱਛੇ ਹੋ ਰਹੇ, ਇਹਨਾਂ ਕੋਲ ਕੋਈ ਵਿਜ਼ਨ ਨਹੀਂ ਹੈ ਵੀ ਕੀ ਕਰਨਾ ਹੈ। ਅੱਛਾ, ਪੰਜਾਬ ਦੇ ਵਿੱਚ ਕੁਝ ਕਹਿ ਰਹੇ ਆ, ਉੱਤਰਾਖੰਡ ਦੇ ਵਿੱਚ ਕੁਝ ਕਹਿ ਰਹੇ ਆ। ਬਹੁਤ ਗੱਲਾਂ ਹੈ ਜਿਹੜੀਆਂ ਇਹਨਾਂ ਦੀ ਮੈਚ। ਅੱਛਾ, ਮੈਨੀਫੈਸਟੋ ਹੈ ਤੁਹਾਡਾ, ਸੇਮ ਵਿਜ਼ਨ ਹੈ, ਤੁਸੀਂ ਸੇਮ ਚੀਜ਼ਾਂ ਅਨਾਉਂਸ ਕਰੋ, 1000 ਰੁਪਇਆ ਦੇਵਾਂਗੇ, ਸਕੂਲ ਕਰ ਦਾਂਗੇ ਜੀ ਫਲਾਣੇ। ਮਤਲਬ ਮੈਨੀਫੈਸਟੋ ਹੀ ਨਹੀਂ ਮੈਚ ਕਰ ਰਹੇ। ਗੋਆ ਦਾ ਮੈਨੀਫੈਸਟੋ ਚੱਕ ਕੇ ਦੇਖ ਲਓ ਜਰਾ ਇਹਨਾਂ ਦਾ, ਇਹਨਾਂ ਨੂੰ ਖੁਦ ਨੂੰ ਨਹੀਂ ਪਤਾ ਹੋਣਾ ਕੀ ਲਿਖਿਆ। ਗੱਲ ਇਹ ਹੈ ਕਿ ਗੱਲਾਂ ਇਹਨਾਂ ਦੀ ਮੈਚ ਨਹੀਂ ਕਰ ਰਹੀਆਂ। ਸਿਰਫ ਪੈਨ ਇੰਡੀਆ ਪਾਰਟੀ ਬਣਨਾ ਚਾਹੁੰਦੇ ਆ, 4 ਸਟੇਟਾਂ ਤੋਂ ਬਾਅਦ ਜਾ ਕੇ ਨੈਸ਼ਨਲ ਪਾਰਟੀ ਦਾ ਇਹ ਸਟੇਟਸ ਲੈਣਾ ਚਾਹੁੰਦੇ ਆ। ਹੋਰ ਕੋਈ ਵਿਜ਼ਨ ਨਹੀਂ ਹੈਗਾ। ਪੰਜਾਬ ਦੇ ਵਿੱਚ ਤੁਸੀਂ ਗੱਲ ਕਰਦੇ ਹੋ, ਪੰਜਾਬ ਦੇ ਵਿੱਚ ਅਗਰ ਕਿਸਾਨ ਆਗੂ, ਜਦੋਂ ਤੁਸੀਂ ਇੱਕ ਗੱਲ ਦੇਖੋ, ਜਦੋਂ ਤੱਕ ਕਿਸਾਨ ਆਗੂ ਕਹਿ ਰਹੇ ਸੀ ਅਸੀਂ ਆਮ ਆਦਮੀ ਪਾਰਟੀ ਦੇ ਨਾਲ ਹੋ ਸਕਦਾ ਹੈ ਅਲਾਇੰਸ ਕਰ ਲਈਏ, ਉਦੋਂ ਤੱਕ ਕਿਸਾਨ ਆਗੂ ਠੀਕ ਸੀਗੇ। ਜਦੋਂ ਕਿਸਾਨ ਆਗੂਆਂ ਨੇ ਇਹਨਾਂ ਦੇ ਖਿਲਾਫ ਬਿਆਨ ਦੇਣੇ ਸ਼ੁਰੂ ਕਰਤੇ, ਹੁਣ ਸੈਂਸੇਸ਼ਨਲ ਹੋ ਗਏ, ਪਰਦੇ ਦੇ ਪਿੱਛੇ ਕਹਿੰਦੇ ਅਲਾਇੰਸ ਸ਼ੁਰੂ ਹੋ ਗਏ, ਹਿਡਨ ਅਲਾਇੰਸ ਕਹਿੰਦੇ ਆ ਉਹਨੂੰ।
ਜੀ ਜੀ। ਪ੍ਰਭਜੋਤ ਜੀ, ਤੁਹਾਡਾ ਵੀ ਵਿਊ ਪੁਆਇੰਟ ਲੈ ਲਈਏ, ਕਿਉਂਕਿ ਅਕਾਲੀ ਦਲ ਦੇ ਉੱਪਰ ਹੀ ਸਭ ਤੋਂ ਜ਼ਿਆਦਾ ਇਲਜ਼ਾਮ ਲੱਗਦੇ ਨੇ ਕਿ ਸ਼ਾਇਦ ਹਲੇ ਵੀ ਹੈ ਨਾ ਬੀਜੇਪੀ ਦੇ ਨਾਲ ਰਲੇ ਹੋਏ ਨੇ, ਤੇ ਸ਼ਾਇਦ ਜਿੱਤਣ ਤੋਂ ਬਾਅਦ ਜਾਂ ਉਸ ਤੋਂ ਬਾਅਦ ਵੀ ਸ਼ਾਇਦ ਜਿਹੜਾ ਗੱਠ ਜੋੜੇ ਹੋ ਸਕਦਾ ਹੈ। ਤੇ ਨੋ ਡਾਊਟ ਕਾਫੀ ਟਾਈਮ ਤੇ ਕਹਿ ਵੀ ਚੁੱਕੇ ਹੋ ਕਿ ਸ਼ਾਇਦ ਨਹੀਂ ਜੁੜਨਗੇ, ਪਰ ਹਲੇ ਵੀ ਲੋਕ ਤਾਂ ਇਹੀ ਕਹਿੰਦੇ ਨੇ ਕਿ ਸ਼ਾਇਦ ਨਹੀਂ, ਦੁਬਾਰਾ ਫੇਰ ਜਿਹੜੀਆਂ ਨੇ ਜੱਫੀਆਂ ਨੇ ਉਹ ਡਾਇਰੈਕਟ ਵੀ ਪੈਣਗੀਆਂ। ਉਹਦੇ ਬਾਰੇ ਤੁਹਾਡਾ ਕੀ ਵਿਚਾਰ ਹੈ, ਕੀ ਆਖਦੇ ਹੋ, ਕਿੱਦਾਂ ਕੀ ਗੱਲ ਸੱਚਾਈ ਹੈ? ਦੇਖੋ ਜੀ, ਲੋਕ ਨਹੀਂ ਇਹ ਗੱਲ ਕਹਿੰਦੇ, ਸਾਡੇ ਵਿਰੋਧੀ ਇਹ ਗੱਲ ਕਹਿੰਦੇ ਆ, ਤੇ ਵਿਰੋਧੀਆਂ ਨੇ ਤਾਂ ਕੁਛ ਨਾ ਕੁਛ ਤਾਂ ਕਹਿਣਾ ਹੀ ਹੁੰਦਾ ਵਾ। ਕੁਛ ਤਾਂ ਲੋਕ ਕਹੇਂਗੇ, ਲੋਗੋਂ ਦਾ ਕੰਮ ਹੈ ਕਹਿਣਾ। ਇਸ ਗੱਲ ਦਾ ਸਾਨੂੰ ਫਰਕ ਨਹੀਂ ਪੈਂਦਾ। ਹਾਂ, ਵਿਰੋਧੀਆਂ ਨੇ ਇਹ ਗੱਲਾਂ ਕਹੀ ਜਾਣੀਆਂ ਨੇ। ਵਿਰੋਧੀ ਤਾਂ ਦੇਖੋ ਜੀ, ਹੁਣ ਆ ਸਾਰੇ ਵੀਰ ਕਹੀ ਜਾਂਦੇ ਸੀ ਕੈਪਟਨ ਸਾਹਿਬ ਸਾਡੇ ਨਾਲ ਰਲੇ ਹੋਏ ਸੀਗੇ। ਹਾਲਾਂਕਿ ਕੈਪਟਨ ਸਾਹਿਬ ਸਾਡੇ ਤੇ ਪਰਚੇ ਦਰਜ ਕਰਕੇ ਗਏ ਆ। ਕੈਪਟਨ ਸਾਹਿਬ ਨੇ ਬੇਅਦਬੀ ਸਾਡੇ ਉੱਤੇ ਥੋਪੀ ਆ। ਕੁੰਵਰ ਵਿਜੇ ਪ੍ਰਤਾਪ ਉਹਨਾਂ ਨੇ ਹਾਇਰ ਕਰਕੇ ਸਾਡੇ ਉੱਤੇ ਕਿੱਡੀਆਂ ਪ੍ਰੈਸ ਕਾਨਫਰੰਸਾਂ ਕਰਾਈਆਂ। ਉਹ ਕਹਿੰਦੇ ਸੀ ਕੈਪਟਨ ਸਾਹਿਬ ਰਲੇ ਹੋਏ ਆ। ਅੱਜ ਤੁਸੀਂ ਆਮ ਆਦਮੀ ਪਾਰਟੀ ਦੇ ਰਾਘਵ ਚੱਡੇ ਨੇ ਕੱਲ ਮੈਨੂੰ ਲੱਗਦਾ ਪ੍ਰੈਸ ਕਾਨਫਰੰਸ ਕੀਤੀ ਸੀ, ਜਦੋਂ ਮਜੀਠੀਆ ਸਾਹਿਬ ਨੇ ਹੋਇਆ, ਸੁਖਬੀਰ ਸਿੰਘ ਬਾਦਲ ਨੇ ਅਨਾਉਂਸ ਕੀਤਾ ਵੀ ਮਜੀਠੀਆ ਲੜੂਗਾ ਇਲੈਕਸ਼ਨ ਨਵਜੋਤ ਸਿੰਘ ਸਿੱਧੂ ਦੇ ਖਿਲਾਫ, ਤਾਂ ਰਾਘਵ ਚੱਡੇ ਨੇ ਪ੍ਰੈਸ ਕਾਨਫਰੰਸ ਕਰਤੀ ਵੀ ਚੰਨੀ ਜੀ ਦਾ ਧੰਨਵਾਦ ਕਰ ਰਹੇ ਆ ਜੀ। ਤੁਸੀਂ ਦੇਖੋ ਕਿੱਧਰਲਾ ਸਿਰ ਕਿੱਧਰਲਾ ਪੈਰ ਜੋੜਤੇ ਆ ਵੀ ਚੰਨੀ ਜੀ ਨੂੰ ਖੁਸ਼ ਕਰਨ ਵਾਸਤੇ, ਚੰਨੀ ਦੇ ਰਾਹ ਦਾ ਰੋੜਾ ਵਾ ਨਵਜੋਤ ਸਿੰਘ ਸਿੱਧੂ, ਉਹਨੂੰ ਲਾਉਣ ਵਾਸਤੇ ਬਿਕਰਮ ਸਿੰਘ ਮਜੀਠੀਆ ਇਲੈਕਸ਼ਨ ਲੜ ਰਹੇ ਆ। ਸੋ ਇਹਨਾਂ ਦਾ ਕੰਮ ਆ ਵੀ ਇਦਾਂ ਦੀਆਂ, ਕਿਉਂਕਿ ਗੇਮ ਦੇ ਵਿੱਚੋਂ ਬਾਹਰ ਨੇ, ਮਾਝੇ ਦੇ ਵਿੱਚ ਤਾਂ ਖਾਸ ਕਰਕੇ, ਇਸ ਕਰਕੇ ਗੇਮ ਦੇ ਵਿੱਚ ਬਣੇ ਰਹਿਣ ਕਰਕੇ ਇਹੋ ਜਿਹੀਆਂ ਹਾਸੋਹੀਣੀਆਂ ਗੱਲਾਂ ਤੇ ਇਹੋ ਜਿਹੇ ਪੁੱਠੇ ਸਿੱਧੇ ਬਿਆਨ ਦਿੰਦੇ ਰਹਿੰਦੇ ਆ। ਪਰ ਮੈਂ ਗੱਲ ਕਹੂੰਗਾ, ਲੋਕਾਂ ਨੂੰ ਬਾਰ-ਬਾਰ ਇਹਨਾਂ ਦਾ ਨਾ ਇੱਕ ਇਹਨਾਂ ਨੇ ਮੋਟਿਵ ਬਣਾਇਆ ਹੋਇਆ ਲੋਕਾਂ 'ਚ ਪ੍ਰਚਾਰ ਕਰਨ ਵਾਸਤੇ। ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਲੋਕਾਂ ਨੂੰ ਵੀ ਮੈਂ ਕਹਿਣਾ ਚਾਹੂੰਗਾ, ਕਹਿੰਦੇ ਜੀ ਬੜਾ ਦੇਖ ਲਿਆ, ਅਕਾਲੀ ਦੇਖ ਲਿਆ, ਕਾਂਗਰਸ ਵੀ ਦੇਖ ਲਿਆ, ਨਵੇਂ ਬੰਦੇ ਨੂੰ ਮੌਕਾ ਦੇਣਾ। ਤੁਸੀਂ ਪੱਤਰਕਾਰ ਸਾਹਿਬ, ਤੁਸੀਂ ਇੱਕ ਚੈਨਲ ਤੇ ਬੈਠੇ ਹੋ, ਤੁਸੀਂ ਕਿਸੇ ਅਣਜਾਣ ਬੰਦੇ ਨੂੰ ਆਪਦੀ ਸੀਟ ਤੇ ਬਿਠਾਓਗੇ ਜਿਨ੍ਹਾਂ ਨੂੰ ਚੈਨਲ ਬਾਰੇ ਕੁਝ ਨਹੀਂ ਜਾਣਦਾ? ਕੋਈ ਬੰਦਾ ਮੋਟਰਸਾਈਕਲ ਦੀ ਚਾਬੀ ਨਹੀਂ ਫੜਾਉਂਦਾ ਅਣਜਾਣ ਬੰਦੇ ਨੂੰ, ਤੇ ਪੰਜਾਬ ਦੀ ਚਾਬੀ 5 ਸਾਲਾਂ ਵਾਸਤੇ ਮੰਗ ਰਹੇ ਆ। ਦੇਖੋ, ਹੈਰਾਨੀ ਤੇ ਹਾਸੋਹੀਣੀ ਗੱਲ ਆ ਵੀ ਕੋਈ ਨਹੀਂ, ਸਾਨੂੰ ਵਰਤ ਕੇ ਦੇਖ ਲਓ। ਸੋ ਇਹ ਗੱਲਾਂ 'ਚ ਲੋਕਾਂ ਨੇ ਨਹੀਂ ਆਉਣਾ। ਲੋਕਾਂ ਨੇ ਜਿਹੜਾ ਇਹਨਾਂ ਨੂੰ ਜਿਤਾ ਕੇ 22 MLA ਦਿੱਤੇ ਸੀ, 20 ਇਹਨਾਂ ਦੇ ਆਪਦਾ ਤਨ ਮਨ ਧਨ ਲਾ ਕੇ ਘਰੇ ਬੈਠੇ ਜਿਤਾਏ ਸੀ, ਉਹਨਾਂ ਵਿੱਚੋਂ 10-15 ਤਾਂ ਕਾਂਗਰਸ ਚਲੇ ਗਏ, ਤੇ ਸਾਨੂੰ ਕਹਿੰਦੇ ਕਾਂਗਰਸ ਨਾਲ ਰਲੇ ਦਾ MLA ਤੁਹਾਡੇ ਜਾ ਰਹੇ ਕਾਂਗਰਸ ਪਾਰਟੀ ਦੇ ਵਿੱਚ, ਤੇ ਤੁਸੀਂ ਸਾਨੂੰ ਕਹਿੰਦੇ ਹੋ ਰਲੇ ਹੋਏ ਤੁਸੀਂ ਹੋ। ਸੋ ਕਹਿੰਦੇ ਆ ਵੀ ਨਾ 9 ਮਣ ਤੇਲ ਹੋਵੇ ਤੇ ਨਾ ਰਾਧਾ ਨੱਚੇ। ਇਹਨਾਂ ਦੀ ਵਾਰੀ ਨਹੀਂ ਆਉਣੀ, ਜੋ ਮਰਜ਼ੀ ਹੋ ਜੇ। ਲੜਾਈ ਅਕਾਲੀ ਦਲ ਤੇ ਹਾਕਮ ਧਿਰ ਦੀ ਹੈ, ਕਿਉਂਕਿ ਹਾਕਮ ਧਿਰ ਨੇ ਝੂਠੇ ਵਾਅਦੇ ਕੀਤੇ ਆ, ਅਸੀਂ ਉਹ ਵਾਅਦੇ ਯਾਦ ਕਰਾਉਣੇ ਆ। ਅਸੀਂ ਕੰਮ ਕੀਤਾ ਪਿਛਲੇ 10 ਸਾਲ, ਤੇ ਕੰਮ ਲੋਕਾਂ ਨੂੰ ਯਾਦ ਕਰਾਉਣੇ ਆ, ਦਿਖਾਉਣੇ ਆ ਵੀ ਅਸੀਂ ਕੀਤੇ ਹੋਏ ਕੰਮ ਆ। ਸੋ ਕਾਂਗਰਸ ਨਾਲ ਸਾਡੀ ਲੜਾਈ ਆ, ਇਹਨਾਂ ਦੀ ਵਾਰੀ ਨਹੀਂ ਆਉਣੀ। ਜੀ, ਓਵਰਆਲ ਦੇਖਿਆ ਜਾਵੇ ਤਾਂ ਹਰ ਇੱਕ ਪਾਰਟੀ ਕੋਲ ਕੁਝ ਪਲੱਸ ਪੁਆਇੰਟ ਨੇ, ਆਪਣੇ ਵੱਲੋਂ ਕਹਿਣ ਵਾਲੇ ਕੁਝ ਨੈਗੇਟਿਵ ਪੁਆਇੰਟ ਨੇ, ਕਿਸੇ ਹੋਰ ਤੇ ਐਲੀਗੇਸ਼ਨਸ ਜਾਂ ਬਲੇਮ ਲਗਾਉਣ ਦੇ ਲਈ। ਸੋ ਹਰ ਇੱਕ ਪਾਰਟੀ ਅਜਿਹਾ ਕੰਮ ਕਰ ਰਹੀ ਹੈ। ਬਾਕੀ ਫਿਲਹਾਲ ਪੰਜਾਬ 'ਚ ਕੀ ਵੇਖਣ ਨੂੰ ਮਿਲ ਰਿਹਾ ਕਿ ਅਗਰ ਕਿਸੇ ਵਿਅਕਤੀ ਨੂੰ ਕਿਸੇ ਪਾਰਟੀ ਤੋਂ ਸੀਟ ਨਹੀਂ ਮਿਲ ਰਹੀ ਤਾਂ ਕਿਤੇ ਹੋਰ ਟਰਾਈ ਕੀਤੀ ਜਾ ਰਹੀ ਹੈ, ਉੱਧਰੋਂ ਨਹੀਂ ਮਿਲ ਰਹੀ ਤਾਂ ਤੀਜੇ ਧਿਰ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਕਿਉਂਕਿ ਹਰ ਇੱਕ ਨੇ ਠਾਣ ਲਿਆ ਕਿ ਅਸੀਂ ਤਾਂ ਪੰਜਾਬ ਦਾ ਵਿਕਾਸ ਕਰਨਾ ਹੀ ਕਰਨਾ ਹੈ। ਸੋ ਦੇਖਦੇ ਹਾਂ ਕਿ ਜਿਹੜਾ ਵਿਕਾਸ ਦੀ ਜਿਹੜੀ ਉਹਨਾਂ ਨੇ ਜਿਹੜੀ ਸਹੁੰ ਜੀ ਚੁੱਕ ਲਈ ਹੈ ਉਹ ਕਿੱਥੇ ਤੱਕ ਪਹੁੰਚਦੀ ਹੈ। ਸੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣ ਦੇ ਲਈ ਮੈਂ ਸਾਰਿਆਂ ਦਾ ਧੰਨਵਾਦ ਇੱਕ ਵਾਰ ਫੇਰ ਰੱਖਾਂਗਾ। ਥੈਂਕ ਯੂ ਸੋ ਮਚ, ਤੇ ਸਾਰਿਆਂ ਨੂੰ ਹੀ ਗੁੱਡ ਲੱਕ, ਕਿਉਂਕਿ ਸਾਰੇ ਜਾਣੇ ਬਹੁਤ ਮਿਹਨਤਾਂ ਵੀ ਕਰ ਰਹੇ ਨੇ ਤੇ ਆਪਣਾ ਪ੍ਰਚਾਰ ਵੀ ਕਰ ਰਹੇ ਨੇ। ਸੋ ਦੇਖਣਾ ਕਿ ਆਉਣ ਵਾਲਾ ਸਮਾਂ ਪੰਜਾਬ ਵਿੱਚ ਕਿਹਨਾਂ ਨੂੰ ਮੌਕਾ ਦਿੰਦਾ ਹੈ। ਥੈਂਕ ਯੂ ਸੋ ਮਚ ਜੀ, ਅੱਜ ਦੇ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਦੇ ਲਈ ਧੰਨਵਾਦ।